ਫਿਰੋਜ਼ਪੁਰ ਦੇ ਬਹੁਤ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਖੜੇ ਆ ਜਿਨ੍ਹਾਂ ਦਾ ਹਾਲਾਤ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਹੜ੍ਹ ਦਾ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਵਗਣ ਤੋਂ ਬਾਅਦ ਕਿਸ ਤਰੀਕੇ ਦੀ ਨਾਜ਼ੁਕ ਸਥਿਤੀ ਹੈ। ਤਾਂ ਇਸੇ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਬੰਡਾਲੇ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਔਰ ਇਸ ਪਿੰਡ ਦੇ ਵਿੱਚ ਦੇਖ ਸਕਦੇ ਹੋ ਕਿ ਅਜੇ ਵੀ ਤਕਰੀਬਨ 3-3 ਫੁੱਟ ਪਾਣੀ ਖੜਾ ਹੋਇਆ ਤੇ ਕਈ ਘਰਾਂ ਦੇ ਵਿੱਚ ਅਜੇ ਵੀ ਵੱਡੀ ਤਾਦਾਦ ਦੇ ਵਿੱਚ ਇਸ ਪਾਣੀ ਦਾ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਪਾਸੇ ਤੋਂ ਬੰਨ ਟੁੱਟਾ ਹੋਇਆ ਤਾਂ ਬੰਨ ਟੁੱਟਣ ਦੇ ਕਾਰਨ ਅਜੇ ਵੀ ਇਹਨਾਂ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਹੈ ਜਿਹੜਾ ਵਗਦਾ ਹੋਇਆ ਨਜ਼ਰ ਆ ਰਿਹਾ। ਤਾਂ ਪਾਣੀ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਕਾਲਾ ਹੋ ਚੁੱਕਾ ਹੈ ਔਰ ਇਸ ਕਾਲੇ ਪਾਣੀ ਦੇ ਹੋਣ ਦੇ ਕਾਰਨ ਬਹੁਤ ਸਾਰੀ ਜ਼ਹਿਰੀਲੀ ਜਿਹੜੀ ਬਦਬੂ ਹੈ ਉਹ ਵੀ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਮਿਲੇਗੀ ਔਰ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਵੱਡੀਆਂ ਚਿੰਤਾਵਾਂ ਇਹਨਾਂ ਲੋਕਾਂ ਦੀਆਂ ਨੇ ਕਿ ਆਖਰ ਹਾਲਾਤ ਕਿਸ ਤਰੀਕੇ ਦੇ ਨੇ। ਤਾਂ ਸਭ ਤੋਂ ਪਹਿਲਾਂ ਜਿਹੜਾ ਜ਼ਿਮੀਂਦਾਰ ਭਾਈਚਾਰਾ ਹੁੰਦਾ ਹੈ ਉਹ ਖੇਤੀ ਤੇ ਡਿਪੈਂਡ ਹੁੰਦਾ ਹੈ ਤਾਂ ਇਸੇ ਨੂੰ ਲੈ ਕੇ ਜਿਹੜੀ ਖੇਤੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਤੈਸ਼ ਨੈਸ਼ ਹੋ ਚੁੱਕੀ ਹੈ। ਖੇਤਾਂ ਦੇ ਵਿੱਚ ਕਈ ਦਿਨਾਂ ਤੋਂ ਜਿਹੜਾ ਕਾਲਾ ਪਾਣੀ ਜ਼ਹਿਰੀਲਾ ਪਾਣੀ ਹੋ ਚੁੱਕਾ ਹੈ ਤਾਂ ਇਸੇ ਨੂੰ ਲੈ ਕੇ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ख़ास ਤੌਰ ਤੇ ਇਹ ਵੀ ਕਾਬਲੇ ਗੌਰ ਹੈ ਕਿ ਇਹਨਾਂ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਹਾਲਾਤ ਹੈ ਨਾਜ਼ੁਕ ਬੰਨ ਦੇ ਨਾਲ ਜਿਹੜੇ ਆਪਦੀ ਸਾਰੀ ਜ਼ਿੰਦਗੀ ਦਾ ਸਰਮਾਇਆ ਲਾ ਕੇ ਘਰ ਤਿਆਰ ਕੀਤੇ ਹੋਏ ਸੀ ਉਹ ਘਰ ਵੀ ਢਹਿ ਢੇਰੀ ਹੋ ਚੁੱਕੇ ਨੇ। ਬਹੁਤ ਸਾਰੇ ਪਰਿਵਾਰਾਂ ਦੀ ਅਜਿਹੀ ਦਾਸਤਾਨ ਹੈ। ਇਸੇ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਉਹਨਾਂ ਲੋਕਾਂ ਦੀ ਦਸ਼ਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਔਰ ਸਭ ਤੋਂ ਪਹਿਲਾਂ ਕੈਮਰੇ ਦੀ ਨਜ਼ਰ ਦੇ ਨਾਲ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਤਾਦਾਦ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੋਇਆ। ਜਿਹੜੀਆਂ ਫਸਲਾਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਇੱਥੇ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਨੇ। ਤਸਵੀਰਾਂ ਬੰਡਾਲੇ ਪਿੰਡ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਖਾਸ ਤੌਰ ਤੇ ਇੱਥੇ ਜਿਹੜੇ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਭਾਈਚਾਰਾ ਹੈ, ਸਿੱਖ ਭਾਈਚਾਰਾ ਹੈ ਜਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਹਨਾਂ ਦੇ ਵੱਲੋਂ ਵੱਡਾ ਉਪਰਾਲਾ ਵੀ ਕੀਤਾ ਜਾ ਰਿਹਾ। ਜਿਹੜਾ ਸਾਜੋ ਸਮਾਨ ਹੈ ਜਾਂ ਪਸ਼ੂਆਂ ਦਾ ਚਾਰਾ ਹੈ ਜਾਂ ਲੋੜੀਂਦੀਆਂ ਹੋਰ ਚੀਜ਼ਾਂ ਨੇ ਉਹ ਵੀ ਇਹਨਾਂ ਲੋਕਾਂ ਦੇ ਵਾਸਤੇ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਤਾਂ ਇਸੇ ਨੂੰ ਲੈ ਕੇ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਜਿਹੜੇ ਲੋਕਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਖੇਤੀ ਦੇ ਨਾਲ ਜਿਹੜੀ ਇਹਨਾਂ ਨੇ ਬੜੇ ਚਾਵਾਂ ਤੇ ਰੀਝਾਂ ਦੇ ਨਾਲ ਖੇਤੀ ਪਾਲੀ ਹੋਈ ਸੀ ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਜ਼ਿਮੀਂਦਾਰਾਂ ਨੂੰ ਹੁੰਦੀਆਂ ਤਾਂ ਆਮ ਕਰਕੇ ਜਿਹੜੇ ਹੋਰ ਜ਼ਿੰਦਗੀ ਦੀ ਓੜ ਪੋੜ ਹੁੰਦੀ ਹੈ ਉਸ ਨੂੰ ਲਾਂਭੇ ਕਰਨ ਵਾਸਤੇ ਉਸ ਚੁਣੌਤੀ ਦੇ ਮੱਦੇਨਜ਼ਰ ਬਹੁਤ ਸਾਰੇ ਇਹਨਾਂ ਲੋਕਾਂ ਦੇ ਵੱਲੋਂ ਪ੍ਰਬੰਧ ਕੀਤੇ ਹੋਏ ਸੀ ਪਰ ਉਹ ਹੜ੍ਹ ਦੇ ਪਾਣੀ ਦੇ ਕਾਰਨ ਵੱਡੀ ਤਾਦਾਦ ਦੇ ਵਿੱਚ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ। ਤੁਸੀਂ ਰਾਸ਼ਨ ਲੈ ਕੇ ਆਏ ਹੋ ਜੀ? ਕਿਹੜੀਆਂ ਚੀਜ਼ਾਂ ਲੈ ਕੇ ਆਏ ਹੋ? ਅਸੀਂ ਰਾਸ਼ਨ ਲੈ ਕੇ ਤੂੜੀ ਲੈ ਕੇ ਆਏ। ਹਾਂਜੀ ਤੂੜੀ ਲੈ ਕੇ ਆਏ ਹੋ ਜੀ? ਤੂੜੀ ਤਬਾਹ ਹੋ ਗਈ ਇਹਨਾਂ ਲੋਕਾਂ ਦੀ? ਹਾਂ ਤਬਾਹ ਹੋ ਗਈ ਜੀ। ਸਾਰੀਆਂ ਫਸਲਾਂ ਤਬਾਹ ਹੋ ਗਈਆਂ ਜੀ ਇਹਨਾਂ ਦੀਆਂ। ਕਦੋਂ ਦੇ ਆਏ ਹੋ ਤੁਸੀਂ? ਰਾਤ ਦੇ ਆਏ ਵੇ। ਤੇ ਕਿਵੇਂ ਦੇ ਹਾਲਾਤ ਆ ਇਹਨਾਂ ਲੋਕਾਂ ਦੇ ਕਿਉਂਕਿ ਅਜੇ ਵੀ ਪਾਣੀ ਖੜਾ ਹੋਇਆ ਤੇ ਪਾਣੀ ਮੈਨੂੰ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਬਦਬੂ ਮਾਰਿਆ ਏ ਤੇ ਤਕਰੀਬਨ 4-4 ਫੁੱਟ ਪਾਣੀ ਅਜੇ ਵੀ ਮੌਜੂਦ ਆ। ਮੈਨੂੰ ਲੱਗਦਾ ਮਹੀਨਾ ਡੇਢ ਮਹੀਨਾ ਉਹ ਪਾਣੀ ਨਹੀਂ ਜਾਂਦਾ। ਡੇਢ ਮਹੀਨਾ ਹਾਂ ਪਾਣੀ ਜਾਂਦਾ ਨਹੀਂ। ਮੱਛੀ ਬਹੁਤ ਆਈ ਵੀ ਸੜਿਆਨ ਮਾਰ ਰਹੀ ਹੈ ਉਧਰ ਆ ਕਰ ਲੈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਏ ਆ ਜੀ, ਪਿੰਡ ਮਹਿਤਾਬਗੜ੍ਹ ਤੋਂ। ਇੱਥੇ ਦੇਖੇ ਹਾਲਾਤ ਬਹੁਤ ਮਾੜੇ ਨੇ ਜੀ। ਜੀਰੀਆਂ ਬਿਲਕੁਲ ਖਤਮ ਹੋ ਗਈਆਂ। ਦਰਿਆ ਇੱਥੋਂ ਤੁਸੀਂ ਐ ਲਾ ਲਓ ਵੀ ਹਲੇ ਜੇ ਇੱਧਰ ਦੇਖੀਏ ਤਾਂ 15 ਕਿਲੋਮੀਟਰ ਹੋਊਗਾ। 15-20 ਕਿਲੋਮੀਟਰ ਦਾ ਏਰੀਆ ਸਾਰਾ ਖਰਾਬ ਕਰਿਆ ਪਿਆ ਦੂਰ ਤੱਕ। ਤੇ ਦੂਜੀ ਗੱਲ ਵੀ ਇੱਥੇ ਰਾਸ਼ਨ ਹੈ ਜਿਵੇਂ ਹਲੇ ਠੀਕ ਨੇ ਜੀ। ਇੱਕ ਹਫ਼ਤਾ ਮੰਨ ਲਓ ਨਾ ਆਇਆ ਜਾਵੇ ਸੰਗਤ ਤੋਂ, ਇੱਕ ਹਫ਼ਤੇ ਬਾਅਦ ਕਿਤੇ ਨਾ ਲੋੜ ਪੈਂਦੀ ਹੈ ਫਿਰ ਜ਼ਰੂਰ ਸੰਗਤ ਸਾਥ ਦੇਵੇ। ਹਰਿਆਣੇ ਤੋਂ ਉੱਤਰਾਖੰਡ ਤੋਂ ਕਿਤੋਂ ਵੀ ਜਿੱਥੋਂ ਵੀ ਪਤਾ ਲੱਗ ਰਿਹਾ ਸੰਗਤ ਨੂੰ ਸਾਰੇ ਪਹੁੰਚਦੇ ਨੇ ਜੀ। ਜਦੋਂ ਤੁਸੀਂ ਗਰਾਊਂਡ ਤੇ ਆ ਕੇ ਇੱਥੋਂ ਹਾਲਾਤ ਦੇਖੇ ਨਾ ਲੋਕਾਂ ਦੇ ਤਾਂ ਖਾਸ ਤੌਰ ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਲੱਗੀ ਹੈ ਕਿ ਜਿਹੜੀਆਂ ਇਹ ਚੀਜ਼ਾਂ ਇਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ? ਇੱਕ ਤਾਂ ਮੱਝਾਂ ਲਈ ਡੰਗਰਾਂ ਲਈ ਚਾਰਾ ਪਹੁੰਚਣਾ ਚਾਹੀਦਾ ਜੀ ਤੇ ਤੂੜੀ ਹੋ ਗਈ। ਅਸੀਂ ਤੂੜੀ ਲੈ ਕੇ ਆਏ ਸੀ ਜੀ ਤੇ ਰਾਸ਼ਨ ਸੀ ਜੀ ਜਿਵੇਂ ਕੋਈ ਚੀਨੀ ਲਾ ਲਓ, ਆਪਣਾ ਕੋਈ ਦਾਲਾਂ ਲਾ ਲਓ ਜਾਂ ਕੋਈ ਇਹਨਾਂ ਨੂੰ ਬੈਟਰੀਆਂ ਦੀ ਲੋੜ ਸੀ ਰੋਸ਼ਨੀ ਕਰਕੇ, ਜਿਵੇਂ ਲਾਈਟ ਦਾ ਥੋੜਾ ਦਿੱਕਤ ਆਉਂਦੀ ਹੈ ਇੱਥੇ, ਉਹ ਲੈ ਕੇ ਆਏ ਸੀ। ਇਹ ਜ਼ਿਆਦਾਤਰ ਚਾਰੇ ਦੀ ਲੋੜ ਹੈ ਜੀ ਇੱਥੇ। ਪਸ਼ੂਆਂ ਦੇ ਚਾਰੇ ਦੀ ਲੋੜ ਹੈ। ਪਸ਼ੂਆਂ ਦਾ ਚਾਰਾ ਆ ਵੀ ਰਿਹਾ ਜੀ ਬਹੁਤ, ਪਰ ਇੱਕ ਹਫ਼ਤੇ ਤੱਕ 10 ਦਿਨਾਂ ਤੱਕ ਮਹੀਨੇ ਤੱਕ ਹੋਰ ਵੀ ਲੋੜ ਪੈਣੀ ਹੈ ਜੀ ਇਹਨਾਂ ਨੂੰ ਕਿਉਂਕਿ ਹੁਣ ਜਿਹੜੀਆਂ ਵੀ ਸੰਸਥਾਵਾਂ ਨੇ ਉਹਨਾਂ ਦਾ ਸਾਰਾ ਤੁਸੀਂ ਐ ਲਾ ਲਓ ਵੀ ਜ਼ੋਰ ਲੱਗ ਲੈਣਾ। ਉਹ ਤੋਂ ਬਾਅਦ ਫਿਰ ਹੋਰ ਇਹਨਾਂ ਨੂੰ ਲੋੜ ਪੈਣੀ ਹੈ ਜੀ। ਬਾਈ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤਸਵੀਰ ਦਿਖਾ ਦਈਏ ਤੇ ਇਹਦੀ ਵੀ ਗੱਲ ਕਰਦੇ ਹਾਂ ਕਿ
ਜਿਸ ਹਿਸਾਬ ਦੇ ਨਾਲ ਇਹਨਾਂ ਦੀ ਪੁੱਤਾਂ ਦੇ ਵਾਂਗ ਪਾਲੀ ਫਸਲ ਬਰਬਾਦ ਹੋਈ ਆ, ਤਾਂ ਇਸੇ ਨੂੰ ਲੈ ਕੇ ਦੇਖੋ ਜ਼ਹਿਰੀਲਾ ਪਾਣੀ ਹੋ ਚੁੱਕਾ ਹੈ, ਬਦਬੂ ਆ ਰਿਹਾ ਪਾਣੀ ਇਹ ਤੇ। ਹਾਂਜੀ, ਬਹੁਤ ਸਮੈਲ ਬਹੁਤ ਗੰਦੀ ਆਉਂਦੀ ਹੈ ਜੀ। ਅਸੀਂ ਕੱਲ ਦੇ ਆਏ ਹੋਏ ਆ, ਤਾਂ ਤੁਸੀਂ ਐ ਲਾ ਲਓ ਵੀ ਹਾਲਾਤ ਦੇਖ ਰਹੇ ਨੇ ਤਾਂ ਇਹ 1 ਸਾਲ ਉੱਠ ਨਹੀਂ ਸਕਦੇ ਜ਼ਿਮੀਂਦਾਰ, ਕਿਉਂਕਿ ਜਿਹੜੀ ਹੁਣ ਇਹਨਾਂ ਦੀ ਇਹ ਫਸਲ ਖਰਾਬ ਹੋਈ ਹੈ, ਜੀਰੀ ਖਰਾਬ ਹੋਈ ਹੈ, ਇਹਨਾਂ ਦੀ ਇੱਥੋਂ ਤੁਸੀਂ ਐ ਲਾ ਲਓ ਵੀ ਕਣਕ ਵੀ ਮੁਸ਼ਕਲ ਹੈ, ਕਿਉਂਕਿ 2 ਮਹੀਨੇ ਦਾ ਇਹ ਪਾਣੀ ਨਹੀਂ ਸੁੱਕਦਾ। ਜੇ ਕਿਤੇ ਸੁੱਕਿਆ ਵੀ ਤਾਂ ਕਿਤੇ 2-4 ਮਹੀਨੇ ਤੱਕ ਇਹ ਸੁੱਕੂਗਾ, ਫਿਰ ਇਹ ਫਸਲਾਂ ਤਿਆਰ ਹੋਣਗੀਆਂ ਤਾਂ ਇਹਨਾਂ ਨੂੰ ਡੀਜ਼ਲ ਦੀ ਤੇ ਟਰੈਕਟਰਾਂ ਦੀ ਹੋਰ ਲੋੜ ਪਊਗੀ ਜੀ। ਇੱਥੋਂ ਦੇ ਜ਼ਿਮੀਂਦਾਰਾਂ ਨੂੰ ਤਾਂ ਆਪਣੇ ਪੰਜਾਬ ਦੀ ਸਾਰੇ ਦੀ ਫਿਰ ਹੋਰ ਲੋੜ ਪੈਣੀ ਹੈ। ਇਹ ਫਿਰੋਜ਼ਪੁਰ ਹੈ ਪਿੰਡ, ਇਹ ਬੰਡਾਲਾ ਪੈਂਦਾ ਜੀ। ਬਿਲਕੁਲ। ਹਾਂਜੀ ਬਾਈ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਆਏ ਹਾਂ ਮਹਿਤਾਬਗੜ੍ਹ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ। ਤੁਸੀਂ ਵੀ ਕੋਈ ਰਾਸ਼ਨ ਪਾਣੀ ਲੈ ਕੇ ਆਏ ਹੋ? ਹਾਂ ਜੀ, ਅਸੀਂ ਇਕੱਠੇ ਆਏ ਰਾਸ਼ਨ ਪਾਣੀ ਲੈ ਕੇ। ਕੀ ਲੱਗਦੇ ਹਾਲਾਤ ਇਹਨਾਂ ਲੋਕਾਂ ਦੇ ਨਾਲ ਜਦੋਂ ਤੁਸੀਂ ਵਾਰਤਾਲਾਪ ਕੀਤਾ? ਤੁਸੀਂ ਇੱਥੇ ਇੱਕ ਰਾਤ ਕੱਟੀ ਆ, ਤੇ ਰਾਤ ਕੱਟਣ ਤੋਂ ਬਾਅਦ ਜਿਹੜਾ ਤੁਹਾਡਾ ਤਜਰਬਾ ਹੋਇਆ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਆ ਤੁਸੀਂ? ਇਹਨਾਂ ਦਾ ਲੋਕਾਂ ਦਾ ਬਹੁਤ ਨੁਕਸਾਨ ਹੈ। ਇਹ ਆਪਣਾ 2 ਮਹੀਨੇ ਦਾ ਪਾਣੀ ਨਹੀਂ ਸੁੱਕਣਾ, ਫਿਰ ਇਹਨਾਂ ਨੂੰ ਟਰੈਕਟਰਾਂ ਦੀ ਵੀ ਲੋੜ ਪਊਗੀ ਪੱਧਰ ਕਰਨ ਵਾਸਤੇ, ਤੇ ਬਹੁਤ ਨੁਕਸਾਨ ਹੈ ਇਹਦਾ। ਇੱਥੋਂ ਨਾ ਹਰਿਆਣਾ ਤੋਂ ਫਤਿਆਬਾਦ ਤੋਂ ਆਏ ਵੇ ਨੇ ਜੀ ਸੇਵਾਦਾਰ। ਉਹਨਾਂ ਨੇ ਰਾਸ਼ਨ ਦੀ ਜਿਵੇਂ ਮੰਨ ਲਓ ਲੈ ਕੇ ਆਏ ਸੀ, ਤੇ ਉਹਨਾਂ ਦੀ ਤੇ ਜਿਹੜਾ ਲੰਗਰ ਲਾਇਆ ਹੋਇਆ ਗੁਰਦੁਆਰਾ ਸਾਹਿਬ 'ਚ ਬਡਾਲੇ ਪਿੰਡ 'ਚ, ਉਹ ਕੋਈ ਵੀ ਇੱਥੇ ਮੰਨ ਲਓ ਦੂਰ ਦੂਰ ਤੋਂ ਪੰਜਾਬੀ ਆਉਂਦੇ ਆ, ਸੇਵਾ ਕਰਨ ਆ ਰਹੇ ਆ ਇਹਨਾਂ ਦੇ ਇਹ ਇਲਾਕੇ ਦੀ, ਤਾਂ ਉਹ ਉਹਨਾਂ ਨੂੰ ਲੰਗਰ ਛਕਾ ਰਹੇ ਨੇ ਜੀ। ਇਹ ਸਵੇਰੇ ਪਕੌੜੇ ਬਣਾਉਂਦੇ ਨੇ, ਚਾਹ ਬਣਾਉਂਦੇ ਨੇ, ਦੁੱਧ ਬਣਾਉਂਦੇ ਨੇ ਜੀ, ਤੇ ਦੁਪਹਿਰ ਨੂੰ ਵੀ ਫੁਲਕਾ ਚੱਲ ਰਿਹਾ, ਪ੍ਰਸ਼ਾਦੇ ਚੱਲ ਰਹੇ ਨੇ, ਤੇ ਰਾਤ ਨੂੰ ਵੀ ਸਵੇਰੇ ਵੀ। ਉਹ ਵੀਰ ਸੇਵਾ ਕਰ ਰਹੇ ਆ? ਉਹ ਵੀਰ ਸੇਵਾ ਕਰ ਰਹੇ ਨੇ ਜੀ। ਉਹ ਇੱਥੇ ਆਏ ਨੇ ਤਾਂ ਇੱਥੇ ਗੁਰਦੁਆਰਾ ਸਾਹਿਬ 'ਚ ਉਹ ਬਣਾ ਰਹੇ ਨੇ। ਉਹ ਘੱਟੋ ਘੱਟ 10 ਟਰਾਲੀਆਂ ਹੋਣੀਆਂ ਜੀ ਉਹਨਾਂ ਦੇ ਫਤਿਆਬਾਦ ਤੋਂ, ਹਰਿਆਣੇ ਤੋਂ। ਜਿਵੇਂ ਤੁਸੀਂ ਇਹਨਾਂ ਲੋਕਾਂ ਦੀ ਆ ਕੇ ਆਰਥਿਕ ਦਸ਼ਾ ਦੇਖੀ ਹੈ, ਜਿਹੜੇ ਹਾਲਾਤ ਇਹਨਾਂ ਦੇ ਬਣ ਗਏ, ਤਾਂ ਇਸੇ ਨੂੰ ਲੈ ਕੇ ਕੀ ਲੱਗਦਾ ਕਿ ਭਵਿੱਖ ਦੇ ਵਿੱਚ ਵੀ ਕੋਈ ਤੁਸੀਂ ਆਪਸ ਵਿੱਚ ਕੋਈ ਮਤਾ ਪਕਾਇਆ, ਜਾਂ ਜਿਹੜਾ ਤੁਹਾਡਾ ਭਾਈਚਾਰਾ ਕੋਈ ਵਿਦੇਸ਼ ਦੇ ਵਿੱਚ ਵਸਦਾ, ਤਾਂ ਅੱਗੇ ਵੀ ਇਹਨਾਂ ਦੀ ਕੋਈ ਮਦਦ ਕਰਨ ਬਾਰੇ ਸੋਚਿਆ ਆ? ਹਾਂਜੀ ਹਾਂਜੀ, ਜ਼ਰੂਰ ਕਰਾਂਗੇ ਜੀ। ਜਿੱਥੇ ਇਹਨਾਂ ਨੂੰ ਕਿਤੇ ਲੋੜ ਪਊਗੀ ਤਾਂ ਜ਼ਰੂਰ ਆਵਾਂਗੇ, ਜ਼ਰੂਰ ਮਦਦ ਕਰਾਂਗੇ ਜੀ। ਬਈ ਕੀ ਨਾਂ ਹੈ ਤੁਹਾਡਾ? ਜੋਗਾ ਸਿੰਘ ਜੀ। ਜੋਗਾ ਸਿੰਘ, ਤੁਹਾਡਾ ਜਿਹੜਾ ਜ਼ਮੀਨ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਕਿੰਨੀ ਫਸਲ ਸੀ ਤੁਹਾਡੀ? ਫਸਲ ਵੀ 3 ਕਿੱਲੇ। ਨੁਕਸਾਨ ਬਹੁਤ ਜ਼ਿਆਦਾ ਆ, ਤੁਹਾਡੇ ਸਾਹਮਣੇ ਆ ਵੇਖੋ। ਦੀਦਾ ਕੋਈ ਤਵਾਈ ਮਚੀ ਪਈ ਆ। ਘਰ 'ਚ ਵੀ ਪਾਣੀ ਭਰ ਗਿਆ? ਪਾਣੀ ਘਰ 'ਚ ਵੀ ਗੋਡੇ ਗੋਡੇ ਪਾਣੀ ਸੀ, ਤੇ ਹੁਣ ਇਹਦਾ ਜ਼ਹਿਰੀਲਾ ਪਾਣੀ, ਨਿਰੀ ਬਿਮਾਰੀ ਤੁਰੀ ਆਉਂਦੀ, ਕੈਮੀਕਲ ਹੀ ਆਉਂਦੇ ਆ। ਠੀਕ ਆ। ਤਾਂ ਆ ਜਿਹੜਾ ਪਾਣੀ ਭਰਿਆ, ਤੁਸੀਂ ਇਸ ਪਿੰਡ ਦੇ ਵਸਿੰਦੇ ਆ, ਇੱਥੋਂ ਦੇ ਰਹਿਣ ਵਾਲੇ ਹੋ, ਤੇ ਇਹ ਜਿਹੜਾ ਪਾਣੀ ਭਰਿਆ ਕਿੰਨੇ ਕੁ ਦਿਨ ਇਦਾਂ ਭਰਿਆ ਰਹੂਗਾ? ਇਹ ਤਰ੍ਹਾਂ ਵੇਖੋ, ਇਹ ਹੌਲੀ ਹੌਲੀ ਸੁੱਕੂ, ਕਿੰਨੇ ਦਿਨ ਦਾ 10 ਦਿਨ ਰਹਿੰਦਾ, ਮਹੀਨਾ ਰਹਿੰਦਾ, ਕਿੰਨੇ ਦਿਨ ਰਹਿੰਦਾ, ਹੌਲੀ ਹੌਲੀ ਜੀਰਨਾ। ਇੱਕਦਮ ਤਾਂ ਜੀਰਨਾ ਨਹੀਂ। ਨਿਰੀ ਬਿਮਾਰੀ ਹੈ, ਕੈਮੀਕਲ ਹੀ ਤੁਰਿਆ ਆਉਂਦਾ, ਜ਼ਹਿਰੀਲਾ ਮੱਛਰ ਹੀ ਪੈਦਾ ਹੋਣਾ ਇਹਦੇ ਤੋਂ। ਬਿਮਾਰੀਆਂ ਤਾਂ ਹੀ ਆ। ਪਾਣੀ ਗੋਡੇ ਗੋਡੇ ਅੰਦਰ ਹੀ ਘਰਾਂ 'ਚ, ਤੂੜੀ ਦਾਲੀ ਸਭ ਕੁਝ ਰੁੜ ਗਿਆ। ਇਸੇ ਪਾਣੀ ਤੋਂ ਜ਼ਹਿਰੀਲੀ ਜਿਹੜੀ ਬਿਮਾਰੀ ਉਹ ਪੈਦਾ ਹੋਊਗੀ ਲਾਜ਼ਮੀ, ਪੱਕਾ। ਤਾਂ ਹੋਰ ਕੀ ਲੱਗਦਾ ਕਿ ਜਿਹੜੀ ਤੁਹਾਡੀ ਪੈਲੀ ਆ, ਤੁਸੀਂ ਜਿੱਥੇ ਦੇਖ ਰਹੇ ਆ ਕਿ ਬਿਲਕੁਲ ਹੀ ਤਬਾਹੀ ਮੱਚੀ ਹੋਈ ਆ ਪੈਲੀ ਨੂੰ ਲੈ ਕੇ, ਤਾਂ ਇਹਦੇ ਵਿੱਚ ਮਿੱਟੀ ਵੀ ਭਰੀ ਹੋਈ ਹੈ, ਰੇਤ ਵੀ ਆਈ ਹੈ ਪਾਣੀ ਦੇ ਨਾਲ ਨਾਲ? ਪਾਣੀ ਦੇ ਨਾਲ ਵੀ ਗੱਬ ਹੀ ਆਈ, ਗਾਰਾ ਤੁਰਿਆ ਆਇਆ, ਕਾਲਾ ਗਾਰਾ ਗੱਬ ਹੈਗੀ, ਝੋਨਾ ਸਾਰ ਨੱਪਿਆ ਪਿਆ ਗੱਬ ਨੇ। ਠੀਕ ਆ। ਇਹਦੀ ਇੱਥੇ ਘੱਟ ਰੇਤਾ ਪਈ, ਇੱਧਰ 4-4 ਫੁੱਟ ਰੇਤਾ ਪੈ ਗਈ ਕਈਆਂ ਥਾਵਾਂ ਤੇ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹ ਰੇਤਾ ਕੱਢਣੀ ਪੈਣੀ ਬਾਹਰ, ਜਿੰਨੇ ਚਿਰ ਬਾਹਰ ਨਾ ਕੱਢੀ ਗਈ ਜ਼ਮੀਨ ਚਾਲੂ ਨਹੀਂ ਹੋਣੀ ਉਹਨੇ। ਕਿੰਨੀ ਜ਼ਮੀਨ ਸੀ ਤੁਹਾਡੇ ਕੋਲੇ? ਸਾਡੇ ਕੋਲੇ 27 ਕਿੱਲੇ ਜ਼ਮੀਨ ਆ। 27 ਕਿੱਲੇ ਜ਼ਮੀਨ ਹੈ, ਤੇ 27 ਕਿੱਲੇ ਦੇ ਵਿੱਚ ਇੱਕ ਵੀ ਮਰਲਾ ਨਹੀਂ ਬਚਿਆ ਜਿਹੜਾ ਇੱਕ ਸੁੱਕਾ? ਮਰਲਾ ਝੋਨਾ ਨਹੀਂ ਬਜਿਆ ਵੀ ਇਸ ਤਰ੍ਹਾਂ ਦੇ ਹੋਇਆ ਪਿਆ, ਤੇ ਪਾਣੀ ਅਜੇ ਵੀ ਸਾਣਾ ਵੀ ਘੱਟੋ ਘੱਟ ਵੀ 15-20 ਦਿਨ ਰਹੂਗਾ ਇਸ ਤਰ੍ਹਾਂ ਹੀ, ਤੇ ਬਿਮਾਰੀਆਂ ਦਾ ਕਾਰਨ ਬਣ ਸਕਦਾ। ਇਸ ਤੋਂ ਪਹਿਲਾਂ ਤੁਹਾਡੇ ਇਲਾਕੇ ਦੇ ਵਿੱਚ 23 ਦੇ ਵਿੱਚ ਵੀ ਹੜ੍ਹ ਆਇਆ ਸੀ? ਇਹਦੇ ਵਿੱਚ ਵੀ ਹੜ੍ਹ ਆਇਆ, ਬਹੁਤ ਹਾਲਾਤ ਮਾੜੇ ਹੋਏ ਉਦੋਂ ਵੀ। ਉਦੋਂ ਸੜਕਾਂ ਟੁੱਟ ਗਈਆਂ, ਐਰਕੀ ਸੜਕਾਂ ਥੋੜਾ ਜਿਹਾ ਬਚਾਏ, ਬਹੁਤ ਸੜਕ ਰੁੜ ਗਈਆਂ ਸੀ, ਵੀ ਸਾਨੂੰ ਲੰਘਣਾ ਵੀ ਟੱਪਣਾ ਮੁਸ਼ਕਲ ਹੋ ਗਿਆ ਸੀ। ਆਹ ਹੁਣ ਪਾਣੀ ਖੜਾ, ਇਹ ਜਿੰਨਾ ਚਿਰ ਪਾਣੀ ਨਿਕਾਸ ਇਸ ਬੰਨੇ ਨੀਵਾਂ ਨਹੀਂ ਹੁੰਦਾ, ਨਿਕਲਣਾ ਨਹੀਂ, ਇਹ ਮਹੀਨਾ ਪਾਣੀ ਖੜਿਆ ਰਹਿਣਾ ਹੈ। ਜਿਹੜਾ 19 ਦੇ ਵਿੱਚ ਆਇਆ ਸੀ ਉਹ ਤੋਂ ਬਚਾ ਰਿਹਾ ਸੀ ਤੁਹਾਡਾ? ਨਹੀਂ ਜੀ, 19 ਚ ਵੀ ਨੁਕਸਾਨ ਹੋਇਆ ਸੀ, ਉਦੋਂ ਥੋੜਾ ਹੋਇਆ ਸੀ ਨੁਕਸਾਨ। 23 ਦੇ ਵਿੱਚ ਬਹੁਤ ਹਾਲਾਤ ਮਾੜੇ ਕੀਤੇ, ਤੇ ਜਾਂ 25 ਚ ਕੀਤੇ ਆ। ਜਦੋਂ ਵੀ ਪਾਣੀ ਆਉਂਦਾ ਹੈ ਤਾਂ ਤੁਸੀਂ ਵਿਪਤਾ ਦੇ ਨਾਲ ਘਿਰ ਜਾਂਦੇ ਹੋ, ਤੁਹਾਡੀ ਜਿਹੜੀ ਫਸਲ ਹੁੰਦੀ ਹੈ ਉਹ ਰੁੜ ਜਾਂਦੀ ਹੈ, ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਵੀ ਖਤਰੇ ਦੇ ਵਿੱਚ ਹੁੰਦਾ। ਤਾਂ ਇਸ ਚੀਜ਼ ਨੂੰ ਲੈ ਕੇ ਪਰਿਵਾਰ ਕੀ ਸੋਚਦੇ, ਜਾਂ ਇਲਾਕੇ ਵਾਲੇ ਜਿਹੜੇ ਅੱਗੇ ਨੌਜਵਾਨ ਪੀੜ੍ਹੀ ਆ ਉਹ ਕਿੱਦਾਂ ਸੋਚਦੀ ਹੈ ਜੀ? ਉਹ ਤੇ ਜਨਾਬ ਸਾਨੂੰ ਆਂਦੇ ਵੀ ਆਪਾਂ ਇਥੋਂ ਪੈਲੀ ਵੇਚ ਜੀਏ, ਬਾਹਰ ਨਿਕਲ ਚੱਲੀਏ। ਪੈਲੀ 2-3 ਕਿੱਲੇ, ਜਿਨ੍ਹਾਂ ਕੋਲੇ 4-4 ਕਿੱਲੇ ਵੇਚ ਕੇ ਕਿੱਧਰ ਜਾਣਗੇ, ਪੈਲੀ ਬਣਨੀ ਨਹੀਂ ਬਾਹਰ ਤਾਂ। ਉਹ ਤਾਂ ਆਂਦੇ ਵੀ ਆਪਾਂ ਇਥੋਂ ਵੇਚ ਕੇ ਪੈਲੀ ਤੇ ਦੂਰ ਚੱਲ ਜੀਏ,
ਤੇ ਹਾਲਾਤ ਤੇ ਹਰ ਸਾਲ ਇਸ ਤਰ੍ਹਾਂ ਬਣ ਜਾਂਦੇ। ਜੋ ਇੱਕ 27 ਚ ਆਇਆ 24 ਚ ਨਹੀਂ ਆਇਆ, ਤਾਂ ਹੁਣ 25 ਚ ਆ ਗਿਆ। ਹਾਲਾਤ ਬਹੁਤ ਮਾੜੇ ਆ। ਤੇ ਕੀ ਕਰ ਸਕਦੇ, ਨਾ ਕੋਈ ਪ੍ਰਸ਼ਾਸਨ ਹੀ ਬਾਂਹ ਫੜਦਾ। ਇਹ ਜੋ ਆਪਣੇ ਪੰਜਾਬ ਦੇ ਭੈਣ ਭਰਾ ਹੀ ਆ ਜੋ ਇਲਾਕੇ ਦੇ ਜਿਹੜੇ ਵੀ ਪਹੁੰਚਦੇ ਆ, ਵੀ ਸੇਵਾਦਾਰ ਸੇਵਾ ਪਿੰਡਾਂ ਦੇ ਵੀ ਪਾਸੋਂ ਬਾਹਰ ਆਣ ਕੇ ਵੀ ਸਾਨੂੰ ਕੋਈ ਰਾਸ਼ਨ ਦੇਣ ਦਿਆ, ਕੋਈ ਤੂੜੀ ਤੰਦ ਦੇਣ ਦਿਆ ਮਾਲਾ ਤੇ ਸਾਡਾ ਤਾਂ ਚਾਰਾ ਵੀ ਖਤਮ ਹੋ ਗਿਆ, ਤੂੜੀ ਵੀ ਗਰਕ ਹੋ ਗਈ ਹੈ। 4-4 ਫੁੱਟ ਤੂੜੀਆਂ 'ਚ ਪਾਣੀ ਲੱਗ ਗਿਆ। ਜਿੰਨਾ ਵੀ ਇੱਥੇ ਪੰਜਾਬ ਜਿੰਨਾ ਵੀ ਗੱਬ ਚੜ ਗਈ ਫੁੱਟ ਘਰਾਂ ਦੇ ਵਿੱਚ, ਉਹ ਹੁਣ ਵੀ ਅੰਦਰੋਂ ਜੋ ਸਫਾਈ ਕਰਨ ਦਾ ਜੀ ਬਹੁਤ ਗੱਬ ਚੜੀ ਘਰਾਂ 'ਚ। ਜਿੰਨਾ ਵੀ ਪੰਜਾਬੀ ਭਾਈਚਾਰਾ ਜਾਂ ਜਿਹੜੇ ਸਿੱਖ ਨੌਜਵਾਨ ਆ ਰਹੇ ਆ, ਤੁਹਾਡੀ ਮਦਦ ਕਰ ਰਹੇ ਆ ਜੀ। ਜਿਹੜੀਆਂ ਚੀਜ਼ਾਂ ਦੀ ਲੋੜ ਆ, ਲੋੜਾਂ ਪੂਰੀਆਂ ਹੋ ਰਹੀਆਂ ਮੁਤਾਬਕ ਪੂਰੀ ਸ਼ਾਇਦ ਲੈ ਕੇ ਆਉਂਦਾ ਆ। ਹਰ ਕੋਈ ਮੁਤਾਬਕ ਪੂਰੀ ਲੋੜ ਪੂਰੀ ਕਰਨ ਦਾ ਆ। ਇਹ ਆਪਣਾ ਹੀ ਭਾਈਚਾਰਾ ਵੀ ਜਿਹੜਾ ਵੀ ਪੰਜਾਬੀ ਕਰਨ ਦਿਆ। ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਸਾਡੀ ਬਾਂਹ ਨਹੀਂ ਫੜੀ, ਨਾ ਕੋਈ ਲੀਡਰ ਆਣ ਕੇ ਵੜਿਆ। ਉਹਦੇ ਵੋਟਾਂ ਟਾਈਮ ਆਉਂਦੇ ਆ, ਆਦੀਆਂ ਰੋਟੀਆਂ ਸੇਕ ਕੇ ਵੀ ਚਲੇ ਜਾਂਦੇ ਆ ਵੀ ਵੋਟਾਂ ਮੁਤਾਬਕ ਹੀ। ਕਿਸੇ ਲੀਡਰ ਦੀ ਗੱਡੀ ਗੁੱਡੀ ਹੂਟਰ ਹਾਟਰ ਵਜਾ ਕੇ ਕੋਈ ਲੰਘਦੀ ਵੀ ਨਹੀਂ ਨਜ਼ਰ ਆਈ ਜਾਂਦੀ। ਕੋਈ ਇੱਥੇ ਕੋਈ ਪਹੁੰਚਿਆ ਨਹੀਂ ਅਜੇ ਤੱਕ ਤੇ। ਹਾਂਜੀ ਹਾਂਜੀ, ਹੁਣ 20-25 ਦਿਨ ਤਾਂ ਇੱਥੇ ਪਿੰਡ 'ਚ ਪਾਣੀ ਆ ਗਿਆ। ਪਹਿਲੋਂ ਪੈਲੀਆਂ 'ਚ ਮਹੀਨਾ ਹੋ ਗਿਆ ਪਾਣੀ ਪਹਿਲੋਂ ਆਇਆ। ਹਾਂਜੀ, ਤੇ ਫਸਲ ਤਾਂ ਸਭ ਤਬਾਹ ਹੋ ਗਈ। ਤਾਂ ਕੀ ਲੱਗਦਾ ਕਿ ਕਿਉਂਕਿ ਤੁਹਾਡਾ ਲੰਬੇ ਸਮੇਂ ਦਾ ਤਜਰਬਾ ਰਿਹਾ ਆ, ਜਦੋਂ ਵੀ ਇਦਾਂ ਦੇ ਹੜ੍ਹ ਆਉਂਦੇ ਆ ਤਾਂ ਉਸ ਵੇਲੇ ਨਾ ਮੁਸੀਬਤਾਂ ਦਾ ਸਾਹਮਣਾ ਕਰਦੇ ਹੋ, ਤਾਂ ਹੁਣ ਅੱਗੇ ਖਾਸ ਤੌਰ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਤੁਹਾਨੂੰ, ਜਾਂ ਕੀ ਲੱਗਦਾ ਕਿ ਜਿਹੜੇ ਲੋਕ ਤੁਹਾਡੀ ਮਦਦ ਕਰਨੀ ਚਾਹੁੰਦੇ ਨੇ ਉਹ ਕਿੱਦਾਂ ਦੀਆਂ ਚੀਜ਼ਾਂ ਲੈ ਕੇ ਮਦਦ ਕਰਨ? ਉਹ ਅਪੀਲ ਕਰਦੇ ਆ ਹੁਣ ਗਾਂ ਭੈਣ ਭਰਾ ਨੇ ਜਿੰਨੇ ਵੀ ਆਉਣਾ, ਕੋਈ ਡਾਈ ਕੋਈ ਬੀਜ ਜਾਂ ਕੋਈ ਤੇਲ ਲੈ ਕੇ ਆਉਣ, ਪੈਲੀਆਂ ਪੱਧਰ ਕਰਾ ਦੇਣ ਤੇ ਸਾਡਾ ਗਾਂ ਵੀ ਕਣਕ ਬੀਜਣ ਦਾ ਵੀ ਬਣ ਜੇ। ਨਹੀਂ ਤਾਂ ਸਾਨੂੰ ਉਹ ਵੀ ਹਾਲਾਤ ਵੀ ਦੀਂਦੇ ਨਹੀਂ ਪਏ ਵੀ ਖਰਚਾ ਕਿੱਥੋਂ ਲਿਆਉਣਾ, ਵੀ ਕਿੱਥੋਂ ਕਣਕ ਬੀਜਣੀ ਹੈ, ਕਿਵੇਂ ਬੀਜਣੀ ਹੈ, ਪੈਲੀ ਕਿਵੇਂ ਚਾਲੂ ਕਰਨੀ ਹੈ, ਵੀ ਰੇਤਾ ਕਿਵੇਂ ਬਾਹਰ ਕੱਢਣੀ। ਉਹ ਕਿ ਭੈਣ ਭਾਈਚਾਰਾ ਪ੍ਰਸ਼ਾਸਨ ਕਰੀ ਇਹੋ ਮਦਦ ਕਰਦੇ ਵੀ ਇਹੋ ਸਾਡੀ ਵੀ ਬਾਂਹ ਫੜੀ ਜਾਵੇ। ਜਿਸ ਹਿਸਾਬ ਦੇ ਨਾਲ ਵੱਡੇ ਵੱਡੇ ਜ਼ਿਮੀਂਦਾਰਾਂ ਦੀ ਵੀ ਇਹ ਦਸ਼ਾ ਹੈ ਕਿ ਤੁਸੀਂ ਪਾਣੀ ਤੇ ਡਿਪੈਂਡ ਹੋ, ਜੇ ਪਾਣੀ ਨਹੀਂ ਆਉਂਦਾ, ਹੜ੍ਹ ਨਹੀਂ ਆਉਂਦੇ ਤੇ ਤੁਹਾਡੀ ਫਸਲ ਬਚ ਜਾਂਦੀ ਹੈ, 4 ਪੈਸੇ ਕਮਾ ਲੈਂਦੇ ਹੋ। ਜੇ ਪਾਣੀ ਆ ਜਾਂਦਾ ਤਾਂ ਤੁਹਾਡੀ ਫਸਲ ਬਰਬਾਦ ਹੋ ਜਾਂਦੀ ਹੈ। ਤਾਂ ਕੀ ਲੱਗਦਾ ਕਿ ਜਿਹੜੇ ਆੜਤੀਏ ਦੇ ਨਾਲ ਜ਼ਿਮੀਂਦਾਰ ਦਾ ਸੰਪਰਕ ਬਣਿਆ ਹੁੰਦਾ ਤਾਂ ਫਿਰ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਹੁੰਦੀਆਂ ਨੇ ਦੇ ਦਿੰਦੇ, ਕੋਈ ਪੈਸਾ ਟਕਾ ਵਰਤੋਂ ਵਾਸਤੇ? ਨਹੀਂ ਜੀ, ਜਿਵੇਂ ਹੁਣ ਵੀ ਹਰ ਸਾਲ ਤਾਂ ਸਾਡੇ ਵੀ ਇਸ ਤਰ੍ਹਾਂ ਹਾਲਾਤ ਮਾੜੇ ਹੋ ਜਾਂਦੇ ਆ। ਸਾਨੂੰ ਤਾਂ ਦੁਕਾਨਦਾਰ ਵੀ ਸੌਦਾ ਦੇਣ ਤੋਂ ਵੀ ਇਨਕਾਰ ਕਰਦਾ, ਆੜਤੀਆ ਪੈਸਾ ਦੇਣ ਤੋਂ ਵੀ ਇਨਕਾਰ ਕਰਦਾ ਵੀ ਕਿੱਥੋਂ ਆੜਤੀਆ ਦਿੱਤੇ ਆ, ਕਿੰਨਾ ਕੁ ਕਰਜ਼ਾ ਅਸੀਂ ਚੁੱਕੀ ਜਾਈਏ ਆੜਤੀਏ ਤੋਂ। ਵੀ ਸਾਨੂੰ ਜਵਾਬ ਵੀ ਇੱਕ ਹਿਸਾਬ ਨਾਲ ਦੇਣਾ ਉਹਨੂੰ। ਚਲੋ ਕੋਈ ਤਾਂ ਵੀ ਆੜਤੀਏ ਕਈ ਹੈਗੇ ਵੀ ਚੰਗੇ ਵੀ ਦੇ ਦੇਣਗੇ, ਪਰ ਨਹੀਂ ਵੀ ਉਹਨਾਂ ਸੋਚ ਕੇ ਹੀ ਦੇਣਾ ਵੀ ਫਸਲ ਜਾਊ ਤੇ ਜ਼ਿਮੀਂਦਾਰ ਨੂੰ ਪੈਸਾ ਦੇਣਗੇ। ਫਸਲ ਤਾਂ ਸਾਡੀ ਹੁਣ ਵੀ ਇੱਕ ਸਾਲ ਗਈ ਹੈ, ਦੂਜੇ ਸਾਲ ਗਈ ਨਹੀਂ। ਕਈਆਂ ਦੀਆਂ ਕਣਕਾਂ ਵੀ ਨਹੀਂ ਬੀਜੀਆਂ ਗਈਆਂ ਉਸ ਸਾਲ। ਵੀ ਪੈਲੀਆਂ ਕਈਆਂ ਦੀਆਂ ਜਿਹੜੀਆਂ 23 'ਚ ਖਰਾਬ ਹੋ ਗਈਆਂ ਨਾ, ਉਹਨਾਂ 24 'ਚ ਝੋਨਾ ਨਹੀਂ ਲਾਇਆ, ਉਹਨਾਂ ਕਣਕੀ ਬੀਜੀ ਤੇ 25 'ਚ ਝੋਨਾ ਲਾਇਆ ਸੀ ਤੇ ਉਹ ਫਿਰ ਹਾਲਾਤ ਮਾੜੇ ਹੋ ਗਏ। ਕਦੇ ਮਨ ਦੇ ਵਿੱਚ ਇਦਾਂ ਦਾ ਆ ਜਾਂਦਾ ਕਿ ਅਸੀਂ ਫਸਲ ਤਿਆਰ ਕਰਦੇ ਹਾਂ, ਫਸਲ ਬਰਬਾਦ ਹੋ ਜਾਂਦੀ ਆ, ਤਾਂ ਇਸ ਚੀਜ਼ ਨੂੰ ਲੈ ਕੇ ਕਦੇ ਮਨ ਦੇ ਵਿੱਚ ਕੋਈ ਗਿਲਾ ਜਾਂ ਕਦੇ ਦੁੱਖ, ਕੋਈ ਰੋਸ ਪੈਦਾ ਹੋ ਜਾਂਦਾ? ਰੋਸ ਤਾਂ ਪੈਦਾ ਹੁੰਦਾ ਹੀ। ਹੁਣ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਉਹਨੇ ਜੇ ਪੈਦਾ ਕੀਤਾ ਤੇ ਆਪ ਹੀ ਦਊਗਾ ਵੀ, ਬਸ ਉਹ ਤੇ ਪ੍ਰਮਾਤਮਾ ਤੇ ਭਰੋਸਾ ਕੀਤਾ। ਹਾਂਜੀ, ਮਤਲਬ ਹਰ ਵਾਰ ਮੁਸੀਬਤਾਂ ਦਾ ਸਾਹਮਣਾ ਕਰਕੇ ਤੇ ਤੁਸੀਂ ਸਿਰੜੀ ਬਣ ਗਏ ਹੋ? ਸਿਰੜ ਬਣ ਗਿਆ। ਹਾਂਜੀ, ਕਿਉਂ ਪਹਿਲੋਂ ਪਿਓ ਦਾਦਾ ਸਿਰੜ ਬਣ ਗਿਆ, ਹੁਣ ਗਾਂ ਅਸੀਂ ਬਣ ਗਏ। ਗਾਂ ਸਾਡੇ ਬੱਚੇ ਤੇ ਛੋਟੇ ਛੋਟੇ ਹੁਣੇ ਆਂਦੇ ਡੈਡੀ ਪੈਲੀ ਵੇਚ ਕੇ ਪਾਸੇ ਚੱਲ ਜੀਏ ਚੰਗਾ, ਅਸੀਂ ਪੁੱਤ ਜਾਵਾਂਗੇ ਕਿੱਧਰ। ਹੈ ਗੱਲ। ਮਾਤਾ ਜੀ ਕੀ ਨਾਮ ਤੁਹਾਡਾ? ਲਖਵਿੰਦਰ ਕੌਰ। ਤੁਸੀਂ ਵੀ ਇਸੇ ਪਿੰਡ ਦੇ ਰਹਿਣ ਵਾਲੇ? ਹਾਂਜੀ। ਤੇ ਤੁਸੀਂ ਕੋਈ ਇੱਥੇ ਵਾਹੀ ਵੂਹੀ ਕਰਦੇ ਹੋ ਜਾਂ ਕੋਈ ਹੋਰ ਕੰਮ ਆ ਤੁਹਾਡਾ? ਨਹੀਂ, ਪੈਲੀ ਸਾਡੀ ਨਹੀਂ ਹੈਗੀ। ਹਾਂਜੀ। ਤੇ ਜਿਹੜਾ ਘਰ ਦਾ ਨੁਕਸਾਨ ਹੋਣ ਤੋਂ ਕੋਈ ਬਚਾਅ ਹੋ ਸਕਿਆ ਤੁਹਾਡਾ? ਨਹੀਂ ਜੀ, 2 ਕਮਰੇ ਡਿੱਗੇ। 2 ਕਮਰੇ। 2 ਕਮਰੇ ਡਿੱਗ ਪਏ? ਹਾਂਜੀ। ਕਿੰਨੇ ਚਿਰ ਤੋਂ ਪਾਏ ਸੀ ਉਹ ਬਾਵਾ ਚਿਰ ਦੇ ਪਏ ਉਸ ਦੇ। ਹਾਂ, ਪਹਿਲਾਂ ਮੇਰੇ ਸੱਸ ਸਹੁਰਾ ਰਹਿੰਦੇ ਸੀ, ਬਾਅਦ ਚ ਅਸੀਂ। ਤੇ ਅਜੇ ਵੀ ਘਰ 'ਚ ਪਾਣੀ ਹੈਗਾ? ਪਾਣੀ ਹੋਰ ਸੁੱਕ ਗਿਆ। ਸੁੱਕ ਗਿਆ? ਹਾਂਜੀ। ਤੇ ਘਰ 'ਚ ਪਾਣੀ ਕਿੰਨਾ ਕੁ ਆ ਗਿਆ ਸੀ ਤੁਹਾਡੇ ਜਦੋਂ ਕਮਰੇ ਡਿੱਗੇ? ਤਾਂ ਆ ਗਿਆ ਸੀ। ਹੈਂ? ਤਾਂ ਉੱਪਰ ਵਿਹੜੇ ਤੇ ਚੜ ਗਿਆ ਸੀ। ਵਿਹੜੇ 'ਚ ਚੜ੍ਹ ਗਿਆ ਸੀ? ਹਾਂਜੀ। ਹਾਂ, ਅੰਦਰਾਂ ਚ ਇੰਨੇ ਨਾ ਸੀਗਾ। ਬਈ ਕੀ ਸੁਨੇਹਾ ਕੀ ਆ? ਇਹਨਾਂ ਦਾ ਕੋਈ ਨਹੀਂ ਇਤਨੇ ਹੁਣ ਕੋਈ ਸਰਕਾਰ ਨਹੀਂ ਆਗੇ ਬੋੜੀ, ਕੋਈ ਕੱਖ ਨਹੀਂ। ਇਹਨਾਂ ਦਾ ਵਿਚਾਰਿਆਂ ਦਾ ਬੰਦਾ ਵੀ ਨਹੀਂ, ਵਿਚਾਰੇ ਘਰੋਂ ਮਾਤੜਾ ਗਰੀਬ ਵਿਚਾਰੇ। 2 ਕਮਰੇ ਵਿਚਾਰਿਆਂ ਦੇ, ਉਹ ਵੀ ਡੇਪੇ ਵਿਚਾਰਿਆਂ ਦੇ। ਕੱਲੇ ਹੈਗੇ ਹੁਣ।
ਚਾਚਾ ਜੀ ਦੀ ਡੈਥ ਹੋ ਗਈ। ਠੀਕ ਹੈ, ਇਹਨਾਂ ਦੀ ਮਦਦ ਵਿਚਾਰਿਆਂ ਦੀ ਕੀਤੀ ਜਾਵੇ। ਮੁੰਡਾ ਜਿਹੜਾ ਉਹ ਨਸ਼ਾ ਪੱਤਾ ਖਾਂਦਾ, ਉਹ ਘਰੋਂ ਪਾਸੇ ਰਹਿੰਦਾ ਤੇ ਵਿਚਾਰੇ ਇਕੱਲੇ ਹੀ ਆ। ਇਹਨਾਂ ਕਿਉਂਕਿ ਦੀ ਹੋਰ ਦੱਸਿਓ ਕਿ ਜਿਹੜਾ ਜਿੱਥੇ ਫਸਲਾਂ ਤਬਾਹ ਹੋਈਆਂ ਨੇ, ਘਰਾਂ ਦਾ ਨੁਕਸਾਨ ਹੋਇਆ, ਤਾਂ ਉੱਥੇ ਜਿਹੜੇ ਪਸ਼ੂ ਨੇ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਿਆ ਤੁਹਾਡੇ ਪਿੰਡ ਦੇ ਵਿੱਚ? ਪਸ਼ੂਆਂ ਦਾ ਵੀ ਨੁਕਸਾਨ ਤਾਂ ਕੀ ਹੋਇਆ ਵਿਚਾਰਿਆਂ ਦਾ, ਚਾਰੇ ਤੋਂ ਔਖਾ ਹੀ ਹੋਣਾ। ਜਿਵੇਂ ਬੰਨ ਮੰਡੀਆਂ 'ਚ ਬੈਠੇ ਗਈ, ਬੰਨ ਤੇ ਬੈਠੇ ਆ ਵਿਚਾਰੇ, ਟਾਈਮ ਪਾਸ ਕਰਨ ਦਾ ਆ। ਜਾਣਾ ਚਾਰਾ ਚੱਲ ਉੱਥੇ ਮਿਲੀ ਜਾਂਦਾ। ਇੱਥੇ ਤਾਂ ਤੁਹਾਡੇ ਸਾਹਮਣੇ ਨਾ ਕੋਈ ਪੱਠਾ ਦੀਦਾ, ਨਾ ਕੋਈ ਕੁਛ ਦੀਦਾ। ਪਾਉਣਗੇ ਕੀ ਡੰਗਰਾਂ ਦੇ? ਜਿਵੇਂ ਆਵੇ ਵਿਚਾਰੇ ਇੱਥੇ ਗਈਆਂ ਬੰਨੇ ਹੀ, ਹੁਣ ਜਿਆਦਾ ਤਾਂ ਲੈ ਕੇ ਉਸਕੇ ਸੀਵਿਆਂ 'ਚ ਬੰਨੀ ਬੈਠਾ, ਕੋਈ ਮੰਡੀ 'ਚ ਬੰਨੀ ਬੈਠਾ, ਕੋਈ ਬੰਨ ਤੇ ਬਾਈ ਬੈਠਾ ਵਿਚਾਰਾ ਹੈ। ਇੱਥੇ ਤਾਂ ਹੁਣ ਕੀ ਕਰਨਗੇ ਡੰਗਰ? ਕੋਈ ਨਾ ਕੋਈ ਮਹੀਨਾ ਪੱਠਾ ਹੋਣਾ, ਪਾਣੀ ਸੁੱਕੂਗਾ ਤੇ ਫਿਰ ਪੱਠਾ ਢਕਾਊਗਾ ਫੇਰ ਹੀ ਆ। ਹੈ ਤੁਹਾਡੇ ਸਾਹਮਣੇ ਦੇ ਲੱਦੀ ਤੋਂ ਕਿਤੇ ਹਰਿਆਲੀ, ਕਿਤੇ ਆ ਪਾਣੀ। ਹੁਣ ਕਿ 10 ਦਿਨ ਰਹਿਣਾ, 20 ਦਿਨ ਰਹਿਣਾ, ਮਹੀਨਾ ਰਹਿਣਾ, ਹੌਲੀ ਹੌਲੀ ਕਿੰਨੇ ਦਿਨਾਂ ਤੱਕ ਜੀਰਨਾ। ਤੇ ਹੁਣ ਮਾਲ ਉੱਥੇ ਮੰਡੀਆਂ 'ਚ ਹੀ ਬੈਠਾ ਵਿਚਾਰਿਆਂ ਦਾ। ਠੀਕ ਹੈ, ਚਾਰਾ ਚੂਰਾ ਚੱਲ ਉੱਥੇ ਮਿਲਦਾ ਹੈ। ਆਹ ਵੀਰ ਵਿਚਾਰੇ ਸਾਇੰਸ ਵਾਲੇ ਵਿਚਾਰੇ ਬਹੁਤ ਮਦਦ ਕਰਦੇ ਵਿਚਾਰੇ, ਜਿਹੜੇ ਗਰੀਬ ਦੀ ਬਾਂਹ ਫੜਦੇ ਆ। ਜਿਹੜਾ ਕੋਈ ਸਰਕਾਰ ਨੇ ਇੱਥੇ ਆਣ ਕੇ, ਕੋਈ ਹੂਟਰ ਵਾਲੀ ਗੱਡੀ ਨਹੀਂ ਆਈ, ਕੋਈ ਨਹੀਂ ਵੜਿਆ ਆਣ ਕੇ ਤੇ। ਹੈ ਆਪਣੇ ਜ਼ਿਮੀਂਦਾਰੀ ਭਰਾ ਕੰਮ ਆਉਂਦਾ ਇੱਕ ਦੂਜੇ ਦੇ, ਹੋਰ ਕੋਈ ਨਹੀਂ ਆਇਆ। ਕੋਈ ਮੁਆਵਜ਼ਾ ਵੀ ਨਹੀਂ ਮਿਲਦਾ ਤੁਹਾਨੂੰ ਜਦੋਂ ਵੀ ਤੁਹਾਡਾ ਨੁਕਸਾਨ ਹੋਏ? ਜਿੱਦਾਂ ਹੁਣ ਮੰਨ ਲਾ ਜੇ ਇੰਨਾ ਨੁਕਸਾਨ ਹੋ ਗਿਆ, ਮੁਆਵਜ਼ਾ ਕੀ ਦੇਣਾ? ਵਾ ਤੋਂ ਕਿੱਲੇ ਦਾ 4000 ਰੁਪਇਆ 5000 ਦੇ ਦੇਣਗੇ ਤੇ ਉਹਦੇ ਨਾਲ ਕੋਈ ਖਰਚਾ ਨਹੀਂ ਪੂਰਾ ਹੁੰਦਾ। ਐ ਵਾ ਤੋਂ 5-6000 ਰੁਪਇਆ ਦੇ ਦੇਣਗੇ ਤੇ ਇਹਨਾਂ ਨਾਲ ਕੋਈ ਤੇਲ ਦਾ ਖਰਚਾ ਨਹੀਂ ਪੂਰਾ ਹੁੰਦਾ। ਹਾਂਜੀ ਹਾਂ, ਤੇ ਬਾਕੀ ਦਾ ਹਿਸਾਬ ਲਾ ਲਓ, ਲਵਾਈ ਲੂਈ ਦਾ ਜਿਹੜੀ ਉਹ ਤਾਂ ਗੱਲ ਹੀ ਦੂਰ ਦੀ ਆ। ਤੇ ਇਹਨਾਂ ਦਾ ਘਰ ਦਾ ਖਰਚਾ ਵੀ ਨਹੀਂ ਚੱਲਦਾ। ਜੇ ਕੋਈ ਸੌਦਾ ਤੇ ਅਗਲਾ ਦੁਕਾਨਦਾਰ ਡਾਕਟਰ ਆ ਤੇ ਉਹ ਵੀ ਅਗਲਾ ਜਵਾਬ ਦੇਂਦਾ। ਅਗਲਾ ਕਹਿੰਦਾ ਹੁਣ ਫਸਲ ਤਾਂ ਹੈ ਨਹੀਂ ਗੀ, ਪੈਸੇ ਤੇ ਲੱਗ ਕਿੱਥੋਂ ਦੇਣਗੇ? ਸੌਦਾ ਦੇਣ ਤੋਂ ਵੀ ਨਕਾਰ ਕਰ ਦਿੰਦਾ, ਦਵਾਈ ਵੀ ਨਹੀਂ ਡਾਕਟਰ ਦਿੰਦਾ। ਹੈ ਹੋਰ ਤਾਂ ਬਾਕੀ ਗੱਲ ਹੀ ਦੂਰ ਦੀ ਆ। ਸਰਹੱਦੀ ਖੇਤਰ ਦੇ ਲੋਕਾਂ ਦੀ ਆਰਥਿਕ ਦਸ਼ਾ ਤੁਹਾਡੇ ਨਾਲ ਸਾਂਝੀ ਕੀਤੀ ਆ, ਔਰ ਖਾਸ ਤੌਰ ਤੇ ਜਦੋਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਬਿਲਕੁਲ ਤਰਸਯੋਗ ਹਾਲਾਤ ਬਣੇ ਹੋਏ ਨੇ। ਔਰ ਇਸੇ ਨੂੰ ਲੈ ਕੇ ਇਹਨਾਂ ਦਾ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ ਹੈ। ਜਿੱਥੇ ਫਸਲਾਂ ਦਾ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ, ਫਸਲਾਂ ਦੀ ਤਬਾਹੀ ਹੋਈ ਆ, ਤਾਂ ਉੱਥੇ ਨਾਲ ਹੀ ਜਿਹੜੇ ਇਹਨਾਂ ਦੇ ਚਾਵਾਂ ਮਲਾਰਾਂ ਦੇ ਨਾਲ ਬਣਾਏ ਹੋਏ ਘਰ ਸੀ, ਸਜਾਏ ਹੋਏ ਘਰ ਸੀ, ਉਹ ਵੀ ਪਾਣੀ ਦੇ ਹੜ੍ਹ ਦੇ ਵਿੱਚ ਰੁੜੇ ਨੇ ਔਰ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ। ਤਾਂ ਇਸੇ ਨੂੰ ਲੈ ਕੇ ਇੱਧਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ, ਕਿਉਂਕਿ ਬਹੁਤ ਸਾਰੇ ਤਕਰੀਬਨ ਦਰਜਨਾਂ ਦੇ ਹਿਸਾਬ ਦੇ ਨਾਲ ਇਸ ਇਲਾਕੇ ਦੇ ਵਿੱਚ ਪਿੰਡ ਆਉਂਦੇ ਨੇ ਔਰ ਇਹਨਾਂ ਪਿੰਡਾਂ ਦੀ ਦਸ਼ਾ ਕਿਸ ਤਰੀਕੇ ਦੀ ਹੈ, ਕੋਈ ਸਿਆਸੀ ਧਿਰ, ਸਿਆਸੀ ਨੁਮਾਇੰਦਾ ਇਹਨਾਂ ਦੀ ਕਿੰਨੀ ਸਾਰ ਲੈਂਦਾ, ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਵਾਲੀਆ ਚਿੰਨ੍ਹ ਨੇ ਉਹ ਵੀ ਲਗਾਏ ਜਾ ਸਕਦੇ ਨੇ ਕਿ ਇਸ ਹਾਲਾਤ ਦੇ ਵਿੱਚ ਇਹ ਲੋਕ ਆਪਦਾ ਜੀਵਨ ਕਿਵੇਂ ਬਸਰ ਕਰ ਸਕਦੇ ਨੇ। ਕਿਉਂਕਿ ਜਿੱਥੇ ਹਾਲ ਦੇ ਵਿੱਚ ਵੀ ਪਿੰਡ ਦੇ ਵਿੱਚ ਇੰਨਾ ਪਾਣੀ ਭਰਿਆ ਹੋਇਆ ਹੈ, ਤਾਂ ਉੱਥੇ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਿਜਾਤ ਪਾਉਣਗੇ ਜਿਹੜੇ ਬੱਚੇ ਨੇ, ਜਿਨ੍ਹਾਂ ਦਾ ਸੁਨਹਿਰੀ ਭਵਿੱਖ ਦਾ ਜ਼ਿਕਰ ਕੀਤਾ ਜਾਂਦਾ ਹਰ ਮਾਪਿਆਂ ਦੇ ਵੱਲੋਂ, ਤਾਂ ਉਹਨਾਂ ਦਾ ਸੁਨਹਿਰੀ ਭਵਿੱਖ ਕਿਵੇਂ ਘੜਿਆ ਜਾ ਸਕਦਾ ਹੈ? ਆਏ ਸਾਲ ਹੜ੍ਹਾਂ ਦਾ ਪਾਣੀ ਇਸ ਇਲਾਕੇ ਦੇ ਵਿੱਚ, ਇਹਨਾਂ ਪਿੰਡਾਂ ਦੇ ਵਿੱਚ ਤਬਾਹੀ ਮਚਾਉਂਦਾ ਹੈ ਔਰ ਇਸੇ ਨੂੰ ਲੈ ਕੇ ਬੰਡਾਲੇ ਪਿੰਡ ਦੇ ਫਿਰੋਜ਼ਪੁਰ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ। ਔਰ ਅੱਗੇ ਵੀ ਤਮਾਮ ਸਾਰੀ ਕੋਸ਼ਿਸ਼ ਰਹੇਗੀ ਕਿ ਵੱਖ-ਵੱਖ ਇਲਾਕਿਆਂ ਦੀ ਜਿਹੜੀ ਗਰਾਊਂਡ ਦੀ ਦਸ਼ਾ ਆ ਉਹ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਸਕੀਏ। ਹੜ੍ਹਾਂ ਦਾ ਪਾਣੀ ਖੜਨ ਕਰਕੇ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਨੇ ਪਸ਼ੂਆਂ ਵਾਸਤੇ, ਆਮ ਲੋਕਾਂ ਦੇ ਵਾਸਤੇ ਆ ਰਹੀਆਂ ਨੇ। ਤਾਂ ਇਸੇ ਦੇ ਮੱਦੇਨਜ਼ਰ ਬਹੁਤ ਸਾਰੇ ਅਜਿਹੇ ਪੰਜਾਬ ਦੇ ਲੋਕ ਨੇ ਜਿਹੜੇ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾਵਾਂ ਕਰਦੇ ਹੋਏ ਗਰਾਊਂਡ ਤੇ ਨਜ਼ਰ ਆਉਂਦੇ ਨੇ। ਤੇ ਖਾਸ ਤੌਰ ਤੇ ਬਠਿੰਡਾ ਦੇ ਮਹਿਰਾਜ ਤੋਂ ਬਾਬਾ ਫਤਿਹ ਸਿੰਘ ਯੂਥ ਕਲੱਬ ਵੱਲੋਂ ਨੌਜਵਾਨ ਆਏ ਨੇ ਜਿਹੜੇ ਡੰਗਰਾਂ ਦੇ ਡਾਕਟਰ ਨੇ, ਵੈਟਰਨਰੀ ਕਿੱਤਾ ਇਹਨਾਂ ਦਾ। ਤਾਂ ਇਸੇ ਦੇ ਸੰਬੰਧ ਵਿੱਚ ਇਹ ਪਸ਼ੂਆਂ ਦੀਆਂ ਦਵਾਈਆਂ ਜਿੱਥੇ ਦੇ ਰਹੇ ਨੇ ਤੇ ਖਾਸ ਤੌਰ ਤੇ ਪਸ਼ੂਆਂ ਦੀਆਂ ਬਿਮਾਰੀਆਂ ਨੂੰ ਲੈ ਕੇ ਜਾਂ ਭਵਿੱਖ ਦੇ ਵਿੱਚ ਜਿਹੜੀਆਂ ਚੁਣੌਤੀਆਂ ਪੈਦਾ ਹੋਣੀਆਂ ਨੇ ਜਾਂ ਹੋ ਰਹੀਆਂ ਨੇ, ਇਸੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਬਾਈ ਕੀ ਨਾਮ ਹੈ ਤੁਹਾਡਾ? ਜਸਪ੍ਰੀਤ ਸਿੰਘ ਹੈ ਜੀ ਮੇਰਾ ਨਾਮ। ਜਸਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਵੇਂ ਤੁਹਾਡਾ ਮੈਂ ਜ਼ਿਕਰ ਕੀਤਾ ਕਿ ਵੈਟਰਨਰੀ ਕੀਤਾ, ਤਾਂ ਇਸੇ ਦੇ ਸੰਬੰਧ ਵਿੱਚ ਤੁਸੀਂ ਘਰ ਘਰ ਜਾ ਕੇ ਪਸ਼ੂਆਂ ਦੀਆਂ ਜਿਹੜੀਆਂ ਦਵਾਈਆਂ ਦੇ ਰਹੇ ਹੋ, ਇਹ ਕਿਸੇ ਸੰਸਥਾ ਵੱਲੋਂ ਆ ਜਾਂ ਤੁਸੀਂ ਇੰਡੀਵਿਜੂਅਲੀ ਸੇਵਾ ਕਰ ਰਹੇ ਹੋ? ਨਹੀਂ, ਇਹ ਜੀ ਸਾਡੇ ਨਾ 10-15 ਅਸੀਂ ਮੁੰਡੇ ਆਂਗੇ ਜੋ ਅਸੀਂ ਇਕੱਠੇ ਹੋ ਕੇ ਇਹਦੀ ਸੇਵਾ ਨਿਭਾ ਰਹੇ ਹਾਂਗੇ। ਇਹ ਆਪਣਾ ਜਰਨੈਲ ਹਰੀ ਸਿੰਘ ਨਲੂਆ ਸੇਵਾਦਾਰ ਆ ਫਤਿਹਗੜ੍ਹ ਸਾਹਿਬ ਤੋਂ,
ਸਰਹੰਦ ਤੋਂ, ਉਹ ਮੁੰਡਿਆਂ ਨੇ ਸੇਵਾ ਪਾਈ ਹੈ ਜੀ। ਤੇ ਅਸੀਂ ਆਂਗੇ 10-12 ਜਾਣੇ ਬਾਬਾ ਫਤਿਹ ਸਿੰਘ ਯੂਥ ਕਲੱਬ ਦੇ ਪਿੰਡ ਮਹਿਰਾਜ ਤੋਂ ਮੁੰਡੇ। ਅਸੀਂ ਆਪਸ 'ਚ ਪੈਸੇ ਇਕੱਠੇ ਕਰਕੇ ਉਹਦੀ ਅਸੀਂ ਮੈਡੀਸਨ ਲਿਆਉਣੇ ਆਗੇ। ਕੁਛ ਜੋ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ NRI ਨੇ ਉਹਨਾਂ ਨੇ ਵੀ ਸੇਵਾ ਭੇਜੀ ਹੈ। ਅਸੀਂ ਉਹ ਫਿਰ ਪੈਸੇ ਇਕੱਠੇ ਕਰਕੇ ਉਹਦੀਆਂ ਅਸੀਂ ਮੈਡੀਸਨ ਲੈ ਕੇ ਇੱਥੇ ਸੇਵਾ ਨਿਭਾ ਰਹੇ ਹਾਂ। ਕਿਹੜੇ ਹੋ, ਕਿਉਂਕਿ ਹੜ੍ਹਾਂ ਦੇ ਨਾਲ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਤੇ ਖਾਸ ਤੌਰ ਤੇ ਜਿਵੇਂ ਅੱਜ ਅਸੀਂ ਫਿਰੋਜ਼ਪੁਰ ਦੇ ਵਿੱਚ ਰਾਜੀ ਸਭਰਾ 'ਚ ਖੜੇ ਹਾਂ, ਮੈਨੂੰ ਲੱਗਦਾ ਦੀਨੇ ਕੇ ਪਿੰਡ ਹੈ, ਤਾਂ ਇਸੇ ਦੇ ਸੰਬੰਧ ਵਿੱਚ ਹੋਰ ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਹੜ੍ਹਾਂ 'ਚ ਸੇਵਾ ਕਰਕੇ ਆਏ ਹੋ? ਅਸੀਂ ਸਾਰਿਆਂ ਤੋਂ ਪਹਿਲਾਂ ਤਾਂ ਫਾਜ਼ਿਲਕਾ ਜ਼ਿਲ੍ਹੇ 'ਚ ਕਰਕੇ ਆਏ ਸੀਗੇ ਜੀ, ਉੱਥੇ 3 ਪਿੰਡਾਂ 'ਚ ਕੀਤੀ ਸੀਗੀ ਆਪਣਾ, ਤੇ ਉਸ ਤੋਂ ਬਾਅਦ 2-3 ਦਿਨ ਅਸੀਂ ਉੱਥੇ ਲਗਾ ਕੇ ਹੁਣ ਅਸੀਂ ਫਿਰੋਜ਼ਪੁਰ ਜ਼ਿਲ੍ਹੇ 'ਚ ਆਏ ਹੋਏ ਸੀਗੇ ਜੀ। ਇੱਥੇ ਬੰਡਾਲਾ ਪਿੰਡ ਹੋ ਗਿਆ, ਜਿਵੇਂ ਮੰਨ ਲਓ ਕਾਲੇ ਕਾ ਥਾੜ ਹੋ ਗਿਆ, ਫਤਿਹਗੜ੍ਹ ਸਭਰਾ ਹੋ ਗਿਆ, ਇੱਥੇ ਸੇਵਾ ਨਿਭਾ ਰਹੇ ਹਾਂ ਜੀ। ਹੁਣ ਸਾਨੂੰ ਹੋ ਗਏ ਇੱਥੇ 8-9 ਦਿਨ ਜੀ। ਬਾਈ ਜੀ, ਤੁਸੀਂ ਸਭ ਤੋਂ ਪਹਿਲਾਂ ਤੁਸੀਂ ਦੱਸਿਓ, ਕਿਉਂਕਿ ਤੁਸੀਂ ਇੱਥੋਂ ਦੇ ਵਸਿੰਦੇ ਹੋ, ਪਸ਼ੂ ਪਾਲਕ ਕਿੱਤੇ ਦੇ ਨਾਲ ਜੁੜੇ ਹੋਏ ਹੋ, ਕਿਸਾਨੀ ਕਰਦੇ ਹੋ, ਤਾਂ ਜਿੱਥੇ ਤੁਹਾਡੀ ਖੇਤੀ ਤਬਾਹ ਹੋਈ ਹੈ ਤਾਂ ਉੱਥੇ ਪਸ਼ੂਆਂ ਨੂੰ ਲੈ ਕੇ ਕੀ ਹਾਲਾਤ ਨੇ? ਪਾਣੀ ਜਮ੍ਹਾਂ ਹੋ ਚੁੱਕਾ ਹੈ, ਪਾਣੀ ਬਦਬੂ ਮਾਰ ਰਿਹਾ ਹੈ, ਮੱਛੀਆਂ ਦੀਆਂ ਜਾਨਾਂ ਜਾ ਚੁੱਕੀਆਂ ਨੇ, ਤੇ ਇਸੇ ਨੂੰ ਲੈ ਕੇ ਪਸ਼ੂਆਂ ਦੇ ਵਿੱਚ ਬਿਮਾਰੀਆਂ ਦੇ ਮੱਦੇਨਜ਼ਰ ਕਿਸ ਤਰੀਕੇ ਦੀ ਦਸ਼ਾ ਨਜ਼ਰ ਆਉਂਦੀ ਹੈ? ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਵਾਂ ਕਿ ਤੁਸੀਂ ਸਾਡੀ ਆਵਾਜ਼ ਚੁੱਕੀ। ਦੂਸਰੀ ਗੱਲ ਤੇ ਮੈਂ ਧੰਨਵਾਦ ਕਰਦਾ ਵਾਂ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਸਾਡਾ ਅੱਜ ਤੱਕ, ਜਦੋਂ ਪਾਣੀ ਦਾ ਸਮਾਂ ਜਿਸ ਦਿਨ ਤੋਂ ਵੀ ਚੱਲ ਰਿਹਾ ਵਾ, ਅੱਜ ਤੱਕ ਸਾਡੇ ਨਾਲ ਚੱਲੇ ਤੇ ਸੇਵਾ ਨਿਭਾ ਰਹੇ ਆ। ਬਾਕੀ ਹਾਲਾਤ ਤੁਹਾਡੇ ਸਾਹਮਣੇ ਹੀ ਆ, ਕੁੱਲ ਮਿਲਾ ਕੇ ਨੁਕਸਾਨ ਤਾਂ A to Z ਹੋ ਗਿਆ। ਤੇ ਡਾਕਟਰ ਸਾਹਿਬ ਜਿਹੜੀਆਂ ਸੇਵਾਵਾਂ ਇਹਨਾਂ ਦੇ ਹਿੱਸੇ ਆਈਆਂ ਇਹ ਕਰ ਰਹੇ ਆ, ਬੜਾ ਧੰਨ ਦੇ ਨਾਲ ਨਿਭਾ ਰਹੇ ਆ। ਦੂਸਰੀ ਗੱਲ ਆ, ਨੁਕਸਾਨ ਤਾਂ ਆਪਾਂ ਨੂੰ ਵੀ ਪਤਾ ਕਿ ਜਿੰਨੇ ਨੁਕਸਾਨ ਹੋ ਗਿਆ ਇਹਦੀ ਭਰਪਾਈ ਤਾਂ ਸਰਕਾਰ ਵੀ ਨਹੀਂ ਕਰ ਸਕਦੀ। ਪਸ਼ੂਆਂ ਨੂੰ ਲੈ ਕੇ ਕਿਹੜੀਆਂ ਬਿਮਾਰੀਆਂ ਇਸ ਵੇਲੇ ਜਿਹੜੀਆਂ ਪਸ਼ੂਆਂ ਦੇ ਵਿੱਚ ਆ ਚੁੱਕੀਆਂ? ਪਸ਼ੂਆਂ ਨੂੰ ਬਾਈ ਜੀ ਕਾਫੀ ਬਿਮਾਰੀਆਂ ਆ ਰਹੀਆਂ ਇਸ ਟਾਈਮ, ਤੇ ਡਾਕਟਰ ਸਾਹਿਬ ਮੌਜੂਦ ਵਾ। ਬਾਕੀ ਜੋ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਇਹਨਾਂ ਨੂੰ ਦੱਸ ਦਈਦਾ, ਇਹ ਹੈਂਡਲ ਕਰਦੇ। ਜਿਵੇਂ ਇੰਡੀਵਿਜੂਅਲ ਸੇਵਾ ਦੇ ਤੌਰ ਤੇ ਨੌਜਵਾਨ ਪੁੱਜੇ ਹੋਏ ਆ, ਤਾਂ ਇਹਨਾਂ ਤੋਂ ਇਲਾਵਾ ਕੋਈ ਸਰਕਾਰ ਦੇ ਵੱਲੋਂ ਜਾਂ ਕਿਸੇ ਹੋਰ ਸੰਸਥਾ ਦੇ ਵੱਲੋਂ ਵੀ ਕੋਈ ਡਾਕਟਰ ਮੁਹੱਈਆ ਕਰਵਾਏ ਜਾ ਰਹੇ ਆ? ਹਾਂਜੀ, ਸੰਸਥਾ ਆਪੋ ਆਪਣੀਆਂ ਦੇਖੋ, ਜਿਸ ਤਰ੍ਹਾਂ ਸੇਵਾ ਦੇ ਆਧਾਰ ਤੇ ਜਿਸ ਤਰ੍ਹਾਂ ਕੋਈ ਪਿੰਡ ਸਿਲੈਕਟ ਕਰਦਾ ਕਿ ਮੈਂ ਇਸ ਪਿੰਡ ਦੇ ਵਿੱਚ ਸੇਵਾ ਦੇਣੀ ਹੈ ਜਾਂ ਮੈਂ ਇਸ ਪਿੰਡ ਦੇ ਵਿੱਚ ਕਰਨੀ ਹੈ, ਆਉਂਦੇ ਆ, ਕਾਫੀ ਸੰਸਥਾਵਾਂ ਆਉਂਦੀਆਂ ਵਾ। ਪਰ ਜਿਸ ਦਿਨ ਤੋਂ ਅਸੀਂ ਦੇਖ ਰਹੇ ਹਾਂ ਵੀ ਡਾਕਟਰ ਸਾਹਿਬ ਸਾਡੇ ਟੱਚ ਦੇ ਵਿੱਚ ਨੇ, ਡਾਕਟਰ ਸਾਹਿਬ ਉਸ ਦਿਨ ਤੋਂ ਸੇਵਾ ਲਗਾਤਾਰ ਨਿਭਾ ਰਹੇ ਨੇ। ਹਾਂਜੀ ਡਾਕਟਰ ਸਾਹਿਬ, ਕੀ ਲੱਗਦਾ ਕਿ ਕਿਹੜੀਆਂ ਇਸ ਵੇਲੇ ਜਿਹੜੀਆਂ ਪਸ਼ੂਆਂ ਦੇ ਵਿੱਚ ਪਾਣੀ ਖੜਨ ਕਰਕੇ ਬਿਮਾਰੀਆਂ ਪੈਦਾ ਹੋ ਚੁੱਕੀਆਂ ਨੇ? ਇੱਕ ਤਾਂ ਜੀ ਇਹਨਾਂ ਨੂੰ ਇਨਫੈਕਸ਼ਨ ਬਹੁਤ ਹੋ ਰਿਹਾ ਹੈਗਾ, ਸਟ੍ਰੈਸ 'ਚ ਬਹੁਤ ਆ ਰਹੇ ਆ ਪਸ਼ੂ, ਤੇ ਇੱਕ ਇਹਨਾਂ ਨੂੰ ਮੂੰਹ ਖੁਰ ਦੀ ਬਿਮਾਰੀ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਖਤਰਾ ਹੋਇਆ ਪਿਆ, ਗਲ ਘੋਟੂ ਦਾ, ਕਿਉਂਕਿ ਜਿਹੜੇ ਆਪਣੇ ਬੋਰ ਸੀਗੇ ਉਹ ਸਾਰੇ ਬੰਦ ਹੋ ਚੁੱਕੇ ਨੇ, ਕਿਉਂਕਿ ਲਾਈਟ ਆ ਨਹੀਂ ਰਹੀ, ਬੋਰਾਂ 'ਚ ਪਾਣੀ ਪੈ ਗਿਆ, ਹੜ੍ਹਾਂ ਦਾ ਬੋਰ ਚੱਲ ਨਹੀਂ ਰਹੇ, ਪਸ਼ੂਆਂ ਨੂੰ ਪਾਣੀ ਹੜ੍ਹਾਂ ਵਾਲਾ ਹੀ ਪੀਣ ਤੇ ਮਜਬੂਰ ਹੋਏ ਪਏ ਪਸ਼ੂ ਵੀ, ਤੇ ਉਹਦਾ ਕਰਕੇ ਇਹਨਾਂ ਨੂੰ ਬਿਮਾਰੀਆਂ ਬਹੁਤ ਆ ਰਹੀਆਂ ਨੇ। ਜਿਵੇਂ ਮੰਨ ਲਓ ਮੂੰਹ ਖੁਰ ਦੀ, ਗਲ ਘੋਟੂ ਦੀ ਹੋ ਗਿਆ, ਜਾਂ ਜ਼ਿਆਦਾ ਕੇਸ ਆ ਰਿਹਾ ਸੱਪ ਲੜਨ ਕਰਕੇ ਮੌਤ ਹੋਈ ਆ। ਬੰਡਾਲੇ ਪਿੰਡ ਕੱਲ ਇੱਕ ਵੀਰ ਦੀ ਮੱਝ ਦੀ ਮੌਤ ਹੋ ਗਈ, ਸੱਪ ਲੜ ਕੇ ਮੌਤ ਹੋ ਗਈ। ਬੁਖਾਰ ਸਾਰਿਆਂ ਤੋਂ ਵੱਧ ਬੁਖਾਰ ਦੀ ਆ ਰਹੀ ਆ, ਟੈਂਪਰੇਚਰ ਬਹੁਤ ਜ਼ਿਆਦਾ ਹੋ ਰਹੇ ਹੈਗੇ, ਪਸ਼ੂਆਂ ਦਾ ਸਟ੍ਰੈਸ 'ਚ ਬਹੁਤ ਆ ਰਹੇ ਆ, ਮਸਟਾਈਟਿਸ ਬਹੁਤ ਆ ਰਹੀ ਹੈਗੀ, ਚਿਚੜਾਂ ਦੀਆਂ ਬਿਮਾਰੀਆਂ ਬਹੁਤ ਆ ਰਹੀਆਂ ਨੇ। ਉਹਦਾ ਕਰਕੇ ਵੀ ਜ਼ਿਆਦਾ ਹੁਣ ਅਸੀਂ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਆ, ਕੋਈ ਵੀ ਆਪਣੇ NRI ਵੀਰ ਨੇ, ਕੋਈ ਦਾਨੀ ਸੱਜਣਾ, ਇਹਦਾ ਰੀਜ਼ਨ ਕੀ ਜਾਪਦਾ ਹੈ ਜਿਹੜਾ ਤੁਸੀਂ ਦੱਸਿਆ ਕਿ ਪਸ਼ੂਆਂ ਨੂੰ ਇਸ ਤਰੀਕੇ ਦੀਆਂ ਬਿਮਾਰੀਆਂ ਹੋ ਰਹੀਆਂ ਨੇ? ਇਹਦਾ ਰੀਜ਼ਨ ਕੀ ਮੰਨਦੇ ਹੋ ਕਿ ਅਸਲ? ਇਹ ਇੱਕ ਤਾਂ ਜੀ ਹੜ੍ਹਾਂ ਦਾ ਪਾਣੀ ਆ, ਜਿਹੜਾ ਗੰਦਾ ਪਾਣੀ ਆ। ਹੁਣ ਜਿਹੜਾ ਪਾਣੀ ਖੜ ਗਿਆ, ਮੰਨ ਲਓ ਇਹ ਜਮਾ ਖਰਾਬ ਹੋ ਗਿਆ ਪਾਣੀ, ਵਿੱਚ ਝੋਨਾ ਗਲੀ ਜਾਂਦਾ ਗਾ, ਮੱਛੀਆਂ ਬਹੁਤ, ਵਿੱਚ ਪਸ਼ੂ ਵੀ ਮਰ ਆ ਰਹੇ ਹੈਗੇ, ਉਹਨਾਂ ਦਾ ਕਰਕੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਇਹਨਾਂ ਨੂੰ। ਤੇ ਇੱਕ ਸਟ੍ਰੈਸ 'ਚ ਚਲਾ ਜਾਂਦਾ ਪਸ਼ੂ, ਜਦੋਂ ਪਾਣੀ ਸਾਫ਼ ਨਹੀਂ ਪੀਣ ਨੂੰ ਮਿਲਦਾ, ਚਾਰਾ ਇਹਨਾਂ ਦਾ ਸਾਰਿਆਂ ਦਾ ਖਰਾਬ ਹੋ ਗਿਆ, ਠੀਕ ਹੈ ਨਾ, ਮੰਨ ਲਓ ਖਰਾਬ ਚਾਰਾ ਪੈ ਰਿਹਾ ਹੈਗਾ, ਉਹਦਾ ਕਰਕੇ ਗਿੱਲੇ ਥਾਂ ਤੇ ਖੜੇ ਹੈਗੇ, ਕੋਈ ਪਾਣੀ 'ਚ ਖੜਾ, ਇੰਨੇ ਪਾਣੀ 'ਚ ਪਸ਼ੂ ਖੜੇ ਆ। ਹੁਣ ਮੰਨ ਲਓ ਚਿੱਕੜ ਆ, ਜਮਾ ਚਿੱਕੜ 'ਚ ਖੜੇ ਆ, ਉਹਦਾ ਕਰਕੇ ਪਸ਼ੂ ਸਟ੍ਰੈਸ 'ਚ ਆ ਕੇ ਬਿਮਾਰ ਹੋਣ ਲੱਗ ਜਾਂਦੇ। ਇੱਕ ਪਿਛਲੇ ਪਾਸੇ ਅਸੀਂ ਦੇਖਿਆ ਕਿ ਉੱਥੇ ਜਿਹੜੀਆਂ ਪਾਣੀ ਖੜਾ ਹੋਇਆ ਤੇ ਜਿਹੜੀਆਂ ਮੱਛੀਆਂ ਸੀ ਉਹ ਬਿਲਕੁਲ ਮਰ ਚੁੱਕੀਆਂ ਨੇ, ਕੁਝ ਤੜਫ ਰਹੀਆਂ ਨੇ, ਉਹਨਾਂ ਦਾ ਕੀ ਕਾਰਨ ਹੈ ਮੱਛੀਆਂ ਮਰਨ ਦਾ? ਉਹ ਜੀ ਐ ਆ, ਜਦੋਂ ਪਹਿਲਾਂ ਪਾਣੀ ਚੱਲ ਰਿਹਾ ਸੀਗਾ, ਵਹਾਅ ਵਗ ਰਿਹਾ ਸੀ, ਉਹ ਤਾਂ ਜਿਉਂਦੀਆਂ ਸੀਗੀਆਂ। ਜਦੋਂ ਹੁਣ ਵਹਾਅ ਰੁਕ ਗਿਆ, ਪਾਣੀ ਇੱਕ ਥਾਂ ਤੇ ਰੁਕ ਗਿਆ, ਉੱਪਰੋਂ ਅੱਗ ਵਰ ਰਹੀ ਆ, ਮੰਨ ਲਓ ਸੂਰਜ ਦੀ, ਠੀਕ ਆ, ਥੱਲੋਂ ਪਾਣੀ ਇਵੈਪੋਰੇਟ ਹੋ ਰਿਹਾ ਹੈਗਾ, ਤੇ ਇੱਕ ਜਿਹੜਾ ਝੋਨਾ ਸੀ, ਫਸਲਾਂ ਸੀ, ਉਹ ਸਾਰੀਆਂ ਗਲ ਗਈਆਂ। ਵਿੱਚ ਆਪਾਂ ਸਾਰੇ ਪੈਸਟੀਸਾਈਡ ਵਗੈਰਾ ਪਾਉਣੇ ਹੈਗੇ, ਉਹ ਜਦੋਂ ਗਲਣ ਲੱਗ ਗਿਆ, ਉਹਦਾ ਵਿੱਚ ਆਪਣਾ ਪੈਸਟੀਸਾਈਡ ਆ ਗਏ,
ਉਹਦਾ ਜ਼ਹਿਰ ਹੀ ਬਣੀ ਜਾਂਦਾ ਅੰਦਰ। ਹੁਣ ਤੁਸੀਂ ਪਾਣੀ ਦੇਖਿਆ ਹੋਊਗਾ, ਪਹਿਲਾਂ ਸਾਫ਼ ਪਾਣੀ ਆ ਰਿਹਾ ਸੀਗਾ, ਮੰਨ ਲਓ ਜਿਹੜਾ ਮਿੱਟੀ ਵਾਲਾ ਪਾਣੀ ਆ ਰਿਹਾ ਸੀਗਾ, ਹੁਣ ਜਿੱਥੇ ਵੀ ਪਾਣੀ ਖੜਾ ਦੇਖੋਗੇ ਜਮਾਂ ਐਨ ਕਾਲਾ ਗਾ, ਜਿਵੇਂ ਤੇਜ਼ਾਬ ਵਾਲਾ ਪਾਣੀ ਹੁੰਦਾ ਗਾ। ਉਹ ਹੁਣ ਮੱਛੀਆਂ ਜਦੋਂ ਉਹ 'ਚ ਰਹਿਣਗੀਆਂ ਤਾਂ ਉਹਨਾਂ ਨੇ ਮਰਨਾ ਹੀ ਆਟੋਮੈਟਿਕਲੀ। ਉਹਦੇ ਨਾਲ ਬਿਮਾਰੀਆਂ ਦਾ ਖਤਰਾ ਹੋਰ ਵੀ ਬਹੁਤ ਜ਼ਿਆਦਾ ਹੋ ਰਿਹਾ ਜੀ। ਜਿਵੇਂ ਜੋ ਵੀ ਇੱਥੇ ਰਹਿ ਰਹੇ ਆ, ਜਿਵੇਂ ਹੁਣ ਆਹ ਘਰ ਨੇ, ਇਹਨਾਂ ਨੂੰ ਬਹੁਤ ਜ਼ਿਆਦਾ ਖਤਰਾ, ਕਿਉਂਕਿ ਇੱਕ ਤਾਂ ਮੱਛਰ ਬਹੁਤ ਜ਼ਿਆਦਾ ਹੋਈ ਜਾਂਦਾ, ਡੇਂਗੂ ਮਲੇਰੀਏ ਦਾ, ਠੀਕ ਹੈ। ਪਸ਼ੂਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਨੇ, ਤੇ ਜਦੋਂ ਇਹ ਪਾਣੀ ਖੜਾ ਰਹੂਗਾ ਇਹਦੇ 'ਚੋਂ ਸਮੈਲ ਇੰਨੀ ਗੰਦੀ। ਹੁਣ ਤੁਸੀਂ ਇੱਥੇ ਖੜੇ ਹੋ, ਤੁਹਾਨੂੰ ਮਹਿਸੂਸ ਹੋ ਰਿਹਾ, ਆਪਾਂ ਜਿਹੜੇ ਬੰਦਾ ਇੱਥੇ ਗਰਾਊਂਡ ਤੇ ਆ ਉਹ ਬੰਦੇ ਨੂੰ ਮਹਿਸੂਸ ਹੋਊਗਾ। ਇਹਦਾ ਕਰਕੇ ਆਪਾਂ ਨੂੰ ਬੰਦਿਆਂ ਨੂੰ ਵੀ ਇਹ ਤੋਂ ਬਹੁਤ ਖਤਰਾ ਹੋ ਰਿਹਾ ਹੈਗਾ ਵੀ ਬਿਮਾਰੀ ਲੱਗਣ ਦਾ, ਪਸ਼ੂਆਂ ਨੂੰ ਵੀ ਬਹੁਤ ਜ਼ਿਆਦਾ ਖਤਰਾ। ਡਾਕਟਰੀ ਕਿੱਤੇ ਦੇ ਨਾਲ ਤੁਸੀਂ ਖਾਸ ਤੌਰ ਤੇ ਜੁੜੇ ਹੋਏ ਹੋ, ਤਾਂ ਕੀ ਲੱਗਦਾ ਕਿ ਭਵਿੱਖ ਦੇ ਵਿੱਚ ਪਸ਼ੂਆਂ ਦੇ ਤੇ ਆਮ ਲੋਕਾਂ ਦੇ ਬਚਾਅ ਵਾਸਤੇ ਕਿਸ ਤਰੀਕੇ ਦੇ ਉਪਰਾਲਿਆਂ ਦੀ ਜ਼ਰੂਰਤ ਆ? ਹੁਣ ਦੇਖੋ ਜੀ, ਜਿਹੜੇ ਆਪਣੇ ਕੋਈ ਵੀ ਬੰਦੇ ਆਪਣੇ ਆ ਰਹੇ ਆ ਲੰਗਰ ਵਗੈਰਾ ਲੈ ਕੇ, ਪਹਿਲਾਂ ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਲੰਗਰ ਹੁਣ ਆਪਾਂ ਬੰਦ ਕਰ ਦਈਏ, ਕਿਉਂਕਿ ਬਹੁਤ ਸਾਰਿਆਂ ਕੋਲ ਰਾਸ਼ਨ ਬਹੁਤ ਪਹੁੰਚ ਗਿਆ। ਰਾਸ਼ਨ ਬੰਦ ਕਰਕੇ ਸਾਰਿਆਂ ਤੋਂ ਪਹਿਲਾਂ ਜ਼ਰੂਰਤ ਆ ਵੀ ਟੀਮਾਂ ਬਣਾਈਆਂ ਜਾਣ। ਹਰੇਕ ਪਿੰਡ 'ਚ ਜਿੱਥੇ ਜਿੱਥੇ ਹੜ੍ਹ ਆਏ ਆ, ਉਹ ਪਿੰਡਾਂ 'ਚ ਟੀਮਾਂ ਬਣਾਈਆਂ ਜਾਣ। ਮਨੁੱਖਾਂ ਦੇ ਡਾਕਟਰਾਂ ਦੀਆਂ ਅੱਡ ਟੀਮਾਂ ਹੋਣ, ਉਹਨਾਂ ਦੇ ਕੈਂਪ ਲੱਗਣ ਦਵਾਈਆਂ ਦੇ, ਤੇ ਪਸ਼ੂਆਂ ਦੇ ਡਾਕਟਰਾਂ ਦੀਆਂ ਅੱਡ ਟੀਮਾਂ ਬਣਨ, ਉਹਨਾਂ ਦੇ ਅਲੱਗ ਕੈਂਪ ਲੱਗਣ, ਤੇ ਉਹਨਾਂ ਦੀਆਂ ਵੈਕਸੀਨੇਸ਼ਨ ਵਗੈਰਾ ਕੀਤੀ ਜਾਵੇ। ਸਾਰੇ ਪਸ਼ੂਆਂ ਦੀਆਂ ਜੋ ਮੰਨ ਲਓ ਸਹੀ ਪਸ਼ੂ ਨੇ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ। ਜੋ ਬਿਮਾਰ ਆ ਉਹਨਾਂ ਨੂੰ ਅਲੱਗ ਕੱਢ ਕੇ ਉਹਨਾਂ ਦਾ ਹੋਏ ਜੇ ਹਿਸਾਬ ਨਾਲ ਟ੍ਰੀਟਮੈਂਟ ਚੱਲੇ। ਜਿਵੇਂ ਤੁਸੀਂ ਪਹਿਲੇ ਦਿਨ ਤੋਂ ਗਰਾਊਂਡ ਤੇ ਵਿਚਰ ਰਹੇ ਹੋ, ਉਹਨਾਂ ਚੀਜ਼ਾਂ ਦਾ ਪ੍ਰਬੰਧ ਕਰ ਰਹੇ ਹੋ, ਤਾਂ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਵੱਲੋਂ ਟ੍ਰੀਟਮੈਂਟ ਕੀਤਾ ਜਾ ਰਿਹਾ। ਕੀ ਲੱਗਦਾ ਕਿ ਇਸ ਵੇਲੇ ਤੁਹਾਨੂੰ ਕਿਹੜੀਆਂ ਚੀਜ਼ਾਂ ਲੋੜੀਂਦੀਆਂ ਨੇ ਤਾਂ ਜੋ ਚੀਜ਼ਾਂ ਤੁਹਾਡੇ ਤੱਕ ਪਹੁੰਚ ਸਕਣ ਔਰ ਤੁਸੀਂ ਅੱਗੇ ਇਲਾਜ ਕਰ ਸਕੋ? ਸਾਨੂੰ ਪਹਿਲਾਂ ਤਾਂ ਜੀ ਸਾਰਿਆਂ ਤੋਂ ਪਹਿਲਾਂ ਵੈਕਸੀਨ ਦੀ ਬਹੁਤ ਜ਼ਿਆਦਾ ਲੋੜ ਆ। ਮੂੰਹ ਖੁਰ ਦੀ ਵੈਕਸੀਨ ਹੋ ਗਈ ਮੰਨ ਲਓ, ਤੇ ਗਲ ਘੋਟੂ ਦੀ, ਇਹਦੀ ਬਹੁਤ ਜ਼ਿਆਦਾ ਲੋੜ ਆ। ਬੁਖਾਰ ਦੀਆਂ ਗੋਲੀਆਂ ਹੋ ਗਈਆਂ ਮੰਨ ਲਓ, ਠੀਕ ਹੈ ਜੀ। ਤੇ ਆਪਣਾ ਇਹ ਚੀਜ਼ ਥੋੜੀ ਜਿਹੀ ਜ਼ਿਆਦਾ ਆ ਗਈ, ਜਿਵੇਂ ਆਪਣੇ ਪੈਰ ਖਰਾਬ ਹੋਣ ਲੱਗ ਜਾਂਦੇ ਆ ਪਸ਼ੂਆਂ ਦੇ, ਇੱਕ ਪੋਟਾਸ਼ੀਅਮ ਆਉਂਦਾ ਜੀ, ਉਹ ਡੱਬੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਵੀ ਵੈਸੇ ਤਾਂ ਸਾਰੀਆਂ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਸ਼ੂਆਂ ਦੀਆਂ ਦੀ, ਪਰ ਸਾਰਿਆਂ ਤੋਂ ਵੱਧ ਜ਼ਰੂਰਤ ਆ ਇਹ ਚੀਜ਼ਾਂ ਦੀ, ਮੰਨ ਲਓ ਵੈਕਸੀਨੇਸ਼ਨ ਦੀ, ਬੁਖਾਰ ਦੀਆਂ, ਤੇ ਇੱਕ ਮੱਛਰਾਂ ਦੇ ਪ੍ਰਬੰਧ ਲਈ ਮੰਨ ਲਓ ਜੇ ਕੋਈ ਦਾਨੀ ਵੀਰ ਦੇ ਸਕਦਾ, ਆਪਾਂ ਨੂੰ ਫੌਗਿੰਗ ਮਸ਼ੀਨਾਂ ਆਉਂਦੀਆਂ ਨੇ ਜੀ, ਉਹ ਅਸੀਂ ਅੱਜ ਪਤਾ ਕੀਤਾ ਆਪਦੇ ਤੌਰ ਤੇ, ਆਪਦੇ ਪ੍ਰਾਈਵੇਟ ਤੌਰ ਤੇ। ਵੈਸੇ ਤਾਂ ਉਹ 5800 6000 ਦੀ ਮਸ਼ੀਨ, ਤੇ ਉਹ ਵੀਰ ਕਹਿੰਦੇ ਵੀ ਤੁਹਾਨੂੰ ਵੀ ਜਿਹੜੇ ਸਾਨੂੰ ਰੇਟ ਆਈ ਆ ਅਸੀਂ ਉਹੀ ਰੇਟ ਦੇ ਦਾਂਗੇ। 4500-4600 ਦੀ ਇੱਕ ਮਸ਼ੀਨ ਪੈਂਦੀ ਹੈ, ਤੇ ਉਹ ਚੀਜ਼ ਦੀ ਬਹੁਤ ਲੋੜ ਆ, ਕਿਉਂਕਿ ਜਿਵੇਂ ਜਿਵੇਂ ਮੱਛਰ ਵਧੂਗਾ ਉਵੇਂ ਉਵੇਂ ਮਲੇਰੀਆ, ਡੇਂਗੂ, ਕਿਉਂਕਿ ਬਿਮਾਰੀ ਸਾਰਿਆਂ ਤੋਂ ਵੱਧ ਮੱਖੀ ਦੇ ਮੱਛਰਾਂ ਤੋਂ ਹੀ ਲੱਗਦੀ ਆ। ਜਿਵੇਂ ਕਿਸੇ ਪਸ਼ੂ ਨੂੰ ਕੋਈ ਵੀ ਬਿਮਾਰੀ ਹੋ ਗਈ, ਉਹ ਤੋਂ ਬੈਠਾ ਉਹ ਦੂਜੇ ਪਸ਼ੂ ਤੇ ਬਹਿ ਗਿਆ, ਕਰ ਗਿਆ, ਬਿਮਾਰੀ ਬਹੁਤ ਜ਼ਿਆਦਾ ਇੱਦਾਂ ਫੈਲ ਜਾਣੀ ਹੈ ਜੀ। ਇਹ ਚੀਜ਼ ਨੂੰ ਰੋਕਥਾਮ ਲਈ ਵੀ ਆਪਾਂ ਸਪਰੇਅ ਵਗੈਰਾ ਕਰੀਏ, ਤੇ ਮੱਛਰਾਂ ਦੀ ਰੋਕਥਾਮ ਹੋਵੇ, ਤੇ ਵੈਕਸੀਨ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਵੀ ਅਸੀਂ ਸਰਕਾਰ ਨਾਲ ਮਿਲ ਕੇ, ਸੰਸਥਾਵਾਂ ਨਾਲ ਮਿਲ ਕੇ ਅਸੀਂ ਲਗਾ ਸਕੀਏ ਵੈਕਸੀਨ, ਤੇ ਪਸ਼ੂਆਂ ਨੂੰ ਬਚਾਇਆ ਜਾ ਸਕੇ। ਜਿਵੇਂ ਤੁਸੀਂ ਗਰਾਊਂਡ ਤੇ ਵਿਚਰ ਰਹੇ ਹੋ, ਤੇ ਖਾਸ ਤੌਰ ਤੇ ਜਿਹੜੇ ਗਵਰਨਮੈਂਟ ਵੱਲੋਂ ਹਾਇਰ ਕੀਤੇ ਹੋਏ ਵੈਟਰਨਰੀ ਡਾਕਟਰ ਹੁੰਦੇ ਨੇ, ਹਸਪੀਟਲ ਬਣੇ ਹੋਏ ਨੇ, ਤਾਂ ਉਹਨਾਂ ਦੇ ਵੱਲੋਂ ਕੋਈ ਇੰਤਜ਼ਾਮ ਨਜ਼ਰ ਆਉਂਦੇ ਆ ਗਰਾਊਂਡ ਤੇ ਤੁਹਾਨੂੰ? ਹਾਂਜੀ, ਜਿਹੜੇ ਪਿੰਡਾਂ 'ਚ ਉਹਨਾਂ ਦੀ ਡਿਊਟੀਆਂ ਲੱਗੀਆਂ ਵੀਆਂ ਉੱਥੇ ਉਹ ਕਰ ਰਹੇ ਨੇ। ਜਿੱਥੇ ਜਿੱਥੇ ਉਹਨਾਂ ਦਾ ਮੰਨ ਲਓ ਏਰੀਆ ਗਾ, ਉੱਥੇ ਇੰਤਜ਼ਾਮ ਕਰ ਵੀ ਰਹੇ ਆ। ਅਸੀਂ ਜਿੱਥੇ ਸਾਨੂੰ ਫੋਨ ਆ ਜਾਂਦਾ ਅਸੀਂ ਉਹਨਾਂ ਕੋਲ ਹੀ ਚਲੇ ਜਾਂਦੇ ਹੈਗੇ। ਮੰਨ ਲਓ ਜੋ ਵੀ ਸਾਨੂੰ ਪ੍ਰਾਈਵੇਟ ਤੌਰ ਤੇ ਅਗਲਾ ਸਾਦਾ, ਅਸੀਂ ਕਿਹੜਾ ਕੋਈ ਅਸੀਂ ਪੈਸੇ ਨਹੀਂ ਲੈਣੇ ਕਿਸੇ ਤੋਂ, ਨਹੀਂ, ਇਹ ਤਾਂ ਸੇਵਾ ਕਰਨੀ ਹੈਗੀ। ਮੰਨ ਲਓ ਅਸੀਂ ਸਾਰੇ ਕਿਤੇ ਜਾ ਰਹੇ ਹਾਂ ਆਪਾਂ, ਕਿਉਂਕਿ ਬਾਕੀ ਸਾਨੂੰ ਇਸ ਏਰੀਏ ਬਾਰੇ ਇੰਨਾ ਨੌਲੇਜ ਨਹੀਂ ਹੈਗੀ ਵੀ ਕੌਣ ਇੱਥੇ ਵੈਟਰਨਰੀ ਡਾਕਟਰ ਕਿਹਦੀ ਡਿਊਟੀ ਆ, ਕੌਣ ਇੱਥੇ ਵੈਟਰਨਰੀ ਆਫੀਸਰ ਆ ਨਾ, ਉਹ ਚੀਜ਼ ਨੂੰ ਲੈ ਕੇ ਉਹ ਇੱਥੇ ਦੇ ਲੋਕਲ ਬੰਦੇ ਨੂੰ ਹੀ ਪਤਾ ਉਹ ਚੀਜ਼ ਦਾ। ਤਾਂ ਬਿਲਕੁਲ ਆਪਦਾ ਸੰਪਰਕ ਨੰਬਰ ਦੱਸ ਦਿਓ ਤਾਂ ਜੋ ਕਿਸੇ ਨੇ ਤੁਹਾਡੇ ਤੋਂ ਕੋਈ ਸਲਾਹ ਲੈਣੀ ਹੋਵੇ ਜਾਂ ਸੰਪਰਕ ਕਰਨਾ ਹੋਵੇ ਕਿਸੇ ਤਰ੍ਹਾਂ ਦਾ। 98769 6113 ਜੀ। ਬਾਈ ਜੀ, ਮੈਸੇਜ ਤੁਹਾਡੇ ਵੱਲੋਂ ਕੋਈ? ਬਸ ਇਹੀ ਮੈਸੇਜ ਸਾਡੇ ਨੂੰ ਪਸ਼ੂਆਂ ਨੂੰ ਮੱਛਰਾਂ ਪੱਖੀਆਂ ਦੇ ਬਚਾਅ ਵਾਸਤੇ ਮਸ਼ੀਨਾਂ ਪ੍ਰੋਵਾਈਡ ਕਰਾਈ ਜਾਣ। ਫੌਗਿੰਗ ਵਾਲੀਆਂ ਮਸ਼ੀਨਾਂ ਆਉਂਦੀਆਂ, ਉਹਦੇ ਰਾਹੀਂ ਮੱਛਰ ਤੇ ਆਪਾਂ ਕੰਟਰੋਲ ਕਰਕੇ ਪਸ਼ੂਆਂ ਦੀਆਂ ਬਿਮਾਰੀਆਂ ਤੇ ਕੰਟਰੋਲ ਕਰ ਸਕਦੇ ਹਾਂ। ਬਿਲਕੁਲ। ਤਾਂ ਖਾਸ ਤੌਰ ਤੇ ਜਿਹੜੀਆਂ ਗਰਾਊਂਡ ਤੇ ਪਸ਼ੂਆਂ ਨੂੰ ਲੈ ਕੇ, ਆਮ ਇਨਸਾਨਾਂ ਨੂੰ ਲੈ ਕੇ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ, ਉਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਜਿਹੜਾ ਅਪੀਲ ਕੀਤੀ ਗਈ ਹੈ, ਡਾਕਟਰ ਸਾਹਿਬਾਨ ਦੇ ਨਾਲ ਵੀ ਗੱਲਬਾਤ ਕੀਤੀ ਆ। ਤਾਂ ਡਾਕਟਰ ਸਾਹਿਬ, ਅੰਤ ਦੇ ਵਿੱਚ ਕੋਈ ਮੈਸੇਜ ਤੁਹਾਡੇ ਵੱਲੋਂ? ਹਾਂਜੀ, ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਾਰੀ NRI ਵੀਰਾਂ ਨੂੰ, ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ, ਜੋ ਵੀ ਪੰਜਾਬ ਲਈ ਦਰਦ ਰੱਖਦੇ ਹੈਗੇ
ਉਹਨਾਂ ਨੂੰ ਬੇਨਤੀ ਹੈ ਵੀ ਇੱਕ ਤਾਂ ਸਾਰੇ ਜਿੱਥੇ ਜਿੱਥੇ ਹੜ੍ਹ ਆਏ ਵੇ ਆ ਉਹ ਪਿੰਡਾਂ ਨੂੰ ਫੌਗਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ। ਸਾਰਿਆਂ ਤੋਂ ਪਹਿਲਾਂ ਤਾਂ ਮੱਛਰ ਮੱਖੀਆਂ ਤੋਂ ਬਚਾ ਲਈ, ਕਿਉਂਕਿ ਜੇ ਮੱਛਰ ਹੋਊਗਾ ਇਹਦੇ ਨਾਲ ਮਨੁੱਖਾਂ 'ਚ ਵੀ ਬਹੁਤ ਡਰ ਬਣਿਆ ਵਾਗਾ। ਮੰਨ ਲਓ ਮਲੇਰੀਏ ਦਾ, ਡੇਂਗੂ ਦਾ, ਵੀ ਬਿਮਾਰੀਆਂ ਬਹੁਤ ਜ਼ਿਆਦਾ ਫੈਲਣਗੀਆਂ। ਕਿਉਂਕਿ ਪਹਿਲੀ ਗੱਲ ਤਾਂ ਇੱਥੇ ਸਮੈਲ ਇੰਨੀ ਕੁ ਜ਼ਿਆਦਾ ਗੰਦੀ ਆ, ਝੋਨਾ ਇੱਥੇ ਗਲ ਰਿਹਾ ਗਾ, ਫਸਲਾਂ ਪਾਣੀ ਖੜ ਗਿਆ, ਹੁਣ ਪਾਣੀ ਤੁਰ ਨਹੀਂ ਰਿਹਾ ਗਾ, ਉਹਦਾ ਕਰਕੇ ਬਿਮਾਰੀਆਂ ਦਾ ਬਹੁਤ ਜ਼ਿਆਦਾ ਹੋਆ। ਤੇ ਇੱਥੇ ਅਸੀਂ ਦੂਜੇ ਡਾਕਟਰਾਂ ਨੂੰ ਵੀ ਬੇਨਤੀ ਕਰਦੇ ਆਂ, MBBS ਡਾਕਟਰਾਂ ਨੂੰ, ਵੀ ਇੱਥੇ ਆਓ ਗਰਾਊਂਡ ਤੇ ਜਿਨ੍ਹਾਂ ਦੇ ਵੈਕਸੀਨ ਵਗੈਰਾ ਲੱਗਣੀ ਆ ਸਾਰਿਆਂ ਦੇ ਵੈਕਸੀਨ ਵਗੈਰਾ ਲਾਓ, ਜਿਹੜਿਆਂ ਨੂੰ ਜ਼ਰੂਰਤ ਆ ਦਵਾਈਆਂ ਦੀ। ਮੰਨ ਲਓ ਕਈਆਂ ਦੇ ਇਨਫੈਕਸ਼ਨ ਹੋ ਗਈ ਲੋਕਾਂ ਦੇ ਜੋ ਪਾਣੀ 'ਚ ਰਹਿ ਰਹੇ ਆ, ਜਿਵੇਂ ਕੋਈ ਸੇਵਾਦਾਰ ਨੇ, ਸਾਰਿਆਂ ਦੇ ਹੱਥਾਂ ਬਾਹਾਂ ਤੇ ਛਾਲੇ ਹੋ ਰਹੇ ਆ, ਗਲ ਰਹੇ ਹੈਗੇ, ਮੰਨ ਲਓ ਬਹੁਤ ਜ਼ਿਆਦਾ ਇਨਫੈਕਸ਼ਨ ਫੈਲ ਰਹੀ ਆ, ਉਹਨਾਂ ਦਾ ਵੀ ਟ੍ਰੀਟਮੈਂਟ ਕੀਤਾ ਜਾ ਸਕੇ, ਇੰਜੈਕਸ਼ਨ ਵਗੈਰਾ ਲਗਾਏ ਜਾਣ ਉਹਨਾਂ ਦੇ, ਠੀਕ ਆ। ਤੇ ਹਰੇਕ ਘਰ ਆ ਕੇ ਇਹ ਨਹੀਂ ਹੈਗਾ। ਬਾਕੀ ਗੱਲ ਹੋ ਰਹੀ, ਜੋ ਵੀ ਬੰਦਾ ਸੇਵਾ ਲੈ ਕੇ ਆ ਰਿਹਾ, ਸਾਰਿਆਂ ਨੂੰ ਉਹਨਾਂ ਨੂੰ ਬੇਨਤੀ ਹੈ, ਪਹਿਲੀ ਗੱਲ ਜੇ ਤੁਸੀਂ ਪਿੰਡੋਂ ਤੁਰਨ ਲੱਗੇ ਹੋ, ਸਾਰਿਆਂ ਤੋਂ ਪਹਿਲਾਂ ਤਾਂ ਉੱਥੋਂ ਦੇ ਜਿਹੜੇ ਪਿੰਡ 'ਚ ਆਪਾਂ ਜਾਣਾ ਉੱਥੋਂ ਦੇ ਲੋਕਲ ਬੰਦੇ ਨਾਲ ਸੰਪਰਕ ਕਰੋ। ਕੋਈ ਸਰਪੰਚ ਆ, ਕੋਈ ਮੈਂਬਰ ਆ, ਜਾਂ ਵੈਸੇ ਕੋਈ ਲੋਕਲ ਬੰਦਾ ਹੈਗਾ, ਕੋਈ ਸੰਸਥਾ ਨਾਲ ਸੰਪਰਕ ਕਰਕੇ ਫੇਰ ਆਓ। ਫਿਰ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ, ਉਹ ਚੀਜ਼ ਲੈ ਕੇ ਆਓ। ਇਹ ਨਹੀਂ ਹੈਗਾ ਵੀ ਆਪਾਂ ਇੱਕ ਦੂਜੇ ਦੇ ਪਿੱਛੇ ਲਾ ਕੇ ਵੀ ਆਪਾਂ ਰਾਸ਼ਨ ਹੀ ਚੱਕੀ ਲੈ ਕੇ ਆਉਣਾ। ਇੱਥੇ ਅਸੀਂ ਦੇਖਿਆ ਵੀਰੇ ਰਾਸ਼ਨ ਦੀ ਇੰਨੀ ਕੁ ਦੁਰਵਰਤੋਂ ਹੋ ਰਹੀ ਹੈ ਵੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਰਾਸ਼ਨ ਲੈ ਕੇ ਕੋਈ ਨਾ ਆਓ ਵੀਰੇ। ਇੱਥੇ ਰਾਸ਼ਨ 2-2 4-4 ਮਹੀਨਿਆਂ ਦਾ ਹਰੇਕ ਦੇ ਘਰੇ ਪਿਆ ਗਿਆ ਵੀਰੇ, ਵੀ ਰਾਸ਼ਨ ਨਾ ਲੈ ਕੇ ਆਓ, ਠੀਕ ਹੈ। ਜਿਹੜੇ ਆਪਣਾ ਵੀਰਾਂ ਨੂੰ ਚਾਰ ਤੇ ਤੂੜੀ ਵੀ ਬਹੁਤ ਇੱਥੇ ਆਮ ਹੋਈ ਪਈ ਹੈਗੀ, ਹਰੇਕ ਦੇ ਘਰੇ ਪਿਆ। ਜਦੋਂ ਕਿਸੇ ਨੂੰ ਮੰਨ ਲਓ ਲੋੜ ਹੋਊਗੀ ਅਗਲਾ ਵੀਡੀਓ ਪਾ ਕੇ ਦੱਸ ਦੂਗਾ। ਸਾਰਿਆਂ ਤੋਂ ਵੱਧ ਹੁਣ ਸਾਰਿਆਂ ਨੂੰ ਬੇਨਤੀ ਹੈ ਵੀ ਅਸੀਂ 2-3 ਬੇਨਤੀਆਂ ਕਰਨੀਆਂ ਨੇ ਵੀ ਸਾਡੀ ਭਰਾ ਉਹ ਜ਼ਰੂਰ ਸੁਣ ਲਿਓ। ਇੱਥੇ ਸਾਰਿਆਂ ਤੋਂ ਪਹਿਲਾਂ ਤਾਂ ਪਸ਼ੂਆਂ ਦੀਆਂ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਵੈਕਸੀਨ ਵਗੈਰਾ ਦੀ ਜ਼ਰੂਰਤ ਆ, ਇੱਕ ਇੱਥੇ ਫੌਗਿੰਗ ਮਸ਼ੀਨਾਂ ਦੀ ਜ਼ਰੂਰਤ ਹੈ, ਇੱਕ ਮੱਛਰਾਂ ਲਈ ਮੰਨ ਲਓ ਘਰਾਂ 'ਚ ਜਿਵੇਂ ਓਡੋਮੋਸ ਹੋ ਗਈ, ਠੀਕ ਹੈ ਜੀ, ਤੇ ਕਸ਼ੂਆ ਛਾਪ ਹੋ ਗਈ, ਗੁੱਡ ਨਾਈਟ ਹੋ ਗਈਆਂ, ਅਗਰਬੱਤੀਆਂ ਹੋ ਗਈਆਂ, ਉਹ ਚੀਜ਼ਾਂ ਹਰੇਕ ਘਰੇ ਆਪੋ ਆਪ ਜਾ ਕੇ, ਹੁਣ ਤਾਂ ਕਿਉਂਕਿ ਟਰੈਕਟਰ ਵੀ ਜਾਣ ਲੱਗ ਗਏ, ਕਾਰਾਂ ਗੱਡੀਆਂ ਵੀ ਹਰੇਕ ਦੇ ਘਰੇ ਜਾਣ ਲੱਗ ਗਈਆਂ, ਠੀਕ ਹੈ। ਹੁਣ ਐ ਨਹੀਂ ਹੈ ਵੀ ਆਪਾਂ ਕਿਸ਼ਤੀ 'ਚ ਜਾਣਾ ਜਾਂ ਕਿਵੇਂ, ਆਪੋ ਆਪ ਅਗਲੇ ਦੇ ਘਰੋਂ ਘਰੀ ਪਹੁੰਚ ਕੇ ਉਹ ਪ੍ਰੋਵਾਈਡ ਕਰਕੇ ਆਓ। ਅਗਲੇ ਨੂੰ ਪੁੱਛੋ। ਇੱਕ ਲੇਡੀਜ਼ ਲਈ ਸੈਨੇਟਰੀ ਪੈਡ ਦਾ ਬਹੁਤ ਜ਼ਿਆਦਾ ਇੱਥੇ ਜ਼ਰੂਰਤ ਆ, ਉਹ ਚੀਜ਼ ਪਹੁੰਚਦੀਆਂ ਕਰੋ ਜੀ। ਦੂਜੀ ਗੱਲ ਜਿਹੜੇ ਆਪਣੇ ਮਨੁੱਖਾਂ ਦੀਆਂ ਦਵਾਈਆਂ ਨੇ, ਮੰਨ ਲਓ ਸਾਰਿਆਂ ਜ਼ਿਆਦਾ ਬੁਖਾਰ ਹੋ ਗਿਆ, ਠੀਕ ਹੈ, ਸਿਟਰਾਜਿਨ ਹੋ ਗਈ ਮੰਨ ਲਓ ਇਹਦੇ ਲਈ ਆਪਣੀ ਐਲਰਜੀ ਲਈ, ਤੇ ਆਪਣੇ ਇੰਜੈਕਸ਼ਨ ਵਗੈਰਾ ਹੋ ਗਏ ਐਲਰਜੀ ਵਗੈਰਾ ਦੇ, ਠੀਕ ਆ, ਛਾਲੇ ਹੋ ਰਹੇ ਆ, ਉਹਨਾਂ ਦੇ ਚਮੜੀ ਵਗੈਰਾ ਖਰਾਬ ਹੋ ਰਹੀ ਆ, ਚਮੜੀ ਰੋਗ ਬਹੁਤ ਆ ਰਿਹਾ ਲੋਕਾਂ 'ਚ, ਉਹ ਚੀਜ਼ ਦੀਆਂ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਹੁਣ ਆਪਣੇ ਪੰਜਾਬੀ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮੈਡੀਕਲ ਕੈਂਪ ਲਗਾਏ ਜਾਣ, ਪਸ਼ੂਆਂ ਦੇ ਵੀ ਤੇ ਮਨੁੱਖਾਂ ਦੇ ਵੀ, ਤੇ ਵੱਧ ਤੋਂ ਵੱਧ ਡਾਕਟਰਾਂ ਨੂੰ ਲੈ ਕੇ ਪਹੁੰਚੋ। ਹਰੇਕ ਪਿੰਡ 'ਚ ਕੋਈ 2-2 4-4 5-5 ਟੀਮਾਂ ਬਣਾ ਕੇ ਆਪੋ ਆਪਣੇ ਪਿੰਡ ਉਹ ਜਿਹੇ ਹਿਸਾਬ ਨਾਲ ਲੈ ਲਓ ਵੀ ਹਾਂ ਆਹ 5 ਟੀਮਾਂ ਸਾਡੀਆਂ ਜੀ, ਹਰੇਕ ਸੰਸਥਾ ਵੱਲੋਂ, ਵੀ ਉਹ ਆਪਦੇ ਪਿੰਡ ਦੀ ਆਪ ਦੇਖਭਾਲ ਕਰਨਗੇ, ਠੀਕ ਹੈ ਜੀ। ਤੇ ਦੂਜੀ ਗੱਲ ਆ, ਪਸ਼ੂਆਂ ਦੀਆਂ ਬਹੁਤ ਬਿਮਾਰੀਆਂ ਆ ਰਹੀਆਂ, ਇਹਨਾਂ ਲਈ ਬਹੁਤ ਜ਼ਿਆਦਾ ਇੱਧਰ ਧਿਆਨ ਦੇਣ ਦੀ ਲੋੜ ਆ। ਤੇ ਇੱਕ ਬੇਨਤੀ ਹੋਰ ਆ ਵੀ ਹੁਣ ਰਾਸ਼ਨ ਦੀ ਤੇ ਉਹਦੀ ਲੋੜ ਨਹੀਂ ਹੈਗੀ, ਤੇ ਆਪਾਂ ਨੂੰ ਇਸ ਤੋਂ ਬਾਅਦ ਲੋੜ ਪੈਣੀ ਆ DAP ਦੀ, ਕਣਕ ਦੇ ਬੀਜ ਦੀ, ਟਰੈਕਟਰਾਂ ਦੀ ਤੇ ਆਪਣੇ ਡੀਜ਼ਲ ਦੀ। ਉਹ ਹਜੇ ਲੋੜ ਹੈ ਨਹੀਂ, ਜਦੋਂ ਲੋੜ ਹੋਊਗੀ, ਜਦੋਂ ਪਾਣੀ ਲੱਥ ਗਿਆ, ਪਾਣੀ ਜਮਾ ਸੁੱਕ ਗਿਆ, ਉਦੋਂ ਆਪਾਂ ਇਹ ਬੰਦਿਆਂ ਦੇ ਬਾਣ ਪੱਧਰ ਕਰਕੇ ਆਪਾਂ ਇਹਨਾਂ ਦੀਆਂ ਕਣਕਾਂ ਬੀਜ ਕੇ ਜਾਣੀਆਂ ਨੇ। ਉਦੋਂ ਟਰੈਕਟਰਾਂ ਦੀ, ਡੀਜ਼ਲ ਦੀ, ਕਣਕ ਦੇ ਬੀਜ ਦੀ ਤੇ DAP ਦੀ ਬਹੁਤ ਜ਼ਿਆਦਾ ਲੋੜ ਪੈਣੀ ਆ। ਹੁਣ ਸਾਰਿਆਂ ਤੋਂ ਵੱਧ ਲੋੜ ਹੈਗਾ ਦਵਾਈਆਂ ਦੀ। ਜੋ ਵੀਰ ਆ ਸਕਦੇ ਨੇ ਦਵਾਈਆਂ ਲੈ ਕੇ ਵੱਧ ਤੋਂ ਵੱਧ ਪਹੁੰਚੋ ਜੀ। ਰਾਸ਼ਨ ਵਗੈਰਾ ਦੀ ਕਿਸੇ ਚੀਜ਼ ਦੀ ਲੋੜ ਨਹੀਂ। ਬਾਕੀ ਇੱਥੇ ਲੋਕਲ ਵੀਰੇ ਖੜੇ ਆ, ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ, ਇਹਨਾਂ ਨੂੰ ਪੁੱਛ ਲਓ ਜਿਹੜੀ ਚੀਜ਼ ਦੀ ਲੋੜ ਆ। ਬਾਕੀ ਪਤਾ ਗਰਾਊਂਡ ਤੇ ਆ ਕੇ ਲੱਗਦਾ ਜੀ, ਗਰਾਊਂਡ ਤੇ ਆਓ। ਬਾਈ ਜੀ ਕੀ ਲੱਗਦਾ ਕਿ ਇਸ ਵੇਲੇ ਗਰਾਊਂਡ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਜਾਪਦੀ ਹੈ? ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਆਪਣੇ ਨਜ਼ਰੀਏ ਤੋਂ ਕਿ ਇੱਥੇ ਪਸ਼ੂਆਂ ਦੀ ਤੇ ਬੰਦਿਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋ, ਤਾਂ ਤੁਸੀਂ ਕੀ ਦੇਖਦੇ ਹੋ ਜੀ? ਜੀ ਅਸੀਂ ਤਾਂ ਇਹੋ ਹੀ ਦੇਖਦੇ ਹਾਂ ਵੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਸੌਦੇ ਦੀ ਤਾਂ ਕੋਈ ਐਡੀ ਖਾਸ ਲੋੜ ਨਹੀਂ, ਵੀ ਸਭ ਤੋਂ ਵੱਡੀ ਪਸ਼ੂਆਂ ਵਾਸਤੇ ਇਹ ਆ ਵੀ ਜਿਵੇਂ ਮਤਲਬ ਚਾਰਾ, ਜਿਵੇਂ ਹੁਣ ਪੱਠੇ ਹੁਣ 2-3 ਮਹੀਨੇ ਤਾਂ ਹੋਣੇ ਨਹੀਂ ਇੱਥੇ, ਕਿਉਂਕਿ ਪੈਲੀਆਂ ਜਿਵੇਂ ਹੁਣ ਖਰਾਬ ਹੋ ਗਈਆਂ, ਵਿੱਚ ਪਾਣੀ ਖੜਾ, ਕਿਉਂਕਿ ਉਹਨਾਂ 'ਚ ਪੱਠੇ ਤਾਂ ਹੋਣੇ ਨਹੀਂ ਐਡੀ ਛੇਤੀ, ਜੋ ਵੱਤਰ ਆਉਣਗੀਆਂ ਫੇਰ ਹੀ ਪੱਠੇ ਹੋਣਗੇ। ਕੋਈ ਚਾਰਾ ਇਹੋ ਜਿਹਾ ਕੋਈ ਚਾਰ ਹੋਵੇ, ਕੋਈ ਵੰਡ ਮੁੰਡੇ ਇਹੋ ਜਿਹੇ ਸ਼ੈ ਮਿਲ ਜੇ ਤੇ ਉਹ ਬਹੁਤ ਸਹੀ ਹੈ ਡੰਗਰ ਵਾਸਤੇ। ਹਾਂਜੀ, ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਗੱਲਬਾਤ ਕਰਨ ਦਾ ਯਤਨ ਕੀਤਾ। ਅੱਗੇ ਵੀ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੇ, ਉਹਨਾਂ ਨੂੰ ਅਪੀਲ ਹੈ ਕਿ ਲੋੜੀਂਦੀਆਂ ਚੀਜ਼ਾਂ ਦੀ ਗਰਾਊਂਡ ਤੇ ਐਨਾਲਾਈਜ਼ ਕਰਨ ਤੋਂ ਬਾਅਦ, ਸਰਵੇਖਣ ਕਰਨ ਤੋਂ ਬਾਅਦ ਜ਼ਰੂਰਤ ਹੈ। ਔਰ ਇਸੇ ਦੇ ਮੱਦੇਨਜ਼ਰ
ਆਪਣੇ ਨਜ਼ਰੀਏ ਤੋਂ ਗਰਾਊਂਡ ਤੇ ਵਿਚਰ ਰਿਹਾ ਡਾਕਟਰ ਸਾਹਿਬਾਨ ਨੇ ਗੱਲਬਾਤ ਕੀਤੀ ਹੈ ਤਾਂ ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਜਿੱਥੇ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਪਈ ਆ ਤਾਂ ਉੱਥੇ ਹੀ ਜ਼ਹਿਰੀਲਾ ਪਾਣੀ ਵੀ ਆ ਰਿਹਾ। ਇਸੇ ਦੇ ਸੰਬੰਧ ਵਿੱਚ ਮੈਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਇਸੇ ਜ਼ਹਿਰੀਲੇ ਪਾਣੀ ਦੇ ਕਾਰਨ ਮੱਛੀਆਂ ਦੀ ਵੀ ਮੌਤ ਹੋ ਰਹੀ ਆ। ਜ਼ਹਿਰੀਲਾ ਪਾਣੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਔਰ ਕਿੰਨੀ ਵੱਡੀ ਤਾਦਾਦ ਦੇ ਵਿੱਚ ਵੱਡੇ ਵੱਡੇ ਵਜ਼ਨ ਵਾਲੀਆਂ ਵੀ ਜਿਹੜੀਆਂ ਮੱਛੀਆਂ ਨੇ ਉਹਨਾਂ ਦਾ ਨੁਕਸਾਨ ਹੁੰਦਾ ਇਸ ਜ਼ਹਿਰੀਲੇ ਪਾਣੀ ਦੇ ਨਾਲ ਨਜ਼ਰ ਆ ਰਿਹਾ ਹੈ। ਤੇ ਖਾਸ ਤੌਰ ਤੇ ਤੁਸੀਂ ਵੀ ਖੁਦ ਕਿਆਸ ਰਾਈ ਲਾ ਸਕਦੇ ਹੋ ਕਿ ਜੇ ਇਸ ਜ਼ਹਿਰੀਲੇ ਪਾਣੀ ਦੇ ਕਾਰਨ ਕੈਮੀਕਲ ਦੇ ਕਾਰਨ ਆਮ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਦਾ ਗੁਜ਼ਰਾਨ ਹੋ ਸਕਦਾ ਹੈ, ਜਿਨ੍ਹਾਂ ਮੱਛੀਆਂ ਦੀ ਮੌਤ ਇਸ ਜ਼ਹਿਰੀਲੇ ਕੈਮੀਕਲ ਦੇ ਕਾਰਨ ਹੋ ਰਹੀ ਹੈ। ਇਹ ਬਹੁਤ ਸਾਰੇ ਘਰਾਂ ਦੇ ਨੇੜੇ ਬਹੁਤ ਸਾਰੇ ਪਿੰਡਾਂ ਦੇ ਨੇੜੇ ਖੜਾ ਹੋਇਆ ਹੈ ਤਾਂ ਇਸੇ ਨੂੰ ਲੈ ਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇੱਥੋਂ ਦੇ ਹਾਲਾਤ ਦੇਖ ਸਕਦੇ ਹੋ ਕਿ ਇਸ ਕੈਮੀਕਲ ਦੇ ਕਾਰਨ ਮੱਛੀਆਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਉੱਥੇ ਆਮ ਲੋਕਾਂ ਦਾ ਕੀ ਬਣੇਗਾ। ਇਸੇ ਨੂੰ ਲੈ ਕੇ ਡਾਕਟਰੀ ਲਾਈਨ ਦੇ ਨਾਲ ਜੁੜੇ ਹੋਏ ਸਾਡੇ ਨਾਲ ਡਾਕਟਰ ਸਾਹਿਬਾਨ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਕੁਝ ਪਿੰਡ ਵਾਸੀ ਇਲਾਕਾ ਨਿਵਾਸੀ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਬੜਾ ਚਿੰਤਾ ਵਾਲਾ ਸਵਾਲ ਹੈ, ਜਿੱਥੇ ਪਾਣੀਆਂ ਦਾ ਜ਼ਿਕਰ ਹੋ ਰਿਹਾ ਸੀ, ਗੰਦਾ ਪਾਣੀ ਆ ਰਿਹਾ ਸੀ, ਮਿੱਟੀ ਵਾਲਾ ਪਾਣੀ ਆ ਰਿਹਾ ਸੀ, ਉੱਥੇ ਤੇ ਕੈਮੀਕਲ ਆਉਣਾ ਵੀ ਸ਼ੁਰੂ ਹੋ ਗਿਆ ਜੀ, ਮੱਛੀਆਂ ਦੀਆਂ ਮੌਤਾਂ ਹੋ ਰਹੀਆਂ। ਇਹ ਪਿੱਛੋਂ ਜੀ ਕਾਲਾ ਪਾਣੀ ਆ ਰਿਹਾ ਹੁਣ ਜੀ, ਆ ਦੇਖੋ ਤੁਹਾਡੇ ਸਾਹਮਣੇ ਆ ਮੱਛੀਆਂ ਸਾਰੀਆਂ ਮਰੀਆਂ ਪਈਆਂ ਨੇ, ਆ ਸਾਰਾ ਪਾਣੀ ਦਿਖਾ ਦਿਓ, ਜਮਾ ਕਾਲਾ ਪਾਣੀ ਆਈ ਜਾਂਦਾ ਜੀ। ਇਹ ਪਿੱਛੋਂ ਹੀ ਆ ਰਿਹਾ, ਜੋ ਕੋਈ ਪਿੱਛੋਂ ਸਿੱਟ ਰਿਹਾ ਪਾਣੀ ਇਹਦੇ 'ਚ, ਕੋਈ ਬੁੱਢੇ ਨਾਲੇ ਦਾ ਆ ਰਿਹਾ ਜਾਂ ਕਿਸੇ ਫੈਕਟਰੀਆਂ ਦਾ ਆ ਰਿਹਾ, ਉਹਦਾ ਕਰਕੇ ਇਹ ਨੁਕਸਾਨ ਹੋ ਰਿਹਾ ਗਾ। ਇਸੇ ਕਾਲੇ ਪਾਣੀ ਦੇ ਕਰਕੇ ਨਾ ਮੱਛੀਆਂ ਦੀਆਂ ਮੌਤਾਂ ਹੋ ਰਹੀਆਂ। ਹਾਂਜੀ, ਇਹਦੇ ਕਰਕੇ ਜੀ। ਕੁਛ ਵਿੱਚ ਆਇਆ ਨਾ ਵੀ ਜਿਹੜਾ ਝੋਨਾ ਹੁਣ ਗਲ ਰਿਹਾ ਹੈਗਾ, ਮੰਨ ਲਓ ਜਿਹੜੀਆਂ ਫਸਲਾਂ ਸੀ ਉਹ ਗਲ ਰਹੀਆਂ, ਉਹਨਾਂ ਦਾ ਵੀ ਵਿੱਚ ਇਹਨਾਂ ਤੋਂ ਕਿਉਂ ਤੁਰਿਆ ਨਹੀਂ ਜਾਂਦਾ। ਹੁਣ ਜਦੋਂ ਪਾਣੀ ਥੱਲੇ ਬਹਿ ਗਿਆ, ਅੱਗੇ ਤਾਂ ਪਾਣੀ ਸੀਗਾ, ਪਾਣੀ ਦੇ ਵਿੱਚ ਤੁਰੀਆਂ ਫਿਰਦੀਆਂ ਸੀਗੀਆਂ, ਪਾਣੀ ਹੁਣ ਥੱਲੇ ਬਹਿ ਗਿਆ ਤੇ ਉਹ ਝੋਨੇ ਦੇ ਵਿੱਚ ਫਸ ਜਾਂਦੀਆਂ ਨੇ। ਤੇ ਕੁਛ ਕੈਮੀਕਲ ਵਾਲਾ ਪਾਣੀ ਜਮਾ ਐਨ ਕਾਲਾ ਬਣਿਆ ਪਿਆ ਜੀ, ਪਾਣੀ ਜਮਾ ਖੜ ਗਿਆ, ਪਾਣੀ ਜਮੀ ਕੈਮੀਕਲ ਆ ਦੇਖੋ ਤੁਸੀਂ ਇੱਧਰ, ਤੇ ਉਹਦਾ ਕਰਕੇ ਮੌਤਾਂ ਹੋ ਰਹੀਆਂ। ਇਹਨਾਂ ਦੀਆਂ ਢੇਰ ਹੀ ਲੱਗੇ ਪਏ ਆ ਇੱਥੇ ਮੱਛੀਆਂ ਦੇ। ਮੰਨ ਲਓ ਹਰੀਕੇ ਪੱਤਨ ਨੂੰ ਆਮ ਕਰਕੇ ਇਸ ਗੱਲ ਦੇ ਵਿੱਚ ਮਕਬੂਲੀਅਤ ਦਿੱਤੀ ਜਾਂਦੀ ਹੈ ਕਿ ਇੱਥੇ ਮੱਛੀਆਂ ਲੋਕ ਖਾਂਦੇ ਨੇ, ਇੱਥੇ ਬਹੁਤ ਸਾਰੀਆਂ ਦੁਕਾਨਾਂ ਸ਼ਾਪਸ ਬਣੀਆਂ ਹੋਈਆਂ ਨੇ, ਮੱਛੀਆਂ ਦੀ ਵਿਕਰੀ ਹੁੰਦੀ ਹੈ। ਪਰ ਕੀ ਲੱਗਦਾ ਕਿ ਜਿਹੜੀ ਇਸ ਕੈਮੀਕਲ ਦੇ ਵਿੱਚੋਂ ਫੜ ਕੇ ਕੋਈ ਮੱਛੀ ਖਾਊਗਾ ਜਾਂ ਕਿਸੇ ਨੂੰ ਅੱਗੇ ਖਵਾਈ ਜਾਊਗੀ, ਉਹ ਤੰਦਰੁਸਤ ਰਹਿ ਜਾਊਗਾ? ਨਹੀਂ, ਉਹਨਾਂ ਦਾ ਸਿੱਧਾ ਕੈਂਸਰ ਹੀ ਹੋਊਗਾ ਜੀ, ਬਿਮਾਰੀਆਂ ਹੀ ਲੱਗਣਗੀਆਂ। ਉਹ ਤਾਂ ਆਪਦੀ ਮੌਤ ਨੂੰ ਆਪ ਹੀ ਸੱਦਾ ਦੇ ਰਹੇ ਆ, ਫਿਰ ਜੇ ਇਹੋ ਜੀ ਮੱਛੀ ਖਾਣਗੇ ਤਾਂ ਉਹ। ਤੇ ਇਹ ਹੁਣ ਸੋਚਣਾ, ਲੋਕਾਂ ਨੂੰ ਵੀ ਸੋਚਣਾ ਚਾਹੀਦਾ ਜੀ। ਤੇ ਬਾਕੀ ਪਾਣੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ, ਜਮਾ ਕਾਲਾ ਹੀ ਹੋਇਆ ਪਿਆ, ਜਮਾ ਨਿਰਾ ਕੈਮੀਕਲ ਹੀ ਚੱਲ ਰਿਹਾ ਹੈਗਾ। ਬਦਬੂ ਵੀ ਬਹੁਤ ਜ਼ਿਆਦਾ ਆ ਰਹੀ, ਖੜਿਆ ਨਹੀਂ ਜਾ ਰਿਹਾ ਇੱਥੇ, ਖੜਾ ਨਹੀਂ ਜਾ ਰਿਹਾ ਜੀ ਕਿਸੇ ਤੋਂ ਵੀ। ਆ ਬਾਈ ਜਿਨ੍ਹਾਂ ਦੇ ਇੱਥੇ ਘਰ ਆ, ਸਾਨੂੰ ਪਤਾ ਵੀ ਇਹ ਕਿਵੇਂ ਖੜੇ ਆ, ਕਿਵੇਂ ਇੱਥੇ ਰਹਿ ਰਹੇ ਨੇ। ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਅੱਜ ਬੰਡਾਲਾ ਪਿੰਡ ਤੋਂ ਆਏ ਸੀਗੇ, ਉੱਥੇ ਜਾ ਕੇ ਆਏ ਆ। ਉੱਥੇ ਜਿਹੜਾ ਪਾਣੀ ਚੱਲ ਰਿਹਾ ਪੁਲੀਆਂ ਦੇ ਥੱਲੋਂ ਦੀ, ਜਮਾ ਐਨ ਜਿਵੇਂ ਕਾਲਾ ਮੁਗਲੈਲ ਹੁੰਦਾ ਨਾ, ਇੰਜਨ ਵਾਲਾ ਕਾਲਾ ਤੇਲ, ਜਮਾ ਉਹਦੇ ਨਾਲ ਦਾ ਹੀ ਆ। ਗੰਦੀ ਝੱਗ ਚੱਲ ਰਹੀ ਆ, ਉਹਦੇ 'ਚ ਬਹੁਤ ਜ਼ਿਆਦਾ ਸਮੈਲ ਆ ਰਹੀ ਆ। ਸਾਰੀ ਜਿੱਥੇ ਆਹ ਏਰੀਏ ਦੇ ਜਿੰਨੇ ਕੁ ਪਿੰਡ ਆ, ਸਾਰੀ ਟੋਟਲੀ 100% ਲੋਕ ਸਾਰੀ ਪਰੇਸ਼ਾਨ ਹੋਏ ਪਏ ਆ। ਇੰਨੇ ਕੁ ਜ਼ਿਆਦਾ ਸਮੈਲ ਆ, ਇਹਦੇ ਨਾਲ ਬਿਮਾਰੀਆਂ ਲੱਗਣ ਦਾ ਵੀ ਬਹੁਤ ਖਾਦਸ਼ਾ ਜੀ। ਆਮ ਕਰਕੇ ਜਿਹੜੇ ਲੋਕ ਇਸ ਵੀਡੀਓ ਨੂੰ ਦੇਖਣਗੇ, ਮੱਛੀਆਂ ਦੀਆਂ ਮੌਤਾਂ ਦੇਖਣਗੇ ਪਾਣੀ ਦੇ ਵਿੱਚ ਜਾਂ ਕੈਮੀਕਲ ਦੇ ਵਿੱਚ ਹੋਈਆਂ ਨੇ, ਤਾਂ ਉਹ ਵੀ ਕਈ ਵਾਰੀ ਆਪਦੇ ਵੱਲੋਂ ਇਹ ਸੁਝਾਅ ਦੇਣੇ ਸ਼ੁਰੂ ਕਰ ਦੇਣਗੇ ਕਿ ਜਿੱਥੇ ਪਾਣੀ ਦੀ ਖੜੋਤ ਆ ਜੇ, ਪਾਣੀ ਖੜ ਜੇ, ਉੱਥੇ ਮੱਛੀਆਂ ਦੀਆਂ ਆਮ ਹੀ ਮੌਤਾਂ ਹੋ ਜਾਂਦੀਆਂ। ਕੀ ਇਸ ਗੱਲ ਦੇ ਨਾਲ ਸਹਿਮਤੀ ਰੱਖਦੇ ਆ ਤੁਸੀਂ? ਹਾਂ, ਇਹ 50% ਚਾਂਸ ਆ ਜੀ। ਮੰਨ ਲਓ ਚਲੋ ਠੀਕ ਹੈ, ਜਿੱਥੇ ਖੜਾ ਪਾਣੀ ਹੋ ਜਾਂਦੀ ਆ ਉੱਥੇ, ਕਿਉਂਕਿ ਵਿੱਚ ਝੋਨਾ ਗਾ ਨਹੀਂ ਇਹਨਾਂ ਤੋਂ ਤੁਰਿਆ ਜਾਂਦਾ, ਪਾਣੀ ਦਾ ਲੈਵਲ ਘਟ ਰਿਹਾ ਹੈਗਾ, ਮੰਨ ਲਓ ਵੀ ਠੀਕ ਹੈ। ਪਰ ਜਿਹੜੇ ਹਿਸਾਬ ਨਾਲ ਪਾਣੀ ਕਾਲਾ ਹੋ ਰਿਹਾ ਹੈਗਾ, ਜਿਵੇਂ ਆਪਾਂ ਦੇਖ ਰਹੇ ਹੈਗੇ, ਉਸ ਹਿਸਾਬ ਨਾਲ 50% ਚਾਂਸ ਲੱਗ ਰਹੇ ਆ ਵੀ ਜਿਵੇਂ ਕੈਮੀਕਲ ਵਾਲਾ ਪਾਣੀ ਹੁੰਦਾ ਗਾ। ਕੈਮੀਕਲਾਂ ਕਰਕੇ ਮੌਤਾਂ ਹੋ ਰਹੀਆਂ ਇਹਨਾਂ ਦੀਆਂ ਮੱਛੀਆਂ ਦੀਆਂ, ਕਿਉਂਕਿ ਕੋਈ ਐ ਨਹੀਂ ਹੈਗਾ ਜਿਹੜਾ ਪਾਣੀ ਚੱਲ ਰਿਹਾ ਉਹ ਵੀ ਜਮਾ ਕਾਲਾ ਹੀ ਪਾਣੀ ਚੱਲ ਰਿਹਾ। ਬੰਡਾਲੇ ਪਿੰਡ ਜਾ ਕੇ ਆਏ ਅਸੀਂ, ਕਾਲੇ ਕੇ ਥਾੜ ਜਾ ਕੇ ਆਏ ਹੈਗੇ, ਫਤਿਹਗੜ੍ਹ ਸਭਰਾਂ 'ਚ ਹੁਣ ਖੜੇ ਆਪਾਂ, ਸਾਰਾ ਕਾਲਾ ਪਾਣੀ ਹੀ ਆ, ਸਾਰੇ ਕਿਤੇ ਹੈ। ਆਪਾਂ ਮੰਨ ਲਓ ਇੱਕ ਥਾਂ, ਚਲੋ ਮੰਨ ਲਾਂਗੇ ਵੀ ਇੱਕ ਥਾਂ ਤੇ ਵੀ ਕਾਲਾ ਪਾਣੀ ਹੋ ਗਿਆ ਜਾਂ ਕਿਵੇਂ ਵੀ ਆ, ਸਾਰੇ ਪਿੰਡਾਂ 'ਚ ਇਹੀ ਹਾਲ ਹੋਇਆ ਪਿਆ ਜੀ। ਆਮ ਕਰਕੇ ਆਪਾਂ ਅਜਨਾਲੇ ਵਾਲੇ ਪਾਸੇ, ਉਧਰ ਡੇਰਾ ਬਾਬਾ ਨਾਨਕ ਜਾਂ ਫਾਜ਼ਿਲਕਾ ਵਾਲੇ ਪਾਸੇ ਜਾਂ ਇਧਰਲੇ ਪਾਸੇ ਹੜਾਂ ਵਾਲਾ ਤੇਜ਼ੀ ਵਾਲਾ ਪਾਣੀ ਦੇਖਿਆ, ਪਰ ਉਹ ਗੰਦਾ ਸੀਗਾ, ਕਾਲਾ ਨਹੀਂ ਸੀਗਾ। ਉਹ ਕਾਲਾ ਨਹੀਂ ਸੀਗਾ, ਉਹ ਮਿੱਟੀ ਵਾਲਾ ਪਾਣੀ ਸੀਗਾ, ਜਿਵੇਂ ਪਹਾੜਾਂ ਤੋਂ ਆਪਣੇ ਅੱਗੇ ਸੂਇਆਂ ਕੱਸੀਆਂ 'ਚ ਪਾਣੀ ਆਉਂਦਾ ਨਾ,
ਉਹਦੇ ਵਾਲਾ ਆਪਣਾ ਮਿੱਟੀ ਵਾਲਾ ਪਾਣੀ ਆਪਾਂ ਲਾਲ ਪਾਣੀ ਗਏ ਨੇ ਜਿਹਨੂੰ, ਉਹ ਸੀਗਾ। ਪਰ ਇਹ ਤਾਂ ਜਮੀ ਕਾਲਾ ਆ ਰਿਹਾ ਜੀ, ਜਮਾ ਕਾਲਾ ਪਾਣੀ ਆ। ਸਮੈਲ ਬਹੁਤ ਆ ਰਹੀ ਹੈ, ਜਿੱਥੋਂ ਦੀ ਪਾਣੀ ਲੰਘ ਰਿਹਾ ਉੱਥੋਂ ਦੀ ਖੜਿਆ ਨਹੀਂ ਜਾ ਰਿਹਾ, ਇੰਨੀ ਕੁ ਗੰਦੀ ਜ਼ਿਆਦਾ ਸਮੈਲ ਆ ਰਹੀ ਆ। ਬਹੁਤ ਬੁਰਾ ਹਾਲ ਆ ਜੀ। ਬਾਈ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ ਹਾਂਜੀ। ਤੇ ਜੇ ਇਹ ਮੱਛੀਆਂ ਨਹੀਂ ਬਚੀਆਂ, ਕੀ ਲੱਗਦਾ ਕਿ ਇਸੇ ਕੈਮੀਕਲ ਦੇ ਕਾਰਨ ਫਿਰ ਤੇ ਤੁਹਾਡੇ ਪਰਿਵਾਰ ਨੂੰ ਜਾਂ ਆਮ ਕਰਕੇ ਬੱਚਿਆਂ ਨੂੰ ਵੀ ਇਹਦੇ ਨਾਲ ਨੁਕਸਾਨ ਹੈ? ਜੇ ਕੈਮੀਕਲ ਤੁਹਾਡੇ ਘਰ ਦੇ ਆਲੇ ਦੁਆਲੇ ਘੇਰਾ ਪਾ ਕੇ ਖੜ ਗਿਆ ਤੇ ਜ਼ਰੂਰ ਜੀ, ਤੁਸੀਂ ਦੇਖੋ ਇੱਥੇ ਵੀ ਆ ਕੈਮੀਕਲ ਵਾਲਾ ਪਾਣੀ ਹੈ। ਅਗਰ ਕੈਮੀਕਲ ਵਾਲਾ ਪਾਣੀ ਨਾ ਹੁੰਦਾ ਤੇ ਇਹ ਛੇਤੀ ਕੀਤੀਆਂ ਮੱਛੀਆਂ ਜਿਹੜੀਆਂ ਵਾ ਨਾ ਇਹ ਜਾਨੀ ਸਹੀ ਜਗ੍ਹਾ ਦੇ ਵਿੱਚ ਜਿੱਦਾਂ ਪਾਣੀ ਰੁਕ ਜਾਂਦਾ ਵਾ ਤੇ ਇਹ ਗਰਮ ਹੋ ਕੇ ਤਾਂ ਚਲੋ ਲਗਭਗ ਘੱਟ ਮੌਤ ਹੁੰਦੀ ਆ, ਇਹ ਕੈਮੀਕਲ ਦੇ ਨਾਲ ਹੀ ਜ਼ਿਆਦਾ ਮੌਤ ਹੋ ਰਹੀ ਆ ਮੱਛੀਆਂ ਦੀ। ਤੇ ਦੂਸਰੀ ਗੱਲ ਆ, ਜਦੋਂ ਮੈਂ ਇੱਕ ਬੇਨਤੀ ਕਰਦਾ, ਜਦੋਂ ਸਰਕਾਰਾਂ ਰੇਤਾ ਦੇ ਗੱਲ ਆਉਂਦੀ ਆ ਉਦੋਂ ਸਰਕਾਰਾਂ ਕਹਿ ਦਿੰਦੀਆਂ ਕਿ ਕਬਜ਼ਾ ਜੀ ਸਾਡਾ ਵਾ, ਅਸੀਂ ਰੇਤਾ ਚੁੱਕਣੀ ਆ, ਹੋਰ ਕਿਸੇ ਨੂੰ ਅਥਾਰਟੀ ਨਹੀਂ ਮਿਲਦੀ। ਹੁਣ ਆ ਜਿਹੜਾ ਗੰਦਾ ਪਾਣੀ ਆ ਇਹਦੀ ਅਥਾਰਟੀ ਵੀ ਇਹ ਚੁੱਕਣ, ਇਹ ਕਰਨ ਸਾਹਿਬ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ। ਆਇਆ ਕੋਈ ਪ੍ਰਸ਼ਾਸਨ ਦੇਖਿਆ ਕਿਸੇ ਨੇ ਕਿ ਬਿਮਾਰੀਆਂ ਇੱਥੇ ਲੱਗ ਰਹੀਆਂ ਵਾ, ਜਾਂ ਕਿਸੇ ਨੇ ਸਾਡਾ ਆਣ ਕੇ ਕਿਸੇ ਨੇ ਇੱਥੋਂ ਤੱਕ ਇਲਾਕੇ ਦੀ ਕਿਸੇ ਨੇ ਸਾਰ ਨਹੀਂ ਗੀ ਲਈ। ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਗੰਦਾ ਪਾਣੀ ਇਹਦਾ ਕੋਈ ਹੱਲ ਕਰਨ। ਹੁਣ ਜੇਕਰ ਇਹ ਰੇਤਾ ਜਾ ਸਕਦੇ ਤਾਂ ਗੰਦੇ ਪਾਣੀ ਦਾ ਵੀ ਹੱਲ ਇਹਨਾਂ ਹੀ ਕਰਨਾ ਵਾ। ਦੱਸੋ ਇਹਨਾਂ ਨੇ ਛੱਡਿਆ ਕੋਈ ਮੰਤਰੀ ਕੋਈ ਲੀਡਰ ਇੱਥੇ ਗੇੜਾ ਗੂੜਾ ਹੂਟਰ ਵਾਲੀਆਂ ਗੱਡੀਆਂ ਲੈ ਕੇ ਗੇੜਾ ਗੂੜਾ ਲਾਉਣ ਨਹੀਂ ਆਇਆ? ਬਾਈ ਜੀ ਹੂਟਰ ਤਾਂ ਡੇਲੀ ਵੱਜਦੇ ਆ, ਪਰ ਦੱਸੋ ਜੇ ਉਹਨਾਂ ਦੀ ਨਿਗਾਹ ਥੱਲੇ ਗਰਾਊਂਡ ਲੈਵਲ ਤੇ ਪਵੇ ਫੇਰ ਹੀ ਆ ਨਾ। ਇਹ ਤਾਂ ਉੱਪਰ ਵਾਲੇ ਹੂਟਰ ਚੱਲਦੇ ਆ ਇਹਨਾਂ ਦੇ। ਹਾਂਜੀ ਬਾਈ ਜੀ, ਆਮ ਕਰਕੇ ਜਦੋਂ ਪੰਜਾਬੀਆਂ ਦੀ ਆਪਾਂ ਗੱਲ ਕਰਦੇ ਆ ਤਾਂ ਪੰਜਾਬੀ ਬੜੇ ਖੁਰਾਕ ਦਿਲ ਹੁੰਦੇ ਨੇ, ਹਰ ਬੰਦੇ ਦੀ ਜਾਨ ਬਚਾਉਣ ਨੂੰ ਲੈ ਕੇ ਲੋਚਦੇ ਨੇ। ਖਾਸ ਤੌਰ ਤੇ ਇਹਨਾਂ ਪਸ਼ੂ ਪੰਛੀਆਂ ਦੇ ਨਾਲ ਤੇ ਬਹੁਤਾ ਪਿਆਰ ਕੀਤਾ ਜਾਂਦਾ, ਪਰ ਜਦੋਂ ਇਹਨਾਂ ਮੱਛੀਆਂ ਦੀਆਂ ਤੁਹਾਡੀਆਂ ਅੱਖਾਂ ਸਾਹਮਣੇ ਜਾਨਾਂ ਜਾ ਰਹੀਆਂ, ਉਸ ਵੇਲੇ ਤੁਸੀਂ ਕੋਈ ਯਤਨ ਨਹੀਂ ਕੀਤਾ ਇਹਨਾਂ ਨੂੰ ਬਚਾਉਣ ਵਾਸਤੇ? ਬਾਈ ਜੀ ਅਸੀਂ ਤਾਂ ਇੱਕ ਬੇਨਤੀ ਕਰ ਸਕਦੇ ਹਾਂ, ਅਗਰ ਸਾਡੇ ਵੱਸ ਹੋਵੇ ਤੇ ਅਸੀਂ ਸਾਰਾ ਕੁਝ ਕਰ ਲਈਏ, ਪਰ ਜਿੱਥੋਂ ਤੱਕ ਵੀ ਸਾਡੇ ਵੱਸ ਹੁੰਦਾ ਵਾ ਅਸੀਂ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਪਰ ਸਾਡੀ ਇੱਕ ਆਵਾਜ਼ ਉਹ ਤੁਹਾਡੇ ਜਰੀਏ ਅਸੀਂ ਚੁੱਕ ਸਕਦੇ ਹਾਂ। ਉੱਦਾਂ ਦੱਸੋ ਵੀ ਕਿਹੜਾ ਸੁਣਦਾ? ਕੋਈ ਵੀ ਨਹੀਂ ਗਾ ਸੁਣਦਾ। ਹਾਂਜੀ, ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਚੈਨਲ ਆਪਦੇ ਮਾਧਿਅਮ ਰਾਹੀਂ ਬੇਨਤੀ ਕਰੋ ਵੀ ਸਰਕਾਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਵੀ ਇਹਨਾਂ ਦਾ ਵੀ ਕੋਈ ਹੱਲ ਕੀਤਾ ਜਾਵੇ। ਇਹ ਕੈਮੀਕਲ ਵਾਲਾ ਪਾਣੀ ਛੱਡ ਕੇ ਇਹ ਕੈਂਸਰ ਨੂੰ ਸੱਦਾ ਦੇ ਰਹੇ ਆ, ਜਿਹੜੀ ਕਿ ਅੱਗੇ ਭਰਪੂਰ ਹੋ ਚੁੱਕੀ ਆ ਸਾਰੇ ਪੰਜਾਬ ਦੇ ਵਿੱਚ ਛੱਡੋ ਤੇ ਇੰਡੀਆ ਦੇ ਵਿੱਚ ਵੀ। ਹਾਂਜੀ, ਜਿਹੜਾ ਤੁਹਾਡੇ ਘਰਾਂ ਦੇ ਆਲੇ ਦੁਆਲੇ ਖੜ ਗਿਆ ਪਾਣੀ, ਇਸ ਚੀਜ਼ ਨੂੰ ਲੈ ਕੇ ਕੋਈ ਸ਼ੰਕੇ ਵੀ ਹੈਗੇ ਤੁਹਾਡੇ? ਸ਼ੰਕੇ ਬਾਈ ਜੀ ਜ਼ਰੂਰ, ਇੱਥੋਂ ਕਈ ਬਿਮਾਰੀਆਂ ਪੈਦਾ ਹੋਣੀਆਂ, ਜਿਹੜੀ ਨਹੀਂ ਵੀ ਅੱਜ ਤੱਕ ਚੱਲੀ ਉਹ ਵੀ ਪੈਦਾ ਹੋਣੀ ਹੈ। ਹਾਂਜੀ, ਕੀ ਕਹਿਣਾ ਚਾਹੋਗੇ ਬਾਈ ਜੀ? ਹਰ ਬੰਦਾ ਜਿਹੜਾ ਸੁਰੱਖਿਅਤ ਰਹਿਣਾ ਚਾਹੁੰਦਾ ਹੈ, ਪਾਣੀ ਹਵਾ ਦੋਨੇ ਚੀਜ਼ਾਂ ਉਹਦੇ ਵਾਸਤੇ ਬਹੁਤ ਲਾਜ਼ਮੀ ਹੁੰਦੀਆਂ, ਸ਼ੁੱਧ ਚਾਹੁੰਦਾ ਹੈ। ਤੇ ਖਾਸ ਤੌਰ ਤੇ ਜਦੋਂ ਮੱਛੀਆਂ ਦੀਆਂ ਜਾਨਾਂ ਗਈਆਂ, ਸਾਡੇ ਛੋਟੇ ਛੋਟੇ ਬੱਚੇ ਹੈ, ਪਰਿਵਾਰ ਹੈ, ਆਮ ਕਰਕੇ ਬਿਮਾਰੀਆਂ ਤੇ ਪਹਿਲਾਂ ਹੀ ਬਹੁਤ ਨੇ। ਲੱਗਦਾ ਨਹੀਂ ਕਿ ਇਹਦੇ ਨਾਲ ਹੋਰ ਬਿਮਾਰੀਆਂ ਲੱਗਣਗੀਆਂ? ਹੋਣਗੀਆਂ ਜੀ, ਹੋਣਗੀਆਂ, ਬਹੁਤ ਬਿਮਾਰੀਆਂ ਹੋਣਗੀਆਂ, ਜਿਨ੍ਹਾਂ ਦੀ ਜਿਹੜੀ ਬਿਮਾਰੀ ਦਾ ਇਹਨਾਂ ਨੂੰ ਟੀਕੇ ਦਾ ਹੀ ਨਹੀਂ ਪਤਾ ਲੱਗਣਾ, ਦਵਾ ਦਾ ਹੀ ਨਹੀਂ ਪਤਾ ਲੱਗਣਾ ਵੀ ਹੁਣ ਇਹਨੂੰ ਕੀ ਹੋ ਗਿਆ ਵਾ, ਵੀ ਇਹਨੂੰ ਹੁਣ ਕਾਹਦੀ ਦਵਾ ਦੇਈਏ। ਇਹੋ ਜਿਹੀਆਂ ਬਿਮਾਰੀਆਂ ਲੱਗਣੀਆਂ ਇੱਥੇ। ਹਾਂ, ਖਾਰਸ਼ ਇੰਨੀ ਹੋਈ ਜਾਂਦੀ ਆ, ਜਿਹੜਾ ਬੰਦਾ ਇੱਕ ਰਾਂ ਪਾਣੀ ਦੇ ਵਿੱਚ ਦੀ ਲੰਘ ਜਾਂਦਾ, ਚਲੋ ਦਵਾਈ ਮਿਲਦੀ ਆ, ਟੂਪਾਂ ਮਿਲਦੀਆਂ, ਪਰ ਉਹ ਟੂਪ ਨਾਲ ਫਰਕ ਹੀ ਕੋਈ ਨਹੀਂ ਪੈਂਦਾ। ਹੱਥ ਪੈਰ ਗਲੇ ਪਏ, ਸਾਰਿਆਂ ਦੇ ਮੰਦੇ ਹਾਲ ਹੋਏ ਪਏ ਆ। ਤੁਸੀਂ ਦਰਿਆਈ ਲੋਕ ਹੋ ਤੇ ਪਾਣੀ ਦੀ ਬੜੀ ਪਰਖ ਰੱਖਦੇ ਹੋ, ਕੀ ਲੱਗਦਾ ਕਿ ਕੈਮੀਕਲ ਆ ਕਿ ਇਹ ਪਾਣੀ ਆ? ਕੈਮੀਕਲ ਆ ਜੀ, ਜਿੱਥੇ ਮਰਜ਼ੀ ਚੈੱਕ ਕਰਾ ਲਓ, ਕਾਲਾ ਕੈਮੀਕਲ ਆਏ। ਸਾਡੇ ਬੋਰਾਂ 'ਚ ਪੈ ਗਿਆ ਵਾ, ਸਾਡੇ ਬੋਰਾਂ ਦੀਆਂ ਮੋਟਰਾਂ ਸਭ ਮੱਛੀ ਮੋਟਰਾਂ ਖਰਾਬ ਹੋ ਜਾਣੀਆਂ ਇਹ ਕੈਮੀਕਲ ਦੇ ਨਾਲ। ਜਿਹੜੇ ਘਰ ਵਾਲੇ ਬੋਰ ਆ ਸਾਡੇ, ਉਹਨਾਂ ਦੇ ਵਿੱਚ ਪਿਆ ਉਹ ਕਾਲਾ ਪਾਣੀ ਅਜੇ ਕੱਢੀ ਜਾਂਦੇ, ਤੁਹਾਨੂੰ ਹੁਣ ਵਿਖਾ ਦਿੰਨੇ ਚਲਾ ਕੇ। ਹਾਂ, ਸਾਡੇ ਪਸ਼ੂ ਬਿਮਾਰ ਹੋਣੇ ਅੱਗੇ ਨਹੀਂ ਸੀ ਹੋਣੇ। ਹੁਣ ਸਾਡੀਆਂ ਬੋਰਾਂ ਦਾ ਖਰਾਬ ਪਾਣੀ ਪੀਂਦੇ ਪਸ਼ੂ, ਤੇ ਨਾ ਪਸ਼ੂ ਰੱਜ ਕੇ, ਚਲੋ ਚਾਰਾ ਤਾਂ ਹੈਗਾ ਨਹੀਂ, ਜਿਹੜੀ ਤੂੜੀ ਤੇ ਦਾਣਾ ਪਾਉਣੇ ਆ ਉਹ ਵੀ ਨਹੀਂ ਪਸ਼ੂ ਚੱਜ ਨਾਲ ਖਾਂਦਾ। ਜਦੋਂ ਪਸ਼ੂ ਰੱਜ ਕੇ ਪਾਣੀ ਨਹੀਂ ਪੀਂਦਾ, ਪਾਣੀ ਪੀਊਗਾ ਪਸ਼ੂ ਤੇ ਫੇਰ ਹੀ ਗਾਂ ਚਾਰਾ ਖਾਊਗਾ। ਤੇ ਜਦੋਂ ਪਸ਼ੂ ਨੇ ਪਾਣੀ ਨਹੀਂ ਚੱਜ ਨਾਲ ਪੀਣਾ ਤੇ ਪਸ਼ੂ ਨੇ ਦੇਣਾ ਕਿ ਜਿਹੜੀ ਮੱਝ 5-5 ਕਿਲੋ ਸਾਡੀ ਇੱਕ ਡੰਗ ਦਾ ਦੁੱਧ ਦਿੰਦੀ, ਉਹ ਅੱਜ ਕਿਲੋ ਤੇ ਆਈ ਪਈ ਆ, ਉਹ ਵੀ ਛਾੜ ਮਾਰਦੀ ਚਲਾ ਕੇ ਉੱਡੀ ਦੂਰ, ਤੇ ਫੇਰ ਜੂੜ ਪਾ ਚੂੰਦੇ ਇਹਨੂੰ। ਇਹ ਪਾਣੀ ਦੇ ਨਾਂ ਤੇ ਕੈਮੀਕਲ ਪਹਿਲੀ ਵਾਰ ਆਇਆ ਕਿ ਜਾਂ ਇਦੋਂ ਪਹਿਲਾਂ ਵੀ ਆਉਂਦਾ ਰਿਹਾ? ਆਉਂਦਾ ਜੀ, ਅੱਗੇ ਵੀ ਆਉਂਦਾ। ਸਾਡੇ ਭਾਦਾ ਤਾਂ ਹਰ ਸਾਲ ਹੀ ਆ ਜਾਂਦਾ। ਸਾਨੂੰ ਤਾਂ 23 ਚ ਵੀ ਇਹੋ ਜਿਹਾ ਰਗੜਿਆ ਵਾ ਵੀ ਅਜੇ ਤੱਕ ਅਸੀਂ ਉੱਠੇ ਨਹੀਂ, ਹੁਣ ਫੇਰ ਸਾਨੂੰ ਰਗੜਤਾ ਵਾ। ਹਾਂਜੀ, ਬਹੁਤ ਹਾਲਾਤ ਮਾੜੇ ਸਾਡੇ, ਕੀ ਤੁਹਾਨੂੰ ਦੱਸੀਏ ਅਸੀਂ। ਬਾਈ ਜੀ, ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ? ਜੀ ਹਾਂਜੀ, ਆਪਣਾ ਉਹ ਘਰ ਇੱਥੇ ਆਪਣੇ ਲੱਗੇ ਹੀ ਆ। ਵੇਖੋ ਜੀ, ਇਹ ਨਾ ਸਭ ਤੋਂ ਜ਼ਿਆਦਾ ਸਰਕਾਰਾਂ ਦੀ ਨਗੇਲੀ ਆ ਵੀ ਜਦੋਂ ਸਰਕਾਰਾਂ ਡੈਮਾਂ ਦੇ ਵਿੱਚ ਪਾਣੀ ਇਕੱਠਾ ਕੀਤਾ, ਉੱਥੇ ਆਪਦੀ ਮੱਛੀ ਵੇਚਦੇ, ਨਹਿਰਾਂ 'ਚ ਵੀ ਮੱਛੀ ਵੇਚਦੇ ਆ, ਠੇਕੇ ਲੈਂਦੇ, ਕਰੋੜਾਂ ਰੁਪਈਆ ਸਰਕਾਰ ਖਾਈ ਜਾਂਦੀ ਆ। ਇੱਥੇ ਹੁਣ ਸਾਡੀਆਂ ਪੈਲੀਆਂ ਦੇ ਵਿੱਚ ਵੇਖੋ ਜੀ ਦਰਿਆ ਆ ਗਏ ਆ, ਇਹਨਾਂ ਦੇ ਕਾਰਨ। ਜਦੋਂ ਇਕੱਠਾ ਕਰਕੇ ਪਾਣੀ ਛੱਡ ਦਿੰਦੇ ਆ ਤੇ ਉਹਨਾਂ ਦੇ ਨਾਲ ਢਾਹ ਲਾ ਕੇ ਸਾਡੀਆਂ ਪੈਲੀਆਂ ਦਰਿਆ 'ਚ ਹੁੰਦੀਆਂ ਦੀਆਂ। ਅੱਜ ਜਿਵੇਂ ਗੱਲ ਤੁਸੀਂ ਕੀਤੀ ਆ ਵੀ ਇਹਨਾਂ ਮੱਛੀਆਂ ਦਾ ਤੁਸੀਂ ਬਚਾਅ ਨਹੀਂ ਕਰ ਸਕਦੇ, ਅਸੀਂ ਜੀ ਮੱਛੀਆਂ ਦਾ ਬਚਾਅ ਕਿਵੇਂ ਕਰ ਸਕਦੇ? ਅਸੀਂ ਤਾਂ ਆਪਦੇ ਬੱਚੇ ਮਾਂ ਬਚਾਏ ਆ ਭੱਜ ਗਏ।
ਜਦੋਂ ਪਾਣੀ ਆਇਆ ਅਸੀਂ ਆਪਦੇ ਬੱਚਿਆਂ ਦਾ ਬਚਾਅ ਮਹਾ ਕੀਤਾ ਗਿਆ ਉਦੋਂ। ਮੱਛੀ ਦਾ ਬਚਾਅ ਹੀ ਕਰਨਾ, ਮੱਛੀ ਦਾ ਬਚਾਅ ਕਰੇ ਸਰਕਾਰ, ਜਿਨ੍ਹਾਂ ਨੇ ਇਹਦੇ ਪੈਸੇ ਵਟਣੇ ਆ। ਅਸੀਂ ਤਾਂ ਜੇ ਸਾਡਾ ਕੋਈ ਬੰਦਾ ਮੱਛੀ ਫੜਦਾ ਵੱਜ ਜਾਂਦਾ ਉਹਨੂੰ ਪਰਚਾ ਕਰਨ ਦੇ, ਫੜ ਕੇ ਉਹਦੇ ਮੱਛੀ ਤੋਂ ਕਰਨ ਦੇ। ਜੇ ਤੁਸੀਂ ਮੱਛੀ ਨਾਲ ਤੁਹਾਡਾ ਕੋਈ ਲੈਣ ਦੇਣ ਹੀ ਨਹੀਂ, ਤੁਸੀਂ ਫੜ ਕੇ ਖਾ ਨਹੀਂ ਸਕਦੇ, ਵੇਚ ਨਹੀਂ ਸਕਦੇ, ਫਿਰ ਤੁਹਾਨੂੰ ਮੁਫਤ 'ਚ ਕਿਉਂ ਜ਼ਹਿਰ ਵੰਡਿਆ ਜਾ ਰਿਹਾ ਹੈ? ਜੀ ਇਹਦਾ ਸਰਕਾਰਾਂ ਨੂੰ ਇਹ ਚਾਹੀਦਾ ਨਾ ਵੀ ਸਰਕਾਰਾਂ ਹੀ ਵੇਚਦੀਆਂ, ਸਰਕਾਰਾਂ ਹੀ ਸਾਹਮਣੇ ਨੂੰ। ਸਾਡੇ ਤੇ ਜੇ ਕੋਈ ਰੇਤਾ ਵੇਚਦਾ, ਪੈਲੀ ਭਾਵੇਂ ਸਾਡੀ ਰੁੜ ਗਈ ਆ, ਸਾਡੀ ਸਾਰੀ ਪੈਲੀ ਰੁੜ ਗਈ ਆ, ਜੇ ਕੋਈ ਅਸੀਂ ਰੇਤਾ ਵੀ ਚੁੱਕਦੇ ਸਾਡਾ ਤਾਂ ਵੀ ਪਰਚਾ ਕਰਨ ਦੇ ਵੀ ਤੁਸੀਂ ਰੇਤਾ ਵੇਚਦੇ, ਪੈਲੀ ਸਾਡੀ ਆ ਤੇ ਪਰਚਾ ਇਹ ਕਰਦੇ ਆ। ਪਾਣੀ ਇਹਨਾਂ ਨੇ ਆ ਦਰਿਆ ਨੇ ਸਾਡੀ ਪੈਲੀ ਮੱਲੀ, ਅਸੀਂ ਨਹੀਂ ਦਰਿਆ ਮੱਲਿਆ। ਅਸੀਂ ਤਾਂ ਸਰਕਾਰਾਂ ਨੂੰ ਇਹੋ ਬੇਨਤੀ ਕਰਦੇ ਜਿਹੜਾ ਦਰਿਆ ਵਾ ਇਹਦਾ ਕੋਈ ਨਹਿਰੀ ਰੂਪ ਕਰਨ। ਜੇ ਇਹਦਾ ਅੱਜ ਨਹਿਰੀ ਰੂਪ ਕਰਦੇ, ਸਾਡੀ ਮੱਛੀ ਨਹੀਂ ਮਰਦੀ, ਇਹ ਵੀ ਨਹੀਂ ਮਰਦੀ, ਕਿਉਂਕਿ ਠੰਡੇ ਪਾਣੀ ਰਹੂਗੀ 24 ਘੰਟੇ। ਹਾਂਜੀ, ਇਹ ਪਾਣੀ ਨਹੀਂ ਆ ਰਿਹਾ, ਕਹਿੰਦੇ ਪਿੱਛੋਂ ਕੈਮੀਕਲ ਆ ਰਿਹਾ। ਇਹ ਜੀ ਜੋ ਗੰਦੇ ਨਾਲੇ ਜਿੰਨੇ ਜਲੰਧਰ ਲੁਧਿਆਣਾ ਸਾਰੇ ਆ, ਇਹ ਸਾਰੇ ਦਰਿਆਵਾਂ ਦੇ ਵਿੱਚ ਪਾਏ ਗਏ ਆ ਤੇ ਇਹ ਦਰਿਆ ਦਾ ਪਾਣੀ ਨਹੀਂ ਰਹਿ ਗਿਆ, ਇਹਦਾ ਖਤਮ ਹੋ ਗਈ ਕਹਾਣੀ। ਇਹਦਾ ਯਾਰ ਬੀਜਿਆ ਗਿਆ। ਹੁਣ ਜੇ ਨਹਿਰਾਂ ਦਾ ਰਾਸਤਾ ਨੂੰ ਪਾਣੀ ਜਾਂਦਾ, ਉਹ ਵੀ ਜਿਹੜੇ ਪੀਣਗੇ ਗਾੜੀ, ਉਹਨਾਂ ਵੀ ਮੱਛੀ ਵਾਲਾ ਕੰਮ ਉਹਨਾਂ ਨਾਲ ਬਣ ਜਾਣਾ। ਇਹ ਪੰਜਾਬ ਦੇ ਲੋਕਾਂ ਨੂੰ ਅਸੀਂ ਮਾਰਨ ਵਾਲੇ ਪਾਸੇ ਤੋਰਿਆ ਹੋਇਆ ਇਸ ਵੇਲੇ ਤਾਂ ਵੱਡੇ ਸਵਾਲੀਆ ਚਿੰਨ੍ਹ ਹੈ, ਕਿਉਂਕਿ ਜੇ ਮੱਛੀਆਂ ਨਹੀਂ ਬਚੀਆਂ ਇਸ ਕੈਮੀਕਲ ਦਾ ਕਰਕੇ ਤੇ ਫਿਰ ਜਿਹੜੇ ਆਮ ਇਨਸਾਨ ਨੇ ਉਹਨਾਂ ਦਾ ਕੀ ਹਸ਼ਰ ਹੋਵੇਗਾ। ਇਸੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਲੋਕ ਉਹ ਚਾਹੁੰਦੇ ਨੇ ਕਿ ਸਾਨੂੰ ਸ਼ੁੱਧ ਹਵਾ ਤੇ ਪਾਣੀ ਚਾਹੀਦਾ ਹੈ, ਪਰ ਵੱਡੇ ਸਵਾਲੀਆ ਚਿੰਨ੍ਹ ਸੱਤਾਧਾਰੀ ਲੋਕਾਂ ਦੇ ਉੱਪਰ ਨੇ। ਆਖਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਕੁਝ ਪੈਸਿਆਂ ਦੀ ਖਾਤਰ ਖਿਲਵਾੜ ਕਿਉਂ ਕੀਤਾ ਜਾ ਰਿਹਾ, ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਨੇ। ਪਰ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਕਿਸੇ ਮਹਿਕਮੇ ਵਾਲੇ ਦੀ, ਕਿਸੇ ਮੰਤਰੀ ਸੰਤਰੀ ਦੀ ਅੱਖ ਖੁੱਲਦੀ ਹੈ ਜਾਂ ਨਹੀਂ। ਇਸੇ ਨੂੰ ਲੈ ਕੇ तमाम ਸਾਰੀ ਜਿਹੜੀ ਜਾਣਕਾਰੀ ਹੈ ਫਤਿਹਗੜ੍ਹ ਸਭਰਾ ਤੋਂ ਤੁਹਾਡੇ ਨਾਲ ਤੁਸੀਂ ਬੰਨ ਦੀ ਸਾਂਝੀ ਕੀਤੀ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਕਿਆਸ ਰਹੀਆਂ ਨੇ। ਦੇਖਣਾ ਹੋਵੇਗਾ ਕਿ ਇਹਦੇ ਉੱਪਰ ਕਿਸ ਤਰੀਕੇ ਦਾ ਕੋਈ ਅਮਲ ਕੀਤਾ ਜਾ ਸਕਦਾ ਹੈ ਜਾਂ ਫਿਰ ਇਹ ਕਿਸੇ ਤਰੀਕੇ ਦੀ ਕੋਈ ਕਾਰਵਾਈ ਹੋਣੀ ਬਾਕੀ ਹੈ ਜਾਂ ਇਹਨੂੰ ਲੋਕ ਕਿਸ ਤਰੀਕੇ ਦੇ ਨਾਲ ਨਜਿੱਠਣਗੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਜ਼ਮੀਨੀ ਪਾਣੀ ਪ੍ਰਦੂਸ਼ਣ ਹੋਣ ਨੂੰ ਲੈ ਕੇ ਔਰ ਬਹੁਤ ਸਾਰੇ ਸਵਾਲੀਆ ਚਿੰਨ੍ਹ ਜਿਹੜੇ ਉਹ ਜੀਰਾ ਮਾਲਬਰੋਜ਼ ਫੈਕਟਰੀ ਦੇ ਉੱਪਰ ਲੱਗੇ ਹੋਏ ਨੇ। ਤਾਂ ਹਾਲ ਦੇ ਵਿੱਚ ਤਕਰੀਬਨ 2.5-3 ਸਾਲ ਤੋਂ ਜਿਹੜਾ ਜੀਰਾ ਸਾਂਝਾ ਮੋਰਚਾ ਚੱਲਦਾ ਰਿਹਾ, ਜਿਹਦੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਜੀਰਾ ਸਾਂਝਾ ਮੋਰਚਾ ਜਥੇਬੰਦੀ ਦੇ ਵੱਲੋਂ ਵੀ ਆਪਣੀ ਵੱਡੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਤਾਂ ਹਾਲ ਦੇ ਵਿੱਚ ਇੱਕ ਨਵੀਂ ਐਕਟੀਵਿਟੀ ਦੇਖਣ ਨੂੰ ਮਿਲੀ ਹੈ ਕਿ NGT ਦੇ ਵੱਲੋਂ ਇੱਕ ਆਰਡਰ ਆਇਆ, ਜਿਹਦੇ ਵਿੱਚ ਮਲਹੋਤਰਾ ਬ੍ਰਦਰ ਦੇ ਵੱਲੋਂ ਕੁਝ ਸਮਝੌਤਿਆਂ ਦੇ ਤਹਿਤ ਜੀਰਾ ਮਾਲਬਰੋਜ਼ ਫੈਕਟਰੀ ਨੂੰ ਲੈ ਕੇ ਸਾਂਝਾ ਮੋਰਚਾ ਨੂੰ ਪੇਸ਼ਕਸ਼ ਕੀਤੀ ਗਈ ਹੈ। ਪੂਰੀ ਗੱਲਬਾਤ ਕਰਾਂਗੇ। ਸਾਡੇ ਨਾਲ ਰੋਮਨ ਹੈ ਜੀਰਾ ਸਾਂਝਾ ਮੋਰਚਾ ਤੋਂ। ਰੋਮਨ ਬਾਈ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਇਹ ਆਰਡਰ ਹੈ ਇਹ ਹੈ ਕਾਹਦਾ ਆ? ਬਾਈ ਜੀ, ਜਿਹੜਾ ਕਿ ਸਾਡਾ ਕੇਸ ਚੱਲਦਾ ਸੀ NGT ਦੇ ਵਿੱਚ, ਜਿਸ ਦੀ ਪੈਰਵਾਈ ਪਬਲਿਕ ਐਕਸ਼ਨ ਕਮੇਟੀ ਕਰ ਰਹੀ ਆ ਤੇ ਉਹਦੇ ਨਾਲ ਸਾਂਝਾ ਮੋਰਚਾ ਜੀਰਾ ਪਾਰਟੀ ਆ। ਅਸੀਂ ਪਿਛਲੇ ਲੰਬੇ ਸਮੇਂ ਤੋਂ NGT ਦੇ ਵਿੱਚ ਤਰੀਕਾ ਭੁਗਤ ਰਹੇ ਆ, ਜਿਹਦੇ ਵਿੱਚ ਸਾਡੇ ਕੋਲਿਨ ਗੋਨਸਾਲਵਿਸ ਵਕੀਲ ਨੇ ਤੇ ਸਾਡਾ ਜਿਹੜਾ ਕਿ 3 ਬੈਂਚਾਂ ਦੀ ਜੱਜਾਂ ਕੋਲੇ 3 ਉਹਨਾਂ ਕੋਲੇ ਕੇਸ ਆ। ਅਸੀਂ ਪਿਛਲੀ 9 ਤਰੀਕ ਨੂੰ ਗਏ ਸੀਗੇ। ਤਰੀਕ ਦੇ ਵਿੱਚ ਜਿਹੜੇ ਕਿ ਲਾਸਟ ਪੜਾਅ ਦੇ ਵਿੱਚ ਤਰੀਕਾਂ ਚੱਲ ਰਹੀਆਂ। ਸਾਡੇ ਕੋਲੇ ਅੱਜ ਇੱਕ ਆਰਡਰ ਪਹੁੰਚਿਆ। ਆਰਡਰ ਇਹ ਆ ਵੀ ਉੱਥੇ ਵੀ ਮਾਲਬਰੋਜ਼ ਦੇ ਜਿਹੜੇ ਵਕੀਲ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਸਾਡੀ ਡਿਸਟਿਲਰੀ ਆ, ਅਸੀਂ ਇਹ ਡਿਸਟਿਲਰੀ ਆਪਣੀ ਬੰਦ ਕਰ ਰਹੇ ਹਾਂ, ਇਹਨੂੰ ਡਿਸਮੈਂਟਲ ਕਰ ਰਹੇ ਹਾਂ ਤੇ ਇਹਨੂੰ ਡਿਸਮੈਂਟਲ ਕਰ ਦੇਵਾਂਗੇ। ਤੇ ਸਾਡਾ ਜਿਹੜਾ 180 KLD ਦਾ ਇਥੋਨਲ ਪਲਾਟ ਆ ਉਸ ਦੀ ਸਾਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਇਹ ਬਾਈ ਜੀ ਪਤਾ ਕੀ ਕਰ ਰਹੇ, ਬਹੁਤ ਵੱਡੀ ਇੱਕ ਚਾਲ ਖੇਡ ਰਹੇ ਨੇ। ਇਹ ਫਾਈਨਲ ਆਰਡਰ ਨਹੀਂ ਹੈਗੇ ਕਿ ਕੁਝ ਥੋੜੇ ਕੁ ਆਰਡਰ ਆਏ ਨੇ ਕੁਝ ਇੱਕ ਡਿਸਟਿਲਰੀ ਲਈ, ਪਰ ਅਸੀਂ ਕਹਿੰਦੇ ਸਾਡੀ ਇੱਕੋ ਮੰਗ ਫੈਕਟਰੀ ਬੰਦ, ਸਾਰੀ ਫੈਕਟਰੀ ਬੰਦ ਕਰਾਉਣਾ ਚਾਹੁੰਦੇ ਆ, ਕਿਉਂਕਿ ਸਾਡੇ ਇਸ ਫੈਕਟਰੀ ਨੇ ਪਿੰਡਾਂ ਦੇ ਵਿੱਚ ਕਤਲ ਕੀਤੇ ਨੇ ਬਿਮਾਰੀਆਂ ਦੇ ਰੂਪ ਵਿੱਚ। ਉਹ ਬਿਮਾਰੀਆਂ ਦੇ ਰੂਪ ਵਿੱਚ ਸਾਡੇ ਰਾਜਵੀਰ ਮਰਿਆ, ਸਾਡੇ ਬੂਟਾ ਸਿੰਘ ਮਰਿਆ, ਸਾਡੇ 15 ਸਾਲਾਂ ਦਾ ਨੌਜਵਾਨ ਜਸਕਰਨ ਸਿੰਘ ਮਰਿਆ ਬੱਚਾ ਹਨਾ। ਹੁਣ ਬਈ ਲੜਾਈ ਇਹ ਆ ਵੀ ਇਹਨਾਂ ਨੇ ਇਹ ਡਿਸਟਿਲਰੀ ਤਾਂ ਪਹਿਲੇ ਦਿਨ ਤੋਂ ਕਹਿੰਦੇ ਸੀ ਅਸੀਂ ਬੰਦ ਕਰ ਦਿੰਨੇ ਜੀ, ਸਾਡੇ ਨਾਲ ਸਮਝੌਤਾ ਕਰ ਲਓ। ਸਾਡੀ ਲੜਾਈ ਕੱਲੀ ਡਿਸਟਿਲਰੀ ਨਹੀਂ, ਸਾਡੀ ਲੜਾਈ ਸਾਡੀ ਹਵਾ ਬਚਾਉਣੀ, ਸਾਡੀ ਲੜਾਈ ਸਾਡੀ ਮਿੱਟੀ ਬਚਾਉਣੀ। ਜਿਹੜਾ ਤੁਹਾਨੂੰ ਅੱਜ ਆਰਡਰ ਆਇਆ, ਇਸ ਤੋਂ ਪਹਿਲਾਂ ਵੀ ਤੁਹਾਨੂੰ ਪ੍ਰਪੋਜ਼ਲ ਆਇਆ ਸੀ ਕਿ ਅਸੀਂ ਇੰਨੀ ਚੀਜ਼ ਤੇ ਸਮਝੌਤਾ ਕਰਦੇ ਹਾਂ? ਮੈਨੂੰ ਬਹੁਤ ਵਾਰੀ ਉਹਨਾਂ ਨੇ ਕਿਹਾ ਜੀ, ਮਲਹੋਤਰੇ ਨੇ ਬਹੁਤ ਸੁਨੇਹੇ ਭੇਜੇ ਸੀਗੇ ਕਿਸੇ ਬੰਦਿਆਂ ਦੇ ਤਹਿਤ ਵੀ ਅਸੀਂ ਜਦੋਂ ਸਾਡਾ ਇਹ ਮੋਰਚਾ ਲੱਗਾ ਸੀਗਾ ਉਹਦੇ 2-2.5 ਮਹੀਨਿਆਂ ਵਿੱਚ ਇਹਨਾਂ ਨੇ ਕਹਿਤਾ ਸੀਗਾ ਸਾਨੂੰ ਵੀ ਅਸੀਂ ਡਿਸਟਿਲਰੀ ਬੰਦ ਕਰ ਦਿੰਨੇ ਆ, ਪਰ ਇੱਥੋਂ ਨਾਲ ਪਲਾਂਟ ਸਾਨੂੰ ਚਲਾ ਲੈਣ ਦਿਓ। ਪਰ ਅੱਜ ਉਹ ਰਿਟਨ ਸਾਡੇ ਕੋਲੇ ਆ ਗਿਆ। ਰਿਟਨ ਦੇ ਵਿੱਚ ਇਹਨਾਂ ਨੇ NGT ਦੇ ਵਿੱਚ ਉਹ ਰੱਖਿਆ ਸੀਗਾ ਤੇ ਸਾਡੇ ਕੋਲੇ NGT ਦੇ ਆਰਡਰ ਆ ਗਏ ਨੇ। ਡਿਸਟਿਲਰੀ ਬੰਦ ਹੋ ਰਹੀ ਹੈ ਪਰ ਇੱਥੋਂ ਨਾਲ ਪਲਾਂਟ ਦੀ ਸਾਡੀ ਲੜਾਈ ਉਹ ਆ।
ਸਾਡੀ ਲੜਾਈ ਸਾਡੀ ਹਵਾ ਦੀ ਆ, ਸਾਡੀ ਲੜਾਈ ਸਾਡੀ ਮਿੱਟੀ ਦੀ ਆ, ਸਾਡੀ ਲੜਾਈ ਸਾਡੀ ਪਾਣੀ ਦੀ ਆ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਆ। ਬਈ ਜੀਰਾ ਸ਼ਰਾਬ ਫੈਕਟਰੀ ਅਸੀਂ 100 ਕਰੋੜ ਰੁਪਈਆ ਮੰਗਿਆ ਆਪਦੇ ਇਲਾਕੇ ਵਾਸਤੇ, ਉਹਦੀ ਭਰਪਾਈ ਕੌਣ ਕਰੂਗਾ? ਸਾਡਾ ਪਾਣੀ ਬਰਬਾਦ ਹੋਇਆ ਉਹਦੀ ਭਰਪਾਈ ਕੌਣ ਕਰੂਗਾ? ਸਾਡੇ ਪਸ਼ੂ ਮਰੇ ਨੇ ਉਹਦੀ ਭਰਪਾਈ ਕੌਣ ਕਰੂਗਾ? ਸਾਡੇ ਪਿੰਡਾਂ ਦੇ ਵਿੱਚ ਜ਼ਹਿਰ ਫੈਲਾਈ ਆ, ਸਾਡੀ ਹਵਾ ਦੂਸ਼ਿਤ ਕੀਤੀ ਆ, ਸਾਡੀ ਮਿੱਟੀ ਦੂਸ਼ਿਤ ਕੀਤੀ ਆ, ਉਹਦੀ ਭਰਪਾਈ ਕੌਣ ਕਰੂਗਾ? ਇਹ ਮਲੋਤਰੇ ਇੱਕ ਚੋਰ ਮੋਰੀ ਥਾਣੀ ਇੱਕ ਸੌਖੇ ਰਸਤੇ ਥਾਣੀ ਨਿਕਲਣਾ ਚਾਹੁੰਦੇ ਆ, ਉਹ ਅਸੀਂ ਰਸਤੇ ਥਾਣੀ ਇਹਨੂੰ ਨਿਕਲ ਨਹੀਂ ਦੇਵਾਂਗੇ। ਇਹਨਾਂ ਨੂੰ ਚਾਹੇ ਸਾਡਾ ਇਹ ਕੇਸ ਮਾਨਯੋਗ ਸੁਪਰੀਮ ਕੋਰਟ ਵੱਲ ਜਾਵੇ, ਅਸੀਂ ਉੱਥੋਂ ਤੱਕ ਵੀ ਪੈਰਵਾਈ ਕਰਾਂਗੇ, ਅਸੀਂ ਲਾਸਟ ਤੱਕ ਪੈਰਵਾਈ ਕਰਾਂਗੇ। ਅੱਜ ਕੁਝ ਆਰਡਰ ਆਏ ਨੇ ਡਿਸਟਿਲਰੀ ਬੰਦ ਕਰਨ ਦੇ, ਡਿਸਟਿਲਰੀ ਬੰਦ ਹੋ ਰਹੀ ਆ, ਪਰ ਜਿਹੜਾ ਪੂਰੀ ਜੀਰਾ ਸ਼ਰਾਬ ਫੈਕਟਰੀ ਬੰਦ ਨਹੀਂ ਹੋਈ, ਉਹ ਬੰਦ ਕਰਾਉਣ ਵਾਸਤੇ ਸਾਡਾ ਅੱਜ ਵੀ ਸੰਘਰਸ਼ ਚੱਲ ਰਿਹਾ। ਇਹ ਸੰਘਰਸ਼ ਬਾਈ ਸਾਰੀਆਂ ਸਮਾਜਿਕ ਧਾਰਮਿਕ ਕਿਸਾਨ ਜਥੇਬੰਦੀਆਂ ਦਾ ਮੋਰਚਾ, ਇਹ ਸਾਰੇ ਪੰਜਾਬ ਦਾ ਮੋਰਚਾ। ਇਸ ਦੀ ਪੈਰਵਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਗੁਰੂ ਮਹਾਰਾਜ ਦੀ ਓਟ ਆਸਰੇ ਤੋਂ ਚੱਲੇ ਆ, ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਦੇ ਸਥਾਨਾਂ ਤੋਂ ਚੱਲੇ ਆ। ਇਹ ਫੈਕਟਰੀ ਅਸੀਂ ਉਹਨਾਂ ਤੱਕ ਉੱਥੋਂ ਨਹੀਂ ਉੱਠਾਂਗੇ ਜਦੋਂ ਤੱਕ ਇਹ ਪੂਰੀ ਫੈਕਟਰੀ ਬੰਦ ਨਹੀਂ ਹੁੰਦੀ। ਜਿੰਨਾ ਵੀ ਤੁਹਾਡਾ ਜਾਨੀ ਮਾਲੀ ਨੁਕਸਾਨ ਅਜੇ ਤੱਕ ਹੋਇਆ, ਤਾਂ ਇਸ ਚੀਜ਼ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ NGT ਦੇ ਵਿੱਚ ਵੀ ਆਰਡਰਾਂ ਦਾ ਰਿਪਲਾਈ ਦੇਣਾ ਹੈ, ਤਾਂ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ तमाम ਸਾਰੀਆਂ ਚੀਜ਼ਾਂ ਨੂੰ ਐਡ ਆਨ ਕਰੋਗੇ? ਅਸੀਂ ਆਲਰੇਡੀ ਇਹ ਚੀਜ਼ਾਂ ਮਾਨਯੋਗ NGT ਦੇ ਵਿੱਚ ਰੱਖੀਆਂ ਹੋਈਆਂ। ਅਸੀਂ NGT ਨੂੰ ਕਿਹਾ ਹੋਇਆ ਵੀ ਸਾਡੀ ਜਿਹੜੀ ਭਰਪਾਈ ਹੈ ਇਹ ਕਰਨ, ਸਾਨੂੰ 100 ਕਰੋੜ ਰੁਪਈਆ ਇਹ ਜਿਹੜਾ ਦੇਣ, ਜਿਹੜਾ ਕਿ 100 ਕਰੋੜ ਰੁਪਏ ਦਾ ਇਹਨਾਂ ਨੂੰ ਕਿਹਾ ਵੀ ਜੁਰਮਾਨਾ ਪਾਇਆ ਜਾਵੇ, ਜਿਹੜੇ ਕਿ ਸਾਡੇ ਪਿੰਡਾਂ ਦੇ ਵਿੱਚ ਦਿੱਤਾ ਜਾਵੇ ਜਿੱਥੇ ਕਿ ਲੋਕ ਬਿਮਾਰੀਆਂ ਨਾਲ ਪੀੜਤ ਨੇ। ਅੱਜ ਤੱਕ ਸਾਡੇ ਕੋਈ ਸਾਫ਼ ਪਾਣੀ ਨਹੀਂ ਮਿਲ ਰਿਹਾ, ਸਾਨੂੰ ਕੋਈ ਸਰਕਾਰ ਨੇ ਆਪਣੀ ਡਿਊਟੀ ਨਹੀਂ ਸਮਝੀ। ਮਾਨਯੋਗ NGT ਦੇ ਨਿਰਦੇਸ਼ਾਂ ਦੇ ਤਹਿਤ ਵੀ ਨਹੀਂ ਇਹਨਾਂ ਨੇ ਆਪਣੀ ਡਿਊਟੀ ਸਮਝੀ, ਕਿਉਂਕਿ NGT ਨੇ ਇੱਕ ਵਾਰੀ ਕਿਹਾ ਸੀ ਵੀ ਇਹਨਾਂ ਪਿੰਡਾਂ ਨੂੰ ਤੁਰੰਤ ਪ੍ਰਭਾਵ ਤੇ ਪਾਣੀ ਪ੍ਰੋਵਾਈਡ ਕਰਾਇਆ ਜਾਵੇ। ਇਹਨਾਂ ਨੇ ਮਹੀਨਾ ਕੁ ਟੈਂਕੀਆਂ ਚਲਾਤੀਆਂ ਪਾਣੀ ਵਾਲੀਆਂ, ਟਰੈਕਟਰਾਂ ਹੀ ਪਾਣੀ ਆਉਂਦਾ ਸੀ, ਪਰ ਉਸ ਤੋਂ ਬਾਅਦ ਕੋਈ ਵੀ ਇਹਨੇ ਪੱਕਾ ਹੱਲ ਨਹੀਂ ਕੀਤਾ। ਅਸੀਂ ਆਪਣਾ ਸਾਫ਼ ਪਾਣੀ, ਸਾਫ਼ ਹਵਾ, ਸਾਫ਼ ਮਿੱਟੀ ਚਾਹੁੰਦੇ ਆ, ਤੇ ਜਿਹੜਾ ਸਾਡਾ ਨੁਕਸਾਨ ਇਸ ਮਾਲ ਬਰੋਸ ਇੰਡਸਟਰੀ ਨੇ ਕੀਤਾ ਉਸ ਦੀ ਅਸੀਂ ਭਰਪਾਈ ਚਾਹੁੰਦੇ ਹਾਂ, ਤੇ ਉਸ ਦੀ ਭਰਪਾਈ ਵਾਸਤੇ ਇਹਨੂੰ ਇੰਡਸਟਰੀ ਨੂੰ ਬੰਦ ਕਰਵਾਉਣ ਵਾਸਤੇ ਅਸੀਂ ਲੜਦੇ ਰਵਾਂਗੇ। ਰੋਮਨ, ਇੱਕ ਖਾਸ ਤੌਰ ਤੇ ਜ਼ਿਕਰ ਤੁਹਾਡੀਆਂ ਜਥੇਬੰਦੀਆਂ ਦੇ ਵੱਲੋਂ ਜਾਂ ਜਿੰਨੇ ਵੀ ਤੁਸੀਂ ਸੰਘਰਸ਼ੀ ਸਾਂਝਾ ਮੋਰਚਾ ਜੀਰਾ ਦੇ ਰੂਪ ਦੇ ਵਿੱਚ ਬੈਠੇ ਹੋਏ ਹੋ ਕੀਤਾ ਜਾਂਦਾ ਰਿਹਾ ਕਿ ਜਿਹੜਾ ਹੇਠਾਂ ਜ਼ਮੀਨ ਦੇ ਵਿੱਚ ਬੋਰ ਕਰਕੇ ਉਹਦੇ ਵਿੱਚ ਕੈਮੀਕਲ ਪਾਇਆ ਗਿਆ, ਉਹ ਕਾਹਦੇ ਵਾਸਤੇ ਬੋਰ ਪਾਇਆ ਜਾਂਦਾ ਸੀਗਾ? ਦੇਖੋ ਜੀ, ਇਹਨਾਂ ਨੇ ਬਈ ਰਿਵਰਸ ਬੋਰਿੰਗ ਕੀਤੀ। ਇਹਨਾਂ ਨੇ 3-4 ਤਰੀਕਿਆਂ ਨਾਲ ਪਾਣੀ ਇਹਨਾਂ ਨੇ ਦੂਸ਼ਿਤ ਕੀਤਾ। ਪਹਿਲਾ ਤਰੀਕਾ ਇਹਨਾਂ ਦਾ ਸੌਖਾ ਤਰੀਕਾ ਇਹ ਸੀਗਾ ਵੀ ਨਾਲ ਇੱਕ ਸ਼ੂਗਰ ਮਿਲ ਸੀ, ਸ਼ੂਗਰ ਮਿਲ ਦੇ ਵਿੱਚ ਘੱਟੋ ਘੱਟ 8-10 ਕਿੱਲਿਆਂ ਦੇ ਵਿੱਚ ਇਹ ਖੁੱਲਾ ਪਾਣੀ ਛੱਡ ਦਿੰਦੇ ਸੀ, ਵੱਟਾਂ ਮਾਰੀਆਂ ਹੋਈਆਂ ਸੀ। ਫਿਰ ਇਹਨਾਂ ਦਾ ਤਰੀਕਾ ਸੀਗਾ ਇਹ ਟੈਂਕੀਆਂ ਭਰਦੇ ਸੀ, ਸੜਕਾਂ ਤੇ ਡੋਲ ਦਿੰਦੇ ਸੀਗੇ। ਫਿਰ ਇਹਨਾਂ ਦਾ ਤਰੀਕਾ ਹੈਗਾ ਸੀ ਇਹਨਾਂ ਦੀ ਰਿਵਰਸ ਬੋਰਿੰਗ, ਪਤਾ ਨਹੀਂ ਅਨੇਕਾਂ ਬੋਰ ਕੀਤੇ ਹੋਏ ਸੀਗੇ, ਜਿਹੜਾ ਕਿ ਜਦੋਂ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਆਇਆ ਸੀਗਾ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਬਾਈ ਜੀ ਉਹਨਾਂ ਨੇ ਸੈਂਪਲ ਜਦੋਂ ਕੀਤੇ ਸੀ, ਉਹਨਾਂ ਨੇ 17-18 ਬੋਰ ਲੱਭ ਲਏ ਸੀਗੇ, ਤੇ ਇਹ ਜਿਹੜੀ ਇਹਨਾਂ ਨੂੰ ਪਰਮਿਸ਼ਨ ਸੀ ਉਹ ਦੋਵਾਂ ਬੋਰਾਂ ਦੀ ਸੀਗੀ, ਹੈ ਨਾ। ਤੇ ਉੱਦਾਂ ਸੀ ਫਿਰ ਬਾਈ ਅਸੀਂ ਮਾਰੇ ਕਿੱਥੋਂ ਗਏ ਆ? ਮਾਰਨ ਦਾ ਸਾਡਾ ਇੱਕ ਤਰੀਕਾ ਕੀ ਹੈ, ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀ ਆਉਂਦੇ ਨੇ, ਉਹ ਆ ਕੇ ਸਾਡੇ ਸੈਂਪਲ ਕਰਦੇ ਨੇ ਤੇ ਫੈਕਟਰੀ ਦੇ ਹੱਕ ਵਿੱਚ ਭੁਗਤਦੇ ਨੇ। ਉਸ ਤੋਂ ਬਾਅਦ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਆਉਂਦਾ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ 29 ਸੈਂਪਲ ਕਰਦਾ। ਜਿਹੜਾ ਸੀਚੇਵਾਲ ਸਾਹਿਬ ਕਹਿ ਰਹੇ ਸੀ ਇਹ ਪਾਣੀ ਸਾਫ਼ ਹੈ, ਪਾਣੀ ਨੂੰ ਕੁਛ ਨਹੀਂ ਹੋਇਆ, ਪਾਣੀ ਮਿੱਟੀ ਮਾਰਦੀ ਆ, ਇਹ ਤੇ ਆਏ ਆ ਜੋ ਆ, ਉਹ ਪਾਣੀ 'ਚ ਸਾਈਨਾਈਡ ਆਇਆ, ਉਹ ਪਾਣੀ 'ਚ ਆਰਸੇਨਿਕ ਆਇਆ, ਉਹ ਪਾਣੀ 'ਚ ਲੈਡ ਆਈ, ਉਹ ਪਾਣੀ 'ਚ ਯੂਰੇਨੀਅਮ ਆਇਆ। ਸਾਈਨਾਈਡ ਅੱਜ ਤੱਕ ਕਿਸੇ ਨੇ ਟੇਸਟ ਨਹੀਂ ਦੇਖਿਆ, ਉਹ ਚੀਜ਼ਾਂ ਆਈਆਂ ਸੀਗੀਆਂ। ਤੇ ਹੁਣ ਕੇਸ ਬਾਈ ਅਸੀਂ 3 ਸਾਲਾਂ ਤੋਂ ਲੜ ਰਹੇ ਹਾਂ, ਲਗਾਤਾਰ ਲੜ ਰਹੇ ਹਾਂ, ਮੋਰਚਾ ਚੱਲ ਰਿਹਾ। ਅੱਜ ਵੀ ਮੋਰਚੇ ਦੇ ਬਜ਼ੁਰਗ ਬੈਠੇ ਨੇ, ਲੋਕ ਬੈਠੇ ਨੇ, ਤੇ ਅੱਜ ਵੀ ਅਸੀਂ ਡਟੇ ਹੋਏ ਸੀ, ਡਟੇ ਹਾਂ, ਡਟੇ ਸੀ, ਡਟੇ ਰਹਾਂਗੇ। ਤੁਸੀਂ ਕਹਿੰਦੇ ਹੋ ਕਿ ਸੀਚੇਵਾਲ ਸਾਹਿਬ ਪਾਣੀ ਚੈੱਕ ਕਰਨ ਵਾਸਤੇ ਆਏ ਸੀ, ਉਹਨਾਂ ਨੇ ਸੈਂਪਲ ਭਰੇ, ਕੀ ਲੱਗਦਾ ਕਿ ਉਹਨਾਂ ਦਾ ਸੈਂਪਲ ਭਰਨ ਦਾ ਆਧਾਰ ਕੀ ਸੀਗਾ? ਹੁਣ ਬਈ ਕੀ ਕਹੀਏ, ਸੀਚੇਵਾਲ ਸਾਹਿਬ ਨੂੰ ਨਾ ਜਦੋਂ ਅਸੀਂ ਬੋਰ 'ਚੋਂ ਪਾਣੀ ਨਿਕਲਿਆ, ਮੈਂ ਆਏ ਓਕ ਕਰ ਲਈ, ਪਾਣੀ ਭਰਿਆ, ਤੇ ਮੈਂ ਸੀਚੇਵਾਲ ਸਾਹਿਬ ਨੂੰ ਦਿਖਾਇਆ, ਮੈਂ ਕਿਹਾ ਬਾਬਾ ਜੀ ਸਤਿਕਾਰਯੋਗ ਜੀ ਆਹ ਦੇਖੋ ਪਾਣੀ। ਤੇ ਸੀਚੇਵਾਲ ਸਾਹਿਬ ਕਹਿੰਦੇ ਪਾਣੀ ਦੇਖ ਕੇ ਮੁਸ਼ਕ ਤਾਂ ਮਾਰ ਰਿਹਾ ਪਰ ਪਾਣੀ ਸਾਫ਼, ਮਿੱਟੀ ਆ। ਤੇ ਉਹ ਸੀਚੇਵਾਲ ਸਾਹਿਬ ਜਿਹੜੀ ਉਹਦੇ ਨਾਲ ਅਸੀਂ ਇਹ ਕਹਿੰਦੇ ਵੀ ਜਿਹੜੇ ਅਧਿਕਾਰੀ ਆਏ, ਜਿਹੜੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਇਆ, ਸੀਚੇਵਾਲ ਸਾਨੂੰ ਦੱਸਣ ਤਾਂ ਸਹੀ ਵੀ ਉਹ ਸੈਂਪਲ ਬਦਲੇ ਗਏ, ਕੀ ਹੋਇਆ, ਉਹ ਰਿਪੋਰਟ ਫੈਕਟਰੀ ਦੇ ਹੱਕ ਵਿੱਚ ਕਿਵੇਂ ਆ ਗਈ। ਤੁਹਾਡੇ ਤੋਂ ਬਾਅਦ ਮਹੀਨਾ ਬਾਅਦ ਇੱਕ ਟੀਮ ਆਉਂਦੀ ਆ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ, ਉਹ ਟੀਮ ਆਉਂਦੀ ਆ, ਉਹ ਤਾਂ ਫੈਕਟਰੀ ਦੇ ਸਾਡੇ ਇਲਾਕੇ ਦਾ ਪਾਣੀ, ਉਹ ਆਂਦੇ ਵੀ ਇਹ ਤਾਂ ਪਾਣੀ ਨਾ ਨਹਾਉਣ ਯੋਗ, ਨਾ ਪੀਣ ਯੋਗ, ਨਾ ਕਿਸੇ ਜਾਨਵਰਾਂ ਲਈ, ਨਾ ਇਨਸਾਨਾਂ ਲਈ, ਨਾ ਪਸ਼ੂਆਂ ਵਾਸਤੇ ਇਹ ਪਾਣੀ ਇਹਨਾਂ ਨੂੰ ਮੁਹੱਈਆ ਕਰਾਵੇ। ਤੇ ਸੀਚੇਵਾਲ ਸਾਹਿਬ ਕਹਿ ਰਹੇ ਸੀ ਉਹ ਪਾਣੀ ਸਾਫ਼ ਆ।
ਉਹ ਅੱਜ ਤੱਕ ਅਸੀਂ ਮੈਂ ਬਹੁਤ ਵਾਰੀ ਬੋਲਿਆ, ਬਹੁਤ ਵਾਰੀ ਸੀਚੇਵਾਲ ਸਾਹਿਬ ਨੂੰ ਕਿਹਾ ਵੀ ਭਾਈ ਤੁਹਾਡੇ ਚੈਨਲ ਜਿਹੜੇ ਮਰਜ਼ੀ ਚੈਨਲ ਤੇ ਬੈਠ ਜਾਂਦੇ, ਸਾਡੀ ਗੱਲਾਂ ਦਾ ਜਵਾਬ ਤੇ ਦੇ ਦਿਓ ਭਾਈ। ਹੁਣ ਜਿਹੜੇ ਫੈਕਟਰੀ ਵਾਲੇ ਕਹਿੰਦੇ ਸੀ ਸਾਡੀ ਫੈਕਟਰੀ ਬਹੁਤ ਵਧੀਆ, ਇਹ ਤਾਂ ਜ਼ੀਰੋ ZLD ਆ, ਜ਼ੀਰੋ ਲਿਕੁਇਡ ਡਿਸਚਾਰਜ ਆ, ਇਹ ਤਾਂ ਇਦਾਂ ਜੀ। ਅੱਜ ਉਹ ਕਹਿੰਦੇ ਵੀ ਸਾਡੀ ਫੈਕਟਰੀ ਅਸੀਂ ਬੰਦ ਕਰਦੇ ਹਾਂ, ਅਸੀਂ ਇੰਡਸਟਰੀ ਬੰਦ ਕਰਦੇ ਹਾਂ, ਦੂਜਾ ਡਿਸਟਿਲਰੀ ਬੰਦ ਕਰਦੇ ਹਾਂ, ਪਰ ਸਾਨੂੰ ਇੱਥੋਂ ਨਾਲ ਪਲਾਂਟ ਚਲਾਉਣ ਦਿਓ ਭਾਈ। ਇੱਕ ਪਾਸੇ ਕਹਿੰਦੇ ਵੀ ਅਸੀਂ, ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਹਾਂ ਡਿਸਟਿਲਰੀ ਬੰਦ ਕਰ ਦਿੰਦੇ ਆ, ਇੱਥੋਂ ਨਾਲ ਚਲਾਉਣ ਦਿਓ, ਵੀ ਇੱਕ ਪਾਸੇ ਤਾਂ ਅਸੀਂ ਪ੍ਰਦੂਸ਼ਣ ਕੀਤਾ, ਦੂਜੇ ਪਾਸੇ ਸਾਨੂੰ ਪ੍ਰਦੂਸ਼ਣ ਕਰਨ ਦੀ ਆਗਿਆ ਦਿਓ। ਇਹ ਗੱਲਾਂ ਥੋੜ੍ਹਾ ਹੁੰਦੀਆਂ ਜੀ। ਅਸੀਂ ਜਿਹੜੀ ਇਹ ਫੈਕਟਰੀ ਆ, ਜਿਹੜੀ ਇਹ ਇੱਥੋਂ ਨਾਲ ਪਲਾਟ ਆ, ਜੀਰਾ ਸ਼ਰਾਬ ਫੈਕਟਰੀ ਆ, ਇਹ ਬਾਈ ਜੀ ਹਲੇ ਅਧੂਰੀ ਜਿੱਤ ਆ। ਹਲੇ 50% ਮੰਨ ਲਓ ਜਿੱਤ ਹੋਈ ਆ ਤੇ 50% ਰਹਿ ਗਈ ਆ। 50% ਜਿੱਤ ਉਦੋਂ ਹੋਣੀ ਆ, ਸਾਰੀਆਂ ਜਥੇਬੰਦੀਆਂ ਨਾਲ, ਸਾਰੇ ਪੰਜਾਬ ਦੇ ਏਕੇ ਨਾਲ ਕੋਰਟ ਦੇ ਵਿੱਚ ਲੜ ਰਹੇ ਆ। ਕੱਲ ਨੂੰ ਸਾਨੂੰ ਡਟਣਾ ਪਿਆ, ਲੜਨਾ ਪਿਆ, ਖੜਨਾ ਪਿਆ, ਅਸੀਂ ਖੜਾਂਗੇ, ਡਟਾਂਗੇ, ਡਟੇ ਸੀ, ਡਟੇ ਰਹਾਂਗੇ। ਜਿਹੜਾ NGT ਦੇ ਆਰਡਰ ਵਾਲਾ ਤੁਹਾਡਾ ਰਿਪਲਾਈ ਹੈ, ਕੀ ਲੱਗਦਾ ਕਿ ਇਸ ਨੂੰ ਅਜੇ ਡਿਸਕਸ਼ਨ ਹੋਣਾ ਬਾਕੀ ਹੈ ਸਮੁੱਚੀਆਂ ਜਥੇਬੰਦੀਆਂ ਦੇ ਨਾਲ, ਜਿਹੜੇ ਹੋਰ ਤੁਹਾਡੇ ਮੋਰਚੇ ਦੇ ਹਿੱਸੇਕਾਰ ਨੇ, ਜਾਂ ਫਿਰ ਜਿਹੜਾ ਫਾਈਨਲ ਰਿਪਲਾਈ ਹੈ ਤੁਹਾਡੇ ਵੱਲੋਂ? ਸਾਡਾ ਜਿਹੜਾ ਫਾਈਨਲ ਰਿਪਲਾਈ ਆ ਜੀ, ਉਹ ਸਾਡੇ ਮਾਣਯੋਗ ਸਤਿਕਾਰਯੋਗ ਸਾਰੇ ਵੀਰ PSC ਮੱਤੇਵਾੜਾ ਤੇ ਮਾਣਯੋਗ ਵਕੀਲ ਕੋਲਿਨ ਗੋਨਸਾਲਵਿਸ ਜੀ, ਦੀਪਕ ਜੀ, ਕਮਲ ਜੀ, ਸਾਰੇ ਉਹ ਰਿਪਲਾਈ ਅਸੀਂ ਬੈਠ ਕੇ ਇਕੱਠਾ ਉਹਦਾ ਵਿਚਾਰ ਰਹੇ ਹਾਂ। ਵਿਚਾਰ ਕੇ ਅਸੀਂ ਸੂਝਵਾਨਾਂ ਨਾਲ ਵਿਚਾਰ ਕੇ ਉਸ ਰਿਪਲਾਈ ਅਸੀਂ ਕਰਾਂਗੇ। ਰਿਪਲਾਈ ਕਰਕੇ ਜਿਹੜਾ ਅੱਗੇ ਜੋ ਵੀ ਹੋਇਆ ਤੇ ਅਸੀਂ ਉਹ ਮਾਲਕ ਜਿੱਤ ਬਖਸ਼ੂਗਾ। ਅਸੀਂ ਜਿੱਤ ਦੇ ਬਹੁਤ ਨੇੜੇ ਆ, ਕਰੀਬ ਆ, ਜਿੱਤ ਬਖਸ਼ੂ, ਜਿੱਤ ਹੋਊਗੀ ਸਾਡੀ ਜੀ। ਇਸ ਤੋਂ ਬਾਅਦ ਲੱਗਦਾ ਕਿ ਹੋਰ ਵੀ ਜਿਹੜੀਆਂ ਕੋਈ ਪੰਜਾਬ ਦੀਆਂ ਜ਼ਮੀਨੀ ਪਾਣੀ ਨੂੰ ਲੈ ਕੇ, ਆਬੋ ਹਵਾ ਨੂੰ ਲੈ ਕੇ ਵੀ ਕੁਝ ਲੜਾਈਆਂ ਜਿਹੜੀਆਂ ਲੜਨ ਵਾਲੀਆਂ ਵਚੀਤਾ ਜਾਪਦੀਆਂ ਨੇ? ਬਈ ਇੱਕ ਚੀਜ਼ ਆ, ਅਸੀਂ ਫੈਕਟਰੀਆਂ ਦੇ ਖਿਲਾਫ ਨਹੀਂ ਹੈਗੇ, ਇਹ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ। ਅਸੀਂ ਉਹਨਾਂ ਫੈਕਟਰੀਆਂ ਦੇ ਖਿਲਾਫ ਆ ਉਹ ਨਰੰਗਣੀਆਂ ਦੇ, ਜਿਹੜੀਆਂ ਇਲੈਕਟ੍ਰੋਪਲੇਟਿੰਗ ਦੇ, ਜਿਹੜੀਆਂ ਰੈੱਡ ਜ਼ੋਨ ਦੇ ਵਿੱਚ ਆ, ਜਿਵੇਂ ਆ ਜੀਰਾ ਸ਼ਰਾਬ ਫੈਕਟਰੀ, ਜਿਹੜੀਆਂ ਫੈਕਟਰੀਆਂ ਸਾਊਥ ਇੰਡੀਆ ਵਿੱਚ ਬੈਨ, ਜਿਹੜੀਆਂ ਫੈਕਟਰੀਆਂ ਅਦਰ ਸਟੇਟਾਂ ਵਿੱਚ ਬੈਨ, ਉਹ ਪੰਜਾਬ 'ਚ ਹੀ ਕਿਉਂ ਲੱਗ ਰਹੀਆਂ? ਅੱਜ ਆਪਾਂ ਹਰੀ ਕੇ ਪੱਤਣ ਖੜੇ ਆ। ਤੁਸੀਂ ਬਈ ਇੱਕ ਚੀਜ਼ ਕਵਰ ਜ਼ਰੂਰ ਕਰਿਓ, ਔਰਲੇ ਪਾਸੇ ਵਹਾਣ ਸਤਲੁਜ ਦਾ, ਪਰਲੇ ਪਾਸੇ ਵਹਾਣ ਬਿਆਸ ਦਾ। ਸਤਲੁਜ ਦੇ ਕਿਨਾਰੇ ਤੇ ਤੁਸੀਂ ਤੁਰੇ ਜਾਓ, ਇੱਥੋਂ ਤੁਸੀਂ ਬੰਨ ਤੋਂ ਲੱਗ ਜਾਓ, ਅੱਗੇ ਤੱਕ ਮੱਛੀਆਂ ਮਰੀਆਂ ਮਿਲਣਗੀਆਂ। ਮੁਸ਼ਕ ਆ ਰਿਹਾ ਬਹੁਤ ਜ਼ਿਆਦਾ, ਮੁਸ਼ਕ ਮਾਰ ਰਿਹਾ। ਬਿਆਸ ਦੇ ਕਿਨਾਰੇ ਇੱਕ ਵੀ ਤੁਹਾਨੂੰ ਮੱਛੀ ਵਰਗੀ ਦਿਖਾ ਦਿਓ। ਉਹਦਾ ਕਾਰਨ ਕੀ ਆ? ਕਾਰਨ ਹੈਗਾ ਉਹਦਾ ਬੁੱਢਾ ਨਾਲਾ। ਬੁੱਢਾ ਨਾਲਾ ਜਿਹਦੀ ਅਸੀਂ ਲੜਾਈ ਲੜ ਰਹੇ ਹਾਂ, ਚਾਹੇ ਉਹ ਤਲਵੰਡੀ ਆਕਲੀਆ ਦੀ ਲੜਾਈ ਹੋਵੇ, ਚਾਹੇ ਉਹ ਚਮਕੌਰ ਸਾਹਿਬ ਦੀ ਲੜਾਈ ਹੋਵੇ, ਚਾਹੇ ਉਹ ਬੁੱਢੇ ਨਾਲ ਦੀ ਲੜਾਈ ਹੋਵੇ, ਇੱਥੇ ਮੱਛੀਆਂ ਮਰ ਰਹੀਆਂ ਨੇ, ਤੜਫ ਕੇ ਮਰ ਰਹੀਆਂ ਨੇ। ਬਿਆਸ ਪਰਲੇ ਪਾਸੇ ਜਿਹੜਾ ਤੁਸੀਂ ਬੰਨ, ਉੱਥੇ ਮੱਛੀ ਇੱਕ ਵੀ ਮਰੀ ਨਹੀਂ ਦੀਦੀ। ਇਹਦਾ ਕਾਰਨ ਆ ਬੁੱਢਾ ਨਾਲੇ ਦੇ ਵਿੱਚੋਂ, ਪਿੰਡ ਵਲੀਦਪੁਰ ਦੇ ਵਿੱਚੋਂ ਇੰਨੇ ਕੁ ਲੱਖਾਂ ਲੀਟਰ ਪਾਣੀ ਇਹ ਸਤਲੁਜ ਦੇ ਵਿੱਚ ਪੈਂਦਾ। ਉਹਦੇ ਨਾਲ ਉਹ ਪਾਣੀ ਜਿਹੜੇ ਰਾਜਸਥਾਨ ਦੇ ਲੋਕ ਪੀਂਦੇ, ਉਹ ਫਾਜ਼ਿਲਕਾ ਦੇ, ਜਲਾਲਾਬਾਦ ਦੇ, ਇੱਧਰ ਦੇ ਲੋਕ ਸਾਰੇ ਪੀਂਦੇ ਪਾਣੀ। ਉਹ ਪਾਣੀ ਇਦਾਂ ਦਾ ਬਈ ਹੋ ਗਿਆ ਵੀ ਬੱਚੇ ਵੀ ਉਹਦੇ ਦੇ ਔਰਗਨ ਨਹੀਂ ਬਣਦੇ, ਡਿਸੇਬਲ ਹੋ ਗਏ, ਪੀਣ 'ਚ ਬਾਗ ਸੁੱਕ ਗਏ, ਜ਼ਮੀਨ ਮਰ ਗਈ। ਪਿੰਡਾਂ ਦੇ ਪਿੰਡ, ਉੱਥੇ ਕੀ ਇੱਕ ਪਿੰਡ ਆ ਚੱਕ ਸੈਦੋ ਕੇ, ਉੱਥੇ ਆਉਂਦਾ ਕੈਂਟਰ ਆਉਂਦਾ ਪਾਣੀ ਦਾ, ਉਹ ਪਤਾ ਕੀ ਦਿੰਦਾ ਆਵਾਜ਼, ਆ ਗਿਆ ਆ ਗਿਆ ਆ ਗਿਆ। ਆਪ ਜੀ ਦੇ ਪਿੰਡ ਵਧੀਆ ਸਾਫ ਸੁਥਰਾ ਪਾਣੀ ਵੇਚਣ ਵਾਲਾ ਭਾਈ ਆ ਗਿਆ। ਜਿਹੜੀ 5 ਆਬਾਂ ਦੀ ਪੰਜਾਬ, 5 ਦਰਿਆਵਾਂ ਦਾ ਪੰਜਾਬ, ਸਾਡੇ ਬਜ਼ੁਰਗਾਂ ਨੇ, ਸਾਡੇ ਬਜ਼ੁਰਗ ਮੇਰੇ ਨਾਨਾ ਜੀ ਦੱਸਦੇ ਹੁੰਦੇ ਸੀਗੇ, ਆਂਦੇ ਅਸੀਂ ਨਾ ਟੋਆ ਪੱਟ ਕੇ 2 ਫੁੱਟ ਦਾ ਤੇ ਵਿੱਚ ਸਾਫਾ ਸਿੱਟ ਕੇ ਪਾਣੀ ਪੀ ਲੈਂਦੇ ਸੀਗੇ। ਅਸੀਂ ਖਾਲੇ ਦੇ ਵਿੱਚ ਸਾਫਾ ਸਿੱਟਣਾ ਤੇ ਪਾਣੀ ਪੀ ਲੈਣਾ। ਸਾਡੇ ਬਜ਼ੁਰਗਾਂ ਨੇ ਟੋਏ ਪੱਟੇ ਆ, ਖੂਹ ਜੋਤੇ ਆ, ਖੂਹਾਂ ਵਿੱਚੋਂ ਪਾਣੀ ਪੀਤਾ। ਆਪਣੀ ਉਮਰ ਦੇ ਨੇ ਆਪਾਂ ਨੇ ਨਲਕਿਆਂ ਨਾਲ ਹੀ ਪਾਣੀ ਪੀਤਾ। ਫਿਰ ਹੁਣ ਮੱਛੀ ਮੋਟਰਾਂ ਚੱਲ ਰਹੀਆਂ, ਕੀ ਪੰਜਾਬ ਉਹ ਪਾਣੀ ਪੀਊ? ਕੀ ਉਹ ਪਾਣੀ ਪੀਊ? ਇਹ ਲੜਾਈ ਪਾਣੀਆਂ ਦੀ ਆ। ਹੁਣ ਰਿਪੋਰਟਾਂ ਵੀ ਆ ਗਈਆਂ ਵੀ ਆਉਣ ਵਾਲੇ 15 ਸਾਲਾਂ ਦੇ ਵਿੱਚ ਪਾਣੀ ਖਤਮ ਹੋ ਰਿਹਾ। ਸਾਡੀ ਲੜਾਈ ਕੀ ਆ? ਸਾਡੀ ਲੜਾਈ ਹੈ ਸਾਫ਼ ਪਾਣੀ ਦੀ। ਸਾਡੇ ਪਿੰਡ ਮੰਝਾਂ ਵਾਲਾ ਕਲਾਂ ਤੋਂ ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਦੇ ਸਥਾਨਾਂ ਤੋਂ, ਗੁਰਦੁਆਰੇ ਦੇ ਸਾਹਿਬ ਵਿੱਚੋਂ ਇਹ ਮੋਰਚਾ ਚੱਲਿਆ ਸੀ। ਜਦੋਂ ਪਾਣੀ, ਉਹ ਪਾਣੀ ਦੇ ਨਾਲ ਲੰਗਰ ਬਣਦਾ ਸੀ, ਉਹ ਪਾਣੀ ਦੇ ਨਾਲ ਗੁਰੂ ਘਰ ਦੀ ਦੇਗ ਬਣਦੀ ਸੀਗੀ, ਉਹ ਪਾਣੀ ਦੀ ਸਾਰੇ ਲੰਗਰ ਪ੍ਰਸ਼ਾਦੇ ਵਾਸਤੇ ਵਰਤਿਆ ਜਾਂਦਾ ਸੀ, ਤੇ ਉਹੀ ਪਾਣੀ ਸਾਰਾ ਪਿੰਡ ਪੀਂਦਾ ਸੀਗਾ, ਜਿਹਦੇ ਵਿੱਚੋਂ ਲਾਹ ਨਿਕਲੀ ਸੀਗੀ। ਲੜਾਈ ਅੱਜ ਦੀ ਸਾਡੇ 3 ਸਾਲਾਂ ਤੋਂ ਸਟਿਲ ਖੜੇ ਆ ਬਾਈ। ਅਸੀਂ ਖੜੇ, ਸਾਡੇ ਕੋਲ ਪਾਵਰ ਕੀ ਆ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਸ ਸਥਾਨਾਂ ਦੀ, ਉਹ ਬਾਬੇ ਭਗਤ ਦੁਨੀ ਚੰਦ ਦੀ। ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਾ, ਸਾਰਿਆਂ ਦਾ, ਪੰਜਾਬ ਦਾ। ਇਹ ਜੇ ਅੱਜ ਜਿੱਤ ਹੋਈ ਹੈ, ਚਾਹੇ ਉਹ ਅੱਧੀ ਜਿੱਤ ਆ, ਆਉਣ ਵਾਲੇ ਦਿਨਾਂ 'ਚ ਆਪਾਂ ਪੂਰੀ ਜਿੱਤ ਵੀ ਕਰਾਂਗੇ। ਇਹ ਜਿੱਤ ਤੁਹਾਡੇ ਵਰਗੇ ਪੱਤਰਕਾਰਾਂ ਦੀ, ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਇਹ ਸਾਰੇ ਲੋਕਾਂ ਦੀ ਜਿੱਤ ਆ।
ਤੇ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਤੇ ਆਸ ਕਰਦੇ ਆ ਕਿ ਅਸੀਂ ਜਿੱਤਾਂਗੇ ਤੇ ਜਿੱਤ ਕੇ ਇੱਕ ਪੰਜਾਬ ਦੇ ਵਿੱਚ ਨਵੀਂ ਐਗਜ਼ਾਮਪਲ ਸੈੱਟ ਹੋਊਗੀ, ਕਿਉਂਕਿ ਜੀਰੇ ਮੋਰਚੇ ਨੇ ਉਹ ਚੀਜ਼ਾਂ ਜਗਾਈਆਂ, ਉਹ ਲੋਕਾਂ ਨੂੰ ਜਾਗਰੂਕ ਕੀਤਾ ਪਾਣੀ ਦੇ ਵਾਸਤੇ, ਆਪਣੇ ਮਿੱਟੀ ਦੇ ਵਾਸਤੇ, ਹਵਾ ਦੇ ਵਾਸਤੇ ਲੋਕ ਬੋਲਣ ਲੱਗੇ ਨੇ ਤੇ ਉਹ ਜੀਰੇ ਮੋਰਚੇ ਤੋਂ ਹੀ ਬੋਲਣ ਲੱਗੇ ਨੇ ਜੀ। ਮਨੁੱਖੀ ਜ਼ਿੰਦਗੀਆਂ ਦੇ ਨਾਲ ਹੋਏ ਖਿਲਵਾੜ ਨੂੰ ਲੈ ਕੇ ਰੋਮਨ ਬਰਾੜ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਜਿਹੜਾ ਜੀਰਾ ਫੈਕਟਰੀ ਦੇ ਸਬੰਧ ਵਿੱਚ ਹਾਲ ਦੇ ਵਿੱਚ ਜਿਹੜਾ ਇੱਕ ਨੋਟਿਸ ਜਾਂ ਆਰਡਰ ਆਇਆ ਹੈ ਤਾਂ ਇਹਦੇ ਸਬੰਧ ਵਿੱਚ ਆਉਣ ਵਾਲੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ ਇਸੇ ਬਾਬਤ ਗੱਲਬਾਤ ਹੋਈ ਆ। ਤਾਂ ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਅਗਲੇਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।